सो सिख आखाए तो पल के उठे हरे नाम ते आवा। गुर सत्य गुर का जो सिख आखाए तो पल के उठे हरे नाम पे आवा। उद्यम करे पल के परबाती स्नान करे। अमृत खरे नावा। उपदेश है गुरु हरे हरे जप जप सभे किल विख पाप दोख लह जावा। फिरे चढ़ाए दिवस गुरबाणी गावे। बहन उठदिया हरे नाम ते आवे। जो सासे गिरा से ते आए मेरा हरे हरे। सो गुर सिख गुरु मने पावै। जिसनु दयाल होवै मेरा स्वामी। तिस गुर सिख गुरु उपदेश सुनावै। जन नानक कूड़े मंगे तिस गुर सिख की। जो आपे जपै आवर है नाम जपावै। ਇਹ ਜਿਹੜਾ ਸ਼ਬਦ ਹੈ ਮਹੱਲੇ ਚੌਥੇ ਦਾ ਸ਼ਬਦ ਹੈ। ਜਦੋਂ ਅੰਮ੍ਰਿਤਸਰ ਦਾ ਸਰੋਵਰ ਜਾਂ ਇਹ ਜੋ ਚੀਜ਼ ਇਹਦੇ ਚ ਆਉਂਦੀ ਹੈ ਉਹਦਾ ਨਾਮੋ ਨਿਸ਼ਾਨ ਨਹੀਂ ਸੀ। ਇਹਦੇ ਚ ਜੋ ਆਉਂਦਾ ਹੈ ਅੰਮ੍ਰਿਤਸਰ ਨਹਾਵੈ। ਉਸ ਵੇਲੇ ਇਹ ਕੋਈ ਚੀਜ਼ ਉੱਥੇ ਐਗਜ਼ਿਸਟੈਂਸ ਦੇ ਵਿੱਚ ਨਹੀਂ ਸੀ। ਨਾ ਅੰਮ੍ਰਿਤਸਰ ਸ਼ਹਿਰ ਨਾ ਅੰਮ੍ਰਿਤਸਰ ਸਰੋਵਰ। ਇਹ ਥੋੜ੍ਹੀ ਜਿਹੀ ਆਬਾਦੀ ਨੂੰ ਗੁਰੂ ਕਾ ਚੱਕ ਕਹਿੰਦੇ ਸੀ। ਇਸ ਕਰਕੇ ਸ਼ਬਦ ਉਸ ਵੇਲੇ ਦਾ ਹੈ। ਇਹਦੇ 'ਚ ਜੋ ਅੰਮ੍ਰਿਤਸਰ ਆਏਗਾ ਨਹਾਉਣਾ ਅੰਮ੍ਰਿਤਸਰ ਉਹ ਸਰੀਰ ਦੇ ਅੰਦਰ ਹੈ ਅੰਮ੍ਰਿਤਸਰ। ਇਸ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਇਹ ਮਹੱਲੇ ਤੀਜੇ ਦਾ ਤੁਕ ਹੈ। ਇਸ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਤੇ ਤੀਜਾ ਮਹੱਲਾ ਮਹੱਲੇ ਚੌਥੇ ਦਾ ਗੁਰੂ ਸੀ। ਇਹ ਕਦੇ ਨਹੀਂ ਹੋ ਸਕਦਾ ਵੀ ਮਹੱਲਾ ਚੌਥਾ ਕੋਈ ਹੋਰ ਅੰਮ੍ਰਿਤਸਰ ਦੱਸ ਰਿਹਾ ਹੋਏ ਜਦ ਕਿ ਉਹਦਾ ਗੁਰੂ ਉਹਨੂੰ ਪੋਥੀ 'ਚ ਲਾਈਨ ਦੇ ਰਿਹਾ ਹੋਏ ਸ਼ਬਦ। ਇਸ ਕਾਇਆ ਅੰਦਰ ਅੰਮ੍ਰਿਤਸਰ ਸਾਚਾ। ਦੂਸਰਾ ਮਹੱਲਾ ਤੀਜਾ ਲਿਖਦਾ ਇਹ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ। ਇਸ ਕਰਕੇ ਬੜੇ ਭੁਲੇਖੇ ਦੇ ਲਫ਼ਜ਼ ਹੈ ਇਸ ਸ਼ਬਦ 'ਚ ਜਿਹਨੂੰ ਭੁਲੇਖਾ ਖਾ ਕੇ ਲੋਕ ਅੰਮ੍ਰਿਤਸਰ ਦੇ ਸਰੋਵਰ 'ਚ ਨਹਾਈ ਜਾਂਦੇ ਹੈ। ਅਸੀਂ ਹੁਣ ਇਹ ਸ਼ਬਦ ਸ਼ੁਰੂ ਤੋਂ ਵਾਚਣਾ ਹੈ ਵੀ ਇਹਦਾ ਅਸਲ ਮਤਲਬ ਕੀ ਹੈ। ਗੁਰੂ ਅਮਰਦਾਸ ਸਾਹਿਬ ਕਹਿ ਰਹੇ ਵੀ ਇਸ ਕਾਇਆ ਦੇ ਅੰਦਰ ਹੀ ਸਰਵਰ ਕਹਿੰਦੇ ਛੋਟੇ ਤਲਾਅ ਨੂੰ। ਤੇਰੇ ਅੰਦਰ ਹੀ ਤਲਾਅ ਹੈ ਇੱਕ ਸਪਿਰਿਚੁਅਲ ਟੈਂਕ ਹੈ ਛੋਟਾ ਜਿਹਾ ਤੇਰੇ ਅੰਦਰ। ਉਹਦੇ ਵਿੱਚ ਤੂੰ ਇਸ਼ਨਾਨ ਕਰਨਾ ਹੈ। ਔਰ ਇਹ ਇਸ਼ਨਾਨ ਵੀ ਹੈ ਅੰਦਰਲਾ ਇਸ਼ਨਾਨ ਹੈ ਕਿਉਂਕਿ ਇਸ਼ਨਾਨ ਦੇ ਨੰਨੇ ਨੂੰ ਔਂਕੜ ਹੋਏਗਾ ਸਦਾ। ਉਹ ਜਿੱਥੇ ਔਂਕੜ ਆ ਜਾਏ ਇਸ਼ਨਾਨ ਨੂੰ ਕੀਰਤਨ ਨੂੰ ਸ਼ਬਦ ਨੂੰ
ਜਾਂ ਕਿਸੇ ਚੀਜ਼ ਨੂੰ ਔਂਕੜ ਆ ਜਾਏ ਉਹਦਾ ਬੜਾ ਭੇਦ ਹੈ। ਔਂਕੜ ਦਾ ਮਤਲਬ ਹੈ ਸ਼ਬਦ, ਅੰਦਰਲਾ ਤੇ ਸੱਚਾ। ਤਿੰਨ ਲਫ਼ਜ਼ ਇਸ ਔਂਕੜ ਦੇ ਭੇਦ ਨੂੰ ਖੋਲ੍ਹਦੇ ਆ ਵੀ ਜਿੱਥੇ ਔਂਕੜ ਦੇ ਦਈਏ, ਕੀਰਤਨ ਨੂੰ ਔਂਕੜ ਆ ਜਾਏ, ਉਹਦਾ ਮਤਲਬ ਅੰਦਰਲਾ ਕੀਰਤਨ, ਸ਼ਬਦ ਦਾ ਕੀਰਤਨ ਤੇ ਸੱਚਾ ਕੀਰਤਨ। ਔਂਕੜ ਜਿੱਥੇ ਇਸ਼ਨਾਨ ਨੂੰ ਆ ਜਾਏ, ਉਹ ਬਾਹਰਲਾ ਇਸ਼ਨਾਨ ਨਹੀਂ, ਅੰਦਰਲਾ ਇਸ਼ਨਾਨ, ਸੱਚਾ ਇਸ਼ਨਾਨ ਤੇ ਸ਼ਬਦ ਦਾ ਇਸ਼ਨਾਨ। ਇਹ ਐਸੀ ਸਚਾਈ ਸਾਰੀ ਬਾਣੀ 'ਚ ਹੈ। ਇਸ਼ਨਾਨ, ਕੀਰਤਨ, ਦਾਨ, ਪੁੰਨ, ਇਹਨਾਂ ਨੂੰ ਸਾਰਿਆਂ ਨੂੰ, ਜਪ, ਤਪ, ਸੰਜਮ, ਕਰਮ, ਧਰਮ, ਇਹਨਾਂ ਨੂੰ ਸਾਰਿਆਂ ਨੂੰ ਕਈ ਥਾਂ ਔਂਕੜ ਹੋਏਗਾ। ਉਹ ਸਾਰੀ ਅੰਦਰਲੇ ਜਪ ਤਪ ਸਾਡੇ ਨੇ, ਬਾਹਰਲੇ ਹਿੰਦੂਆਂ ਵਾਲੇ ਇਸ਼ਨਾਨ ਜਪ ਤਪ ਜਾਂ ਨਹੀਂ ਹੈ। ਇਸ ਕਰਕੇ ਔਂਕੜ ਦੇ ਕੇ ਬੜਾ ਭੇਦ ਦੇ ਗਏ ਨੇ। ਇਸ ਸ਼ਬਦ 'ਚ ਬੜੇ ਔਂਕੜ ਨੇ, ਉਹਨਾਂ ਨੂੰ ਦੇਖ ਕੇ ਇੱਧਰ ਮੈਨੇ ਲਾ ਕੇ ਫਿਰ ਆਪਾਂ ਇਸ ਸ਼ਬਦ ਨੂੰ ਖੋਲ੍ਹਾਂਗੇ ਕਿ ਉਹ ਸਾਰੀ ਚੀਜ਼ ਅੰਦਰ ਵੜਦੀ ਹੈ, ਬਾਹਰ ਵਾਲੀ ਚੀਜ਼ ਤੇ ਕੋਈ ਚੀਜ਼ ਨਹੀਂ, ਕਿਉਂਕਿ ਉਸ ਵੇਲੇ ਉਹ ਚੀਜ਼ਾਂ ਹੈ ਹੀ ਨਹੀਂ ਸੀ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਨੇ। तो पहला शब्द है गुर सत्य गुर का जो सिख अखाए तो भल के उठे हरे नाम ते आवे। ਇਹਦੇ ਚ ਪਹਿਲੀ ਲਾਈਨ ਹੈ ਗੁਰੂ ਦਾ ਜਿਹੜਾ ਸਤਿਗੁਰ ਦਾ ਸਿੱਖ ਹੈ, ਸਿੱਖ ਦੇ ਵੀ ਖੱਖੇ ਨੂੰ ਔਂਕੜ ਹੈ। ਇਸ ਕਰਕੇ ਇਹ ਆਮ ਸੰਗਤ ਲਈ ਸ਼ਬਦ ਨਹੀਂ ਹੈ। ਸਿੱਖੀ 'ਚ ਦੋ ਸ਼੍ਰੇਣੀਆਂ ਉਸ ਵੇਲੇ ਸੀ ਗੁਰੂ ਕਾਲ ਵੇਲੇ, ਇੱਕ ਸੰਗਤ ਤੇ ਇੱਕ ਸੰਗਤ ਦੇ ਵਿੱਚੋਂ ਜਿਹੜੇ ਦੀਖਿਆ ਲੈ ਜਾਂਦੇ ਸੀ ਉਹਨਾਂ ਨੂੰ ਸਿੱਖ ਕਹਿੰਦੇ ਸੀ। ਕਿਉਂਕਿ ਇਸੇ ਮਹੱਲੇ ਚੌਥੇ ਬਾਬਤ ਰਾਮਕਲੀ ਦੀ ਵਾਰ 'ਚ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਮਾਤ ਅਬ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਦੋ ਸ਼੍ਰੇਣੀਆਂ ਹੋ ਗਈਆਂ, ਸਿੱਖ ਤੇ ਸੰਗਤੀ। ਸਿੱਖੀ ਅਤੇ ਸੰਗਤੀ, ਸੰਗਤ ਸਾਰੀ ਦੇ ਵਿੱਚ ਕੋਈ ਵੀ ਬੈਠ ਸਕਦਾ ਹੈ, ਲੇਕਿਨ ਉਹ ਸਾਰੀ ਸੰਗਤ 'ਚ ਜਿਹੜੇ ਜਿਹੜੇ ਵੀ ਗੁਰੂ ਮਹਾਰਾਜ ਕੋਲੋਂ ਦੀਖਿਆ ਲੈ ਜਾਂਦੇ ਸੀ ਉਹ ਸਿੱਖ ਬਣ ਜਾਂਦੇ ਸੀ। ਬਾਕੀ ਸਾਡੀ ਸੰਗਤ 'ਚ ਵੇਟਿੰਗ ਲਿਸਟ 'ਚ ਸੀ। ਸਿੱਖੀ ਅਤੇ ਸੰਗਤੀ, ਹਰ ਥਾਂ ਦੋ ਲਫ਼ਜ਼ ਕਈ ਵਾਰੀ ਆਉਣਗੇ। ਇਸ ਕਰਕੇ ਸਿੱਖ ਬਹੁਤ ਉੱਚੀ ਸ਼੍ਰੇਣੀ ਹੋ ਜਾਂਦੀ ਸੀ, ਜਿਹੜੇ ਕਿ ਦੀਖਿਅਤ ਸਿੱਖ ਹੋ ਜਾਂਦੇ ਸੀ, ਬੈਪਟਾਈਜ਼ਡ ਸਿੱਖ। ਇਸ ਕਰਕੇ ਸੰਗਤ ਸਾਰੀ ਵਾਲੇ ਸ਼ਬਦ ਨਹੀਂ ਹੈ, ਇਹ ਉਹਨਾਂ ਸਿੱਖਾਂ ਵਾਲਾ ਹੈ ਜਿਨ੍ਹਾਂ ਨਾਲ ਸ਼ਬਦ, ਗੁਰਮੰਤਰ, ਬਚਨ, ਨਾਮ ਜਪਣ ਲਈ ਲੈ ਲਿਆ ਹੁੰਦਾ ਸੀ ਗੁਰੂ ਕੋਲੋਂ, ਔਰ ਗੁਰੂ ਸਾਹਿਬ ਉਸ ਵੇਲੇ ਕੰਨ 'ਚ ਗੁਰਮੰਤਰ ਦੇ ਦਿੰਦੇ ਸੀ, ਉਹ ਸਿੱਖ ਬਣ ਜਾਂਦੇ ਸੀ। ਉਹਨਾਂ ਦੀ ਸ਼ਬਦ ਹੈ। ਇਸੇ ਕਰਕੇ ਸਿੱਖ ਦੇ ਖੱਖੇ ਨੂੰ ਔਂਕੜ ਹੈ, ਔਰ ਸਾਰਾ ਸ਼ਬਦ ਹੀ ਉਸ ਸਿੱਖਾਂ ਵਰਤਾਏ ਹੈ ਜਿਨ੍ਹਾਂ ਨਾਲ ਸ਼ਬਦ ਜਪਣ ਲਈ ਲੈ ਲਿਆ ਹੈ ਗੁਰੂ ਕੋਲੋਂ। ਜਿਨ੍ਹਾਂ ਨੇ ਲਿਆ ਹੀ ਨਹੀਂ ਉਹ ਜਪਣਗੇ ਕੀ। ਇਸ ਕਰਕੇ ਦੀਖਿਤ ਹੋਈਦਾ ਹੈ, ਗੁਰੂ ਕੋਲੋਂ ਗੁਰਮੰਤਰ ਲਈਦਾ ਹੈ ਵੀ ਕਿਹੜਾ ਸ਼ਬਦ ਜਪਣਾ ਹੈ, ਉਹਦੇ ਵੱਲ ਇਸ਼ਾਰਾ ਹੈ। ਤੇ ਉਹ ਫਿਰ ਸਾਰੀ ਪਹਿਲੀ ਲਾਈਨ ਦੇ ਵਿੱਚ ਧਿਆਨ ਦਾ ਜ਼ਿਕਰ ਹੈ, ਜਿਹੜਾ ਕਿ ਜਪਣ ਤੋਂ ਬਹੁਤ ਉੱਚੀ ਚੀਜ਼ ਹੈ। ਪਹਿਲੀ ਲਾਈਨ ਹੈ ਗੁਰ ਸਤੇ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠੇ ਹਰੇ ਨਾਮ ਤੇ ਆਵੈ। ਅੱਜ ਅਸੀਂ ਇੱਕੋ ਲਾਈਨ ਹੀ ਪਹਿਲੀ ਡਿਸਕਸ ਕਰਾਂਗੇ, ਬਾਕੀ ਅਸੀਂ ਅਗਲੀ ਬੈਠਕ 'ਚ ਕਰਾਂਗੇ। ਪਹਿਲੀ ਲਾਈਨ ਹੈ ਗੁਰ ਸਤੇ ਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ। ਭਲਕੇ ਲਫ਼ਜ਼ ਨੈਕਸਟ ਡੇ ਲਈ ਨਹੀਂ ਹੈ ਕਿ ਕੱਲ੍ਹ ਨੂੰ ਤੇ ਆਏ। ਭਲਕੇ ਪੁਰਾਣੀ ਬੋਲੀ 'ਚ ਸਵੇਰ ਵੇਲੇ ਨੂੰ ਕਿਹਾ ਹੈ, ਤੜਕੇ ਨੂੰ ਕਿਹਾ ਹੈ, ਝਾਲਾਂਗੇ ਨੂੰ ਕਿਹਾ ਹੈ, ਵੱਡੜੇ ਵੇਲੇ ਨੂੰ ਕਿਹਾ ਹੈ। ਸਵੇਰ ਵੇਲੇ ਨੂੰ ਹਮੇਸ਼ਾ ਹੀ ਸਾਰੀ ਬਾਣੀ 'ਚ ਭਲਕੇ ਇਹੋ ਜਿਹੇ ਲਫ਼ਜ਼ ਆਉਂਦੇ ਨੇ। ਤੜਕੇ, ਸਵੇਰ ਵੇਲਾ, ਵੱਡੜੇ, ਝਾਲ ਝਲੰਬੜੇ, ਲੇਕਿਨ ਅੰਮ੍ਰਿਤ ਵੇਲਾ ਨਹੀਂ ਹੈ ਸਵੇਰ ਦਾ। ਅੰਮ੍ਰਿਤ ਵੇਲਾ ਬਾਣੀ ਦਾ ਬਹੁਤ ਉੱਚਾ ਲਫ਼ਜ਼ ਹੈ, ਜਿਹੜਾ ਕਿ ਜਦੋਂ ਨਾਮ ਜਪ ਜਪ ਕੇ ਅੰਦਰ ਅੰਮ੍ਰਿਤ ਦੀ ਵਰਖਾ ਹੋਣ ਲੱਗ ਪੈਂਦੀ ਹੈ, ਉਹਦੇ ਲਈ ਉਹ ਵੇਲਾ ਹੈ, ਖਾਸ ਟਾਈਮ ਹੈ। ਇਸ ਕਰਕੇ ਸਵੇਰ ਵੇਲੇ ਨੂੰ ਅੰਮ੍ਰਿਤ ਵੇਲਾ ਕਹਿਣਾ ਸਖਤ ਅਗਿਆਨਤਾ ਹੈ। ਕਦੀ ਵੀ ਸਵੇਰ ਦੇ ਵੇਲੇ ਨੂੰ ਅੰਮ੍ਰਿਤ ਵੇਲਾ ਨਹੀਂ ਮਹਾਰਾਜ ਨੇ ਬਾਣੀ 'ਚ ਲਿਖਿਆ,
ਉਹ ਅੰਦਰਲਾ ਹੈ ਜਿੱਥੇ ਅੰਮ੍ਰਿਤ ਵਰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਕਾ ਬੀਜਿਆ ਭਗਤ ਖਟਿਆ ਖਾਏ। ਏਦਾਂ ਅੰਮ੍ਰਿਤ ਵੇਲੇ ਬੋਲਿਆ ਬਬੀਹਾ ਤਾਂ ਦਰੇ ਸੁਣੀ ਪੁਕਾਰ। ਇਹ ਲਾਹੌਸ ਖਾਸ ਸਟੇਜ ਦੀ ਹੈ ਅੰਦਰਲੀ ਦੀ, ਉਹ ਉੱਥੇ। ਬਾਕੀ ਸਾਰੀ ਬਾਣੀ 'ਚ ਸਾਰੇ ਮਹੱਲਿਆਂ ਨੇ ਭਲਕੇ ਸਵੇਰੇ ਇਹੋ ਜਿਹੇ ਸ਼ਬਦ ਵਰਤੇ ਹੈ ਤਾਂ ਕਿ ਡਿਸਟਿੰਕਸ਼ਨ ਹੋ ਸਕੇ। ਤੇ ਸਿੱਖ ਅੱਜ ਕੱਲ੍ਹ ਸਾਰੇ ਸਵੇਰ ਵੇਲੇ ਨੂੰ ਸਾਰੇ ਜੀ ਆਓ ਅੰਮ੍ਰਿਤ ਵੇਲੇ ਉੱਠੀਏ, ਅੰਮ੍ਰਿਤ ਵੇਲੇ, ਇਹ ਬਾਣੀ ਦੇ ਗਲਤ ਲਫ਼ਜ਼ ਟਰੇਡ ਮਾਰਕ ਲਾ ਕੇ ਆਪਣੇ ਤੇ ਲਾਉਣੇ ਨਹੀਂ ਚਾਹੀਦੇ। ਬੜੇ ਉੱਚੇ ਲਫ਼ਜ਼ ਹੈ ਅੰਮ੍ਰਿਤ ਵੇਲਾ, ਇਹਨੂੰ ਕਦੀ ਨਹੀਂ ਅਸੀਂ ਮੰਨ ਸਕਦੇ ਵੀ ਇਹ ਸਵੇਰ ਵੇਲਾ ਲਿਖਿਆ, ਮਹਾਰਾਜ ਨਾਲ ਇਹਦਾ ਲਫ਼ਜ਼ ਲਿਖਿਆ। ਇਸ ਕਰਕੇ ਇੱਥੇ ਭਲਕੇ ਲਿਖਿਆ ਹੈ। ਜਿਹੜਾ ਵੀ ਸਿੱਖ ਦੀਖਿਅਤ ਹੋਵੇ, ਜਿਹਨੂੰ ਗੁਰਮੰਤਰ ਮਿਲ ਗਿਆ ਹੋਏ ਜਪਣ ਲਈ, ਉਹ ਆਪਣੇ ਸਵੇਰ ਵੇਲੇ ਜ਼ਰੂਰ ਉਹਨੂੰ ਜਪੇ। ਉਹ ਜਿਹੜਾ ਸਵੇਰ ਵੇਲੇ, ਕਿਉਂਕਿ ਇਕਾਂਤ ਸਮਾਂ ਹੁੰਦਾ ਹੈ, ਜਦੋਂ ਉਹ ਅਭਿਆਸ 'ਚ ਜੁਟਦਾ ਹੈ ਉਹਦਾ ਧਿਆਉਣਾ ਹੋ ਜਾਂਦਾ ਸਿੱਧਾ। ਜਪਣਾ ਜੀਵਨਾ ਹੈ, ਮਨ ਲੱਗੇ ਨਾ ਲੱਗੇ, ਪਰ ਜਪੀ ਜਾਣਾ ਉਹਨੂੰ ਜਪਣਾ ਕਹਿੰਦੇ ਹੈ। ਤੇ ਜੇ ਮਨ ਲੱਗ ਜਾਏ ਤੇ ਮਨ ਨੂੰ ਜੋੜ ਜੋੜ ਕੇ ਜਪਣ ਨੂੰ ਧਿਆਉਣਾ ਕਿਹਾ ਹੈ। ਕਿਉਂਕਿ ਇਸੇ ਮਹੱਲੇ ਨਾਲ ਕਾਨੜੀ ਦੀ ਵਾਰ 'ਚ ਇਹਦੀ ਡੈਫੀਨੇਸ਼ਨ ਦੇ ਦਿੱਤੀ ਹੈ। ਜਨ ਨਾਨਕ ਨਾਮ ਧਿਆਇਆ, ਗੁਰ ਬਚਨੇ ਜਪਿਓ ਮਨੇ ਕੀਤੇ। ਮਨ ਚਿੱਤ ਨੂੰ ਲਾ ਕੇ ਗੁਰੂ ਦੇ ਬਚਨ ਨੂੰ ਜਪਣ ਨੂੰ ਧਿਆਉਣਾ ਕਿਹਾ ਹੈ। ਜਨ ਨਾਨਕ ਨਾਮ ਧਿਆਇਆ, ਧਿਆਇਆ ਹੈ ਕਿੱਦਾਂ? ਗੁਰ ਬਚਨ ਲੈ ਕੇ ਗੁਰੂ ਕੋਲੋਂ, ਗੁਰ ਬਚਨੇ ਜਪਿਓ ਮਨੇ ਕੀਤੇ। ਮਨ ਚਿੱਤ ਲਾ ਕੇ ਜਦੋਂ ਜਪੀ ਦਾ ਧਿਆਉਣਾ ਹੋ ਜਾਂਦਾ। ਸਵੇਰ ਵੇਲੇ ਮਨ ਟਿਕਾ 'ਚ ਹੁੰਦਾ, ਇਸ ਕਰਕੇ ਪਹਿਲਾ ਲਫ਼ਜ਼ ਉਹਨਾਂ ਨਾਲ ਧਿਆਉਣਾ ਲਿਖਿਆ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲਕੇ ਉੱਠੇ ਹਰੇ ਨਾਮ ਧਿਆਵਾ। ਨਾਮ ਦਾ ਧਿਆਉਣਾ ਉਸ ਵੇਲੇ ਹੋ ਜਾਂਦਾ, ਮਨ ਟਿਕ ਜਾਂਦਾ ਹੈ। ਅਗਲੀ ਲਾਈਨ ਲਾਈ ਆ, ਉਦਮ ਕਰੇ ਭਲਕੇ ਪ੍ਰਭਾਤੀ। ਦੇਖੋ ਇੱਥੇ ਅੰਮ੍ਰਿਤ ਵੇਲਾ ਨਹੀਂ ਲਿਖਿਆ, ਪ੍ਰਭਾਤੀ ਲਿਖਿਆ, ਭਲਕੇ ਫੇਰ ਲਿਖਿਆ। ਉਦਮ ਕਰੇ ਭਲਕੇ ਪ੍ਰਭਾਤੀ। ਇਸ਼ਨਾਨ, ਇਸ਼ਨਾਨ ਨਹਾਉਣਾ ਨਹੀਂ ਹੈ। ਇਸ਼ਨਾਨ ਦੇ ਨੰਨੇ ਨੂੰ ਔਂਕੜ ਹੈ। ਇਸ਼ਨਾਨ ਅੰਦਰਲਾ ਹੈ। ਉੱਠਦੇ ਸਾਰ ਹੀ ਜਦੋਂ ਜਾਗ ਖੁੱਲ ਜਾਏ, ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਵੀ ਵਾਹੋ ਕਰੇਨ। ਉਸੇ ਵੇਲੇ ਗੁਰਮੰਤਰ ਦੇ ਜਪ ਨੂੰ ਜੁੜ ਜਾਏ ਤੇ ਉਸ ਵੇਲੇ ਨਹਾਉਣ ਦਾ ਹੁਕਮ ਸਵੇਰ ਵੇਲੇ ਨਹੀਂ ਹੈ। ਅਸੀਂ ਅੱਗਾਂ ਜਾ ਕੇ ਥਾਂ ਥਾਂ ਸਾਬਤ ਕਰਾਂਗੇ ਵੀ ਸਵੇਰ ਵੇਲੇ ਦਾ ਟਾਈਮ ਇੰਨਾ ਕੀਮਤੀ ਹੁੰਦਾ ਹੈ, ਉਹ ਨਹਾਉਣ ਧੋਣ 'ਚ ਨਹੀਂ ਗਾਉਣਾ ਚਾਹੀਦਾ। ਉਹ ਸਾਰਾ ਹੀ ਨਾਮ ਜਪਣ ਲਈ ਹੈ। ਇਸ ਕਰਕੇ ਉਦਮ ਕਿਹੜਾ ਕਰਨਾ ਹੈ? ਨਹਾਉਣ ਦਾ ਉਦਮ ਨਹੀਂ ਹੈ। ਉਦਮ ਦੇ ਮੰਮੇ ਨੂੰ ਵੀ ਔਂਕੜ ਹੈ। ਇਹ ਉਦਮ ਉਹੋ ਹੀ ਹੈ, ਸਗਲ ਉਦਮ ਮੇ ਉਦਮ ਭਲਾ, ਹਰ ਕਾ ਨਾਮ ਜਪੋ ਜੀਆ ਸਦਾ। ਉਹ ਟਾਈਮ ਇੰਨਾ ਕੀਮਤੀ ਹੁੰਦਾ ਹੈ, ਉਸ ਵੇਲੇ ਨਰੋੜ ਨਾਮ 'ਚ ਜੁਟ ਜਾਣਾ ਚਾਹੀਦਾ ਹੈ। ਉਦਮ ਕਰੇ ਭਲਕੇ ਪ੍ਰਭਾਤੀ। ਇਸ਼ਨਾਨ ਕਿਹੜਾ ਕਰੇ? ਅੰਦਰਲਾ ਇਸ਼ਨਾਨ ਹੈ, ਸੱਚਾ ਇਸ਼ਨਾਨ ਹੈ। ਔਰ ਫਿਰ ਔਂਕੜ ਦਾ ਮਤਲਬ ਹੈ ਸ਼ਬਦ ਦਾ ਇਸ਼ਨਾਨ ਹੈ। ਸ਼ਬਦ ਹੀ ਸਾਡਾ ਇਸ਼ਨਾਨ ਹੈ। ਗਿਆਨ ਅੰਜਨੇ ਮੇਰਾ ਮਨ ਇਸ਼ਨਾਨੇ। ਇਸ ਕਰਕੇ ਜਿਹੜਾ ਇਸ਼ਨਾਨ ਹਮੇਸ਼ਾ ਹੀ ਅੰਦਰਲਾ ਹੋਏਗਾ, ਜਿੱਥੇ ਨੰਨੇ ਨੂੰ ਔਂਕੜ ਹੋਏਗਾ। ਬਾਹਮਣ ਵਾਲਾ ਬਾਹਰਲਾ ਇਸ਼ਨਾਨ ਨਹੀਂ ਹੈ ਸਾਰੀ ਬਾਣੀ 'ਚ। ਇਸ ਕਰਕੇ ਲਫ਼ਜ਼ ਬਾਹਮਣ ਵਾਲਾ ਦਿੱਤਾ ਹੋਊਗਾ, ਪਰ ਔਂਕੜ ਦੇ ਕੇ ਦੱਸਿਆ ਹੋਊ ਵੀ ਇਹ ਲਹਿਦਾ ਚੀਜ਼ ਹੈ। ਸਾਡਾ ਇਸ਼ਨਾਨ ਅੰਦਰਲਾ ਹੈ। ਅਸੀਂ ਅੰਤਰਗਤ ਤੀਰਥ ਮਲ ਨਹਾਵੈ ਜਪ। ਅੰਤਰਗਤ ਤੀਰਥ ਮਲ ਨਹਾਵੈ, ਅੰਦਰ ਨਹਾਉਣਾ ਹੈ। ਮਨ ਮੰਦਰ ਤਨ ਵੇਸ ਕਲੰਦਰ, ਘਾਟ ਹੀ ਤੀਰਥ ਨਹਾਵਾਂ। ਘਾਟ ਦੇ ਅੰਦਰ ਨਹਾਉਣਾ ਹੈ। ਕੀ ਮਜਾਲ ਹੈ ਜੇ ਮਹੱਲਾ ਪਹਿਲਾ ਇਹ ਲਫ਼ਜ਼ ਲਿਖ ਗਿਆ, ਮਨ ਮੰਦਰ ਤਨ ਵੇਸ ਕਲੰਦਰ, ਘਾਟ ਹੀ ਤੀਰਥੇ ਨਹਾਵਾਂ। ਏਕ ਸ਼ਬਦ ਮੇਰੇ ਪ੍ਰਾਨੇ ਬਸਤ ਹੈ, ਬਹੁੜ ਜਨਮ ਨਹਾਵਾਂ। ਮਹੱਲਾ ਪਹਿਲਾ ਤੇ ਲਿਖਿਆ ਹੋਇਆ ਵੀ ਅਸੀਂ ਘਾਟ ਦੇ ਅੰਦਰ ਨਹਾਉਣਾ ਹੈ। ਕੀ ਮਜਾਲ ਹੈ ਮਹੱਲਾ ਚੌਥਾ ਇੱਥੇ ਕਹਿ ਜਾ ਵੀ ਬਾਹਰ ਇਸ਼ਨਾਨ ਕਰਨਾ ਹੈ ਤੁਸੀਂ ਸਵੇਰੇ ਉੱਠ ਕੇ। ਇਸ ਕਰਕੇ ਬਾਬੇ ਨਾਨਕ ਜੋ ਲਿਖ ਗਿਆ ਮਹੱਲਾ ਪਹਿਲਾ, ਬਾਕੀ ਗੁਰੂਆਂ ਨਾਲ
ਉਹਦਾ ਮਤਲਬ ਹੀ ਗਾਂ ਐਕਸਪਲੇਨ ਕੀਤਾ ਹੈ। ਘਾਟ ਦੇ ਅੰਦਰ ਨਹਾਉਣਾ ਹੈ, ਬਾਹਰ ਨਹਾਵੋ ਕਾਹੀਂ ਦਿਓ ਮਹੱਲਾ ਪਹਿਲਾ। ਇਸ ਕਰਕੇ ਜੋ ਗੁਰੂ ਨਾਨਕ ਲਿਖ ਗਿਆ ਸਾਰਾ ਬਾਣੀ ਉਸੇ ਤਰ੍ਹਾਂ ਹੀ ਚੱਲੇਗੀ। ਇਸ ਕਰਕੇ ਕਦੀ ਇਹਦਾ ਭੁਲੇਖਾ ਨਹੀਂ ਖਾ ਕੇ ਸਵੇਰੇ ਨਹਾਉਣਾ ਚਾਹੀਦਾ। ਤੇ ਮਹਾਰਾਜ ਦਾ ਹੁਕਮ ਆ ਉਸ ਵੇਲੇ ਜੁਟ ਜਾਓ ਨਾਮ ਨੂੰ, ਬੜਾ ਕੀਮਤੀ ਟਾਈਮ ਹੈ। ਇਸ ਕਰਕੇ ਪਹਿਲੀਆਂ 2 ਲਾਈਨਾਂ ਔਰ ਅੰਮ੍ਰਿਤ ਸਾਰੇ ਨਹਾਉਣਾ ਹੈ। ਅੰਮ੍ਰਿਤ ਸਰ ਲਫ਼ਜ਼ ਨਹੀਂ ਹੈ, ਅੰਮ੍ਰਿਤ ਸਰ ਹੁੰਦਾ ਤੇ ਅਸੀਂ ਮੰਨ ਲੈਂਦੇ। ਅੰਮ੍ਰਿਤ ਸਰੇ ਰਾਰੇ ਨੂੰ ਸਿਹਾਰੀ ਹੈ, ਸਿਹਾਰੀ ਦਾ ਮਤਲਬ ਸਦਾ ਹੀ। ਸਿਹਾਰੀ ਦਾ ਜਿੱਥੇ ਆ ਜਾਏ ਅਖੀਰਲੇ ਲਫ਼ਜ਼ ਨਾਲ ਉਹਦਾ ਮਤਲਬ ਸਰੇ ਦਾ ਮਤਲਬ ਹੈ ਅੰਮ੍ਰਿਤ ਸਰੇ। ਸਦਾ ਹੀ ਤੂੰ ਅੰਦਰ ਲਿਆਏ ਸ਼ਬਦ ਤੇ ਇਸ਼ਨਾਨ ਕਰਨਾ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠੇ। ਇੱਥੇ ਫੇਰ ਸਿਹਾਰੀ ਹੈ ਠੱਠੇ ਨੂੰ, ਉਠੇ ਕਿ ਸਦਾ ਹੀ ਉਠੇ। ਔਰ ਇਹ ਵੀ ਉੱਠਣਾ ਅੰਦਰਲੇ ਮਨ ਦਾ ਉਠਾਉਣਾ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠੇ। ਹਰੇ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ। ਇਸ਼ਨਾਨ ਕਰੇ ਅੰਮ੍ਰਿਤ ਸਰੇ ਨਹਾਵੈ। ਔਰ ਨਹਾਉਣਾ ਕਿੱਦਾਂ ਅੱਗੇਗਾਂ ਦਿੱਤਾ ਹੈ, ਉਪਦੇਸੇ ਗੁਰੂ। ਜਿਹੜਾ ਗੁਰੂ ਸ਼ਬਦ ਹੈ ਚੁਅੱਖਰੇ ਗੁਰਮੰਤਰ ਦਾ ਸਾਡਾ ਅੱਧਾ ਹਿੱਸਾ ਹੈ। ਉਹ ਜਿਹੜਾ ਤੈਨੂੰ ਉਪਦੇਸ਼ ਗੁਰਮੰਤਰ ਮਿਲਿਆ ਹੈ ਉਹਦੇ 'ਚ ਨਹਾਉਣਾ ਹੈ। ਉਪਦੇਸੇ ਗੁਰੂ। ਫਿਰ ਨਹਾਉਣਾ ਵੀ ਕਿੱਦਾਂ ਹੈ, ਜਪ ਜਪ ਕੇ। ਉਪਦੇਸੇ ਗੁਰੂ ਹਰੇ ਹਰੇ ਜਪ ਜਪ ਹੈ। ਜਪਣ ਨਾਲ ਤੇਰਾ ਕੀ ਹੋਏਗਾ, ਤੇਰੇ ਪਾਪ ਲੱਥਣੇ ਸ਼ੁਰੂ ਹੋ ਜਾਣਗੇ। ਉਹ ਨਹਾਉਣ ਨਾਲ ਨਹੀਂ ਲੱਥਣੇ ਸਵੇਰੇ, ਅੰਮ੍ਰਿਤਸਰ ਦੇ ਸਰੋਵਰ 'ਚ ਡੁੱਬਣ ਨਾਲ ਨਹੀਂ ਲੱਥਣੇ। ਇਹ ਤੇਰੇ ਸਰੋਵਰ ਜਿਹੜਾ ਉਪਦੇਸੇ ਗੁਰੂ ਹਰੇ ਹਰੇ ਜਪ ਜਪ ਹੈ, ਉਹ ਜਪੇਗਾ ਨਾ ਉਹਦੇ ਨਾਲ ਤੇਰੇ ਪਹਿਲਾਂ ਪਾਪ ਲੱਥਣਗੇ। ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਡੀਜੈ ਰੇ ਮਹੱਲਾ ਪਹਿਲਾ। ਇਸ ਕਰਕੇ ਸਾਡੇ ਕੋਲ ਜਿਹੜਾ ਗੁਰਮੰਤਰ ਹੈ ਉਹਦੇ ਨਾਲ ਹੀ ਪਾਪ ਲੱਥਣੇ ਆ। ਬਾਹਰ ਪਾਣੀ ਨਾ ਧੋਤਿਆਂ ਪਾਪ ਨਹੀਂ ਲੱਥਣੇ। ਇਹ ਬਾਹਮਣਵਾਦ ਹੈ। ਇਸ ਕਰਕੇ ਅਗਲੀ ਲਾਈਨ ਹੈ ਵੀ ਕਾਹਦੇ 'ਚ ਨਹਾਉਣਾ ਹੈ, ਉਪਦੇਸੇ ਗੁਰੂ। ਜਿਹੜਾ ਉਪਦੇਸ਼ 'ਚ ਤੈਨੂੰ ਗੁਰਮੰਤਰ ਮਿਲਿਆ ਹੈ ਉਹਦੇ ਨਾਲ ਜਪ ਕਰ ਕਰਕੇ ਨਹਾਉਣਾ ਹੈ। ਉਪਦੇਸੇ ਗੁਰੂ ਹਰੇ ਹਰੇ 2 ਵਾਰੀ ਆ ਗਿਆ ਪਰਮੇਸ਼ਰ ਦਾ ਨਾਮ ਜਿਹੜਾ ਜਪਣ ਵਾਲਾ ਲਿਖਾਇਕ ਹੈ। ਮਹਾਰਾਜ ਨੇ ਜਪ ਫੇਰ ਲਾਤਾ ਵੀ ਭੁਲੇਖਾ ਨਾ ਪੈ ਜੇ। ਨਾਮ ਨੂੰ ਗੁਰਮੰਤਰ ਨੂੰ ਜਪ ਜਪ ਕੇ ਪਾਪ ਲਾਉਣੇ ਹੈ। ਉਪਦੇਸੇ ਗੁਰੂ ਹਰੇ ਹਰੇ ਜਪ ਜਪ ਹੈ। ਸਭ ਕੇਲ ਵਿਖ ਪਾਪ ਦੋਖ ਲਹਿ ਜਾਵੈ। ਇੱਕ ਪਾਪ ਹੁੰਦੇ, ਇੱਕ ਕਿਲਵਿਖ ਹੁੰਦੇ ਹੈ। ਕਿਲਵਿਖ ਹੋਰੇ ਬਹੁਤੇ ਹੀ ਭੈੜੇ ਹੈ। ਜਨਮਾਂ ਜਨਮਾਂ ਦੇ ਬੱਜਰ ਪਾਪ ਤੇਰੇ ਉਤਰ ਜਾਣਗੇ। ਸਭ ਕਿਲਵਿਖ ਪਾਪ ਦੋਖ ਲਹਿ ਜਾਵੈ। ਇਸ ਕਰਕੇ ਉਪਦੇਸ਼ ਗੁਰੂ ਕੋਲੋਂ ਲੈ ਲੈਣਾ ਚਾਹੀਦਾ। ਗੁਰਮੰਤਰ ਲੈ ਕੇ ਜਪਣ ਨੂੰ ਹੀ ਸਿੱਖ ਕਿਹਾ ਹੈ, ਤਦੇ ਦਾ ਨਾਂ ਆਇਆ ਹੈ ਸਿੱਖ। ਇਸ ਕਰਕੇ ਪਹਿਲੀਆਂ ਇਹ 2-3 ਲਾਈਨਾਂ ਆਪਾਂ ਫੇਰ ਦੁਹਰਾਵਾਂਗੇ। ਪਹਿਲਾਂ ਇਹਨਾਂ ਨੂੰ ਥੋੜ੍ਹਾ ਜਿਹਾ ਦੇ 'ਚ ਵਸਾ ਕੇ ਜਿਹੜੇ ਮੋਟੇ ਮੋਟੇ ਭਰਮ ਪਏ ਆ ਉਹ ਕੱਢ ਲਈਏ ਵੀ ਅੰਮ੍ਰਿਤਸਰ ਅੰਦਰਲਾ ਹੈ, ਸਰੋਵਰ ਅੰਦਰਲਾ ਹੈ, ਨਹਾਉਣਾ ਅੰਦਰ ਹੈ, ਉੱਠਣਾ ਮਨ ਦਾ ਹੈ। ਔਰ ਬਾਕੀ ਸਿੱਖ ਲਈਏ ਸ਼ਬਦ ਹੈ ਗੁਰਮੰਤਰ ਜਿਨ੍ਹਾਂ ਨੇ ਲੈ ਲਿਆ ਹੈ। ਸਾਰੀ ਸੰਗਤ ਲਈ ਸ਼ਬਦ ਨਹੀਂ ਹੈ ਤੇ ਇਸ ਕਰਕੇ ਸ਼ਬਦ ਇੱਥੋਂ ਸ਼ੁਰੂ ਹੁੰਦਾ। ਗੋਰ ਸੱਤੇ ਗੋਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠੇ। ਹਰੇ ਨਾਮ ਤੇ ਆਵੈ ਉਦਮ ਕਰੇ ਭਲ ਕੇ ਪ੍ਰਭਾਤੀ। ਇਸਨਾਨ ਕਰੇ ਅੰਮ੍ਰਿਤ ਸਰੇ ਨਹਾਵੈ ਉਪਦੇਸੇ ਗੁਰੂ। ਹਰੇ ਹਰੇ ਜਪ ਜਾਪੈ ਸਭੇ ਕੇਲ ਵਿਖ ਪਾਪ ਦੋਖ ਲਹਿ ਜਾਵੈ ਉਪਦੇਸੇ ਗੁਰੂ। ਗੁਰੂ ਨੇ ਜਿੱਦਾਂ ਉਪਦੇਸ਼ ਦਿੱਤਾ ਹੈ, ਨਾਮ ਦਰੜਾਇਆ ਹੈ, ਉੱਦਾਂ ਜਪਣਾ ਹੈ। ਬਾਬੇ ਨਾਨਕ ਨੇ ਹੀ ਆਪਣੇ ਸ਼ਲੋਕ 'ਚ ਲਿਖ ਦਿੱਤਾ ਹੈ ਵੀ ਇੱਕ ਸ਼ਬਦ ਨੂੰ ਆਖੀ ਜਾਏ ਇਨਹੇਲ ਤੇ ਐਕਸਹੇਲ ਨਾਲ। ਇਹਨੂੰ ਅਰਧ ਉਰਧ ਕਿਹਾ ਹੈ। ਜਿਹੜਾ ਸਵਾਸ ਅੰਦਰ ਨੂੰ ਤੇ ਬਾਹਰ ਨੂੰ ਜਾਵੇ ਉਹਦੇ ਨਾਲ ਗੁਰਮੰਤਰ ਦੀ ਤਾਲ ਜੋੜ ਲਵੇ ਜਪਣ ਦੀ।
ਇਹ ਹੈ ਬਾਬੇ ਨਾਨਕ ਦਾ ਰਾਸਤਾ ਤੋਰਿਆ। ਤੇ ਉਹ ਸ਼ਲੋਕ ਆਪਣੇ ਚ ਕਹਿੰਦੇ ਆ ਜਪਣਾ ਕਿੱਦਾਂ, ਇੱਕੇ ਆਖ ਆਖੈ ਸ਼ਬਦ ਭਾਖੈ, ਆਰਦ ਔਰਦ ਦਿਨ ਰਾਤੇ। ਵਾਹਿਗੁਰੂ 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 ਵਾਹਿਗੁਰੂ। ਜਪੋ ਤਾਂ ਏਕੋ ਨਾਮਾ, ਆਵਰੇ ਮੇਰਾ ਫਲ ਕਾਮਾ। ਰਹਾਉ ਪਿਛਲੀ ਬੈਠਕ 'ਚ ਅਸੀਂ ਪਹਿਲੀਆਂ ਲਾਈਨਾਂ ਲਈਆਂ ਸੀ ਇਸ ਸ਼ਬਦ ਦੀਆਂ। ਹਰ ਸ਼ਬਦ ਦੀ ਐਸੀ ਬੰਦਸ਼ ਹੈ, ਜੇ ਇੱਕ ਥੰਮ ਰੂਲ ਸਮਝ ਲਈਏ ਸਾਰੇ ਸ਼ਬਦਾਂ ਦੀ ਬਣਤਰ ਸਮਝ ਆ ਜਾਏਗੀ। ਇਸ ਸ਼ਬਦ 'ਚ ਰਹਾਉ ਦੀ ਤੁਕ ਪਹਿਲੀਆਂ ਦੋਵਾਂ, ਪਹਿਲਾ ਜਿਹੜਾ ਸਟੈਂਜ਼ਾ ਹੈ, ਪਹਿਲਾ ਬੰਦ ਹੈ, ਉਹਦੇ ਬਾਅਦ ਰਹਾਉ ਦੀ ਤੁਕ ਹੈ। ਰਹਾਉ ਤੋਂ ਪਹਿਲੀਆਂ ਹਮੇਸ਼ਾ ਜਿਹੜੀਆਂ ਤੁਕਾਂ ਹੋਣ, 2 ਹੋਣ, 3 ਹੋਣ, 4 ਹੋਣ, ਉਹ ਰਹਾਉ ਹੁੰਦਾ ਹੈ ਸਾਰੇ ਸ਼ਬਦ ਦਾ। ਉੱਥੋਂ ਬਾਅਦ ਰਹਾਉ ਲਿਖਿਆ ਹੋਊਗਾ। ਰਹਾਉ ਦਾ ਮਤਲਬ ਬੜਾ ਸਾਫ਼ ਹੈ। ਮਹੱਲੇ ਪਹਿਲੇ ਨਾਲ ਰਹਾਉ ਦਾ ਮਤਲਬ ਸਮਝਾਇਆ ਆਪਣੇ ਸ਼ਬਦ। ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਭੀਤਰੇ 100 ਤੋਲੀ, ਇਨ ਬਿਦ ਚਿੱਤ ਰਹਾਵਾਂ। ਇਨ ਬਿਦ ਚਿੱਤ ਰਹਾਵਾਂ, ਜਿਹੜਾ ਚਿੱਤ ਨੂੰ ਖੜਾ ਕਰਨਾ ਹੈ ਉਹੀ ਰਹਾਉ ਦਾ ਮਤਲਬ। ਇਹ ਅਸੀਂ ਤਾਂ ਖੋਜ ਕਰ ਰਹੇ ਹਾਂ ਸਾਰੀ ਵੀ ਮਹਾਰਾਜ ਨੇ ਰਹਾਉ ਦਾ ਸ਼ਬਦ ਕਿੱਥੋਂ ਲਿਆਂਦਾ ਹੈ। ਰਹਾਉ ਮੈਨੇ ਖੜਾ ਕਰਨਾ ਕਿਸੇ ਚੀਜ਼ ਨੂੰ। ਸਾਡਾ ਚਿੱਤ ਨਹੀਂ ਖੜਾ ਹੁੰਦਾ। ਜਿੱਦਾਂ ਤਲੀ ਤੇ ਪਾਰਾ ਰੱਖ ਦਈਏ, ਉਹ ਥਰਕਦਾ ਰਹਿੰਦਾ ਹੈ। ਸਾਡਾ ਮਨ ਕਦੀ ਟਿਕਾ 'ਚ ਨਹੀਂ ਆਉਂਦਾ। ਕਿਉਂ ਨਹੀਂ ਟਿਕਾ 'ਚ ਆਉਂਦਾ? ਕਿਉਂਕਿ ਅਸੀਂ ਹਾਲੇ ਤਰੀਕਾ ਨਹੀਂ ਸਿੱਖਿਆ ਗੁਰੂ ਨਾਨਕ ਦਾ ਇਹਨੂੰ ਟਿਕਾਉਣ ਦਾ। ਜਿੱਦਾਂ ਘੜੀ ਦਾ ਪੈਂਡੂਲਮ ਸਦਾ ਹੀ ਚੱਲਦਾ ਰਹਿੰਦਾ ਹੈ, ਵਾਈਬ੍ਰੇਟ ਕਰਦਾ ਰਹਿੰਦਾ ਹੈ, ਇਹਨੂੰ ਅੰਦਰੋਂ ਮਨ ਨੂੰ ਖੜਾ ਕਰਨਾ ਹੀ ਸਾਰੀ ਖੇਡ ਹੈ। ਪਹਿਲੀ ਤੁਕ 'ਚ ਜਿਹੜੀਆਂ ਬੈਸੇ ਹੈ ਲਫ਼ਜ਼, ਮਨ ਨੂੰ ਬਿਠਾਲਣਾ, ਬੈਸਣਾ, ਇਹਨੂੰ ਥਿਰ ਕਰਨਾ ਵੀ ਬਾਣੀ 'ਚ ਕਿਹਾ ਹੈ। ਥਿਰ ਘਰੇ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਹਰਜਨ ਪਿਆਰੇ ਜਿਹੜੇ ਤੂੰ ਰੱਬ ਨੂੰ ਮਿਲਣ ਲੱਗਾ ਹੈ, ਪਹਿਲਾਂ ਆਪਣੇ ਮਨ ਨੂੰ ਥਿਰ ਕਰ ਲੈ। ਥਿਰ ਪਰ ਇਸੇ ਜਿਸਮ ਦੇ ਅੰਦਰ ਹੀ ਉਹਨੇ ਠਹਿਰ ਜਾਣਾ। ਫਿਰ ਘਰੇ ਬੈਸੋ, ਉੱਥੇ ਵੀ ਲਫ਼ਜ਼ ਬੈਸੋ ਹੈ। ਭਾਂਡਾ ਧੋਏ ਬੈਸੇ, ਧੂਪ ਦੇਵੋ ਤਉ ਦੂਧੇ ਕੋ ਜਾਵੋ। ਜਿੰਨੀ ਚੱਕਰ ਅੰਦਰ ਮਨ ਨਾਲ ਥਿਰ ਨਹੀਂ ਹੋਣਾ, ਸਾਡਾ ਅੰਦਰ ਕੁਚੀਲ ਹੈ, ਗੰਦਾ ਹੈ। ਕਿਉਂਕਿ ਵਿਚਾਰਾਂ ਨਾਲ ਇਹ ਮਨ ਗੰਦਾ ਹੁੰਦਾ ਹੈ। ਉਹ ਇਨਸਾਨ, ਕਿਉਂਕਿ ਕੋਈ ਐਸੀ ਨਿਰਮਲ ਚੀਜ਼ ਚਾਹੀਦੀ ਹੈ ਜਿਹਦੇ ਨਾਲ ਕਿ ਅੰਦਰ ਮਨ ਸਾਫ਼ ਹੋ ਸਕੇ। ਇਹ ਹੁਣ ਅਸੀਂ ਇੱਕੋ ਤੁਕ ਤੇ ਗਾਂਹ ਆਉਣਾ ਹੈ ਵੀ ਸਾਡਾ ਮਨ ਖੜਾ ਕਿੱਦਾਂ ਹੋਏ। ਇਹ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਲਹਿਰਾਂ ਉੱਠਦੀਆਂ ਹਨ। ਜਿਸ ਵੇਲੇ ਬੰਦਾ ਕਾਮ 'ਚ ਹੁੰਦਾ ਹੈ, ਹੀਟ 'ਚ ਹੁੰਦਾ ਹੈ,
उस वेले जे कहो भी असी जी नाम जपीए, वो कहना गोली मारो नाम नूं, क्योंकि ਉਹਦਾ ਮਨ नहीं मनदा हुंदा अंदर, गुस्से 'ਚ होवे। गुस्सा इस तरह है भी महाराज ने कहा, उन आस दुआस न पिटियो जिस अंतर क्रोध चंडाल। चंडाल ਉਹਨੂੰ ਕਹਿੰਦੇ ਹੈ ਜਿਹੜਾ ਮੁਰਦੇ ਸਾੜਦਾ ਹੈ ਸ਼ਮਸ਼ਾਨ 'ਚ। ਉਹ ਜਿਹੜਾ ਚੂੜਾ ਉੱਥੇ ਹੁੰਦਾ ਮੁਰਦੇ ਸਾੜਨ ਵਾਲਾ, ਉਹਨੂੰ ਚੰਡਾਲ ਕਿਹਾ। ਮਹਾਰਾਜ ਨਾ ਮਹੱਲੇ ਚੌਥੇ ਨਾ क्रोध ਨੂੰ ਚੰਡਾਲ ਕਿਹਾ ਹੈ। ਕਹਿੰਦੇ ਜਿਹਦੇ ਅੰਦਰ क्रोध ਆਇਆ ਹੋਵੇ ਨਾ, ਉਹਦੇ ਅੰਦਰ ਚੰਡਾਲ ਵਰਤ ਰਿਹਾ ਹੁੰਦਾ, ਤੇ ਉਹਦੇ ਆਲੇ ਦੁਆਲੋਂ ਹਟ ਜਾਓ, ਨਹੀਂ ਤੇ ਤੁਸੀਂ ਵੀ ਪਿੱਟੇ ਜਾਓਗੇ, ਮਤਲਬ ਤੁਹਾਡੇ 'ਚ ਵੀ क्रोध ਆ ਜਾਊਗਾ। ਇਹ ਬਾਣੀ ਦੀਆਂ ਐਸੀਆਂ ਸੱਚਾਈਆਂ ਹਨ ਜਿਹੜੀਆਂ ਕਿ ਅਗਰ ਅਸੀਂ ਸਮਝ ਜਾਈਏ ਬਾਣੀ ਨੂੰ, ਅਸੀਂ ਘਰ ਬੈਠ ਕੇ ਹੀ ਸ਼ਬਦਾਂ ਦੀ ਲੋਅ ਨਾਲ, ਇਸ ਗਿਆਨ ਨਾਲ ਅਸੀਂ ਮਨ ਬੈਠੇ ਹੀ ਸਾਧੂ ਘਰ ਬਣ ਸਕਦੇ ਹਾਂ, ਔਰ ਆਪਣਾ ਮਨ ਦਾ ਇਹਨੂੰ ਟ੍ਰੇਨਡ ਕਰ ਸਕਦੇ ਹਾਂ। ਮਹਾਰਾਜ ਨੇ ਕਿਹਾ क्रोध ਤੂੰ, ਜਿਹੜਾ ਬੰਦਾ क्रोध 'ਚ ਆਵੇ ਨਾ, ਉਹਦੇ ਤੋਂ ਦੂਰ ਹੋ ਜਾ। उन आस दुआस न पिटिए जिन अंतर क्रोध चंडाल। क्रोध नालों भी वड्डा तकड़ा पहला दुश्मन साडा जिन्हों असीं मारना है, वह है सैक्स, वह है काम। काम दियां लहरां, क्रोध दियां लहरां, ये दो हर शरीर च बहुत उठदियां है, और जिन्ने भयानक लगदे है, महाराज दे शब्द की अभ्यास कमाई नाल सब तो पहला दोनों मरने भी होई। जिहड़े बादले दुश्मन साडे लोभ मोह हंकार, वो बड़े सूक्ष्म फड़े नहीं जाने हली। पहला काम में क्रोधे नगर बहु भरिया, मिल साधु खंडल खंडा है। जे तू इन्हां दे टोटे टोटे करने हैं, ते पूर्व लिखत लिखे गुर पाया, मने हर लेव मंडल मंडा है। ਇਹ ਐਸੇ ਅਸੀਂ ਉਪਾਅ ਲੱਭਣੇ ਹੈ ਬਾਣੀ ਚੋਂ। ਪਹਿਲਾਂ ਤੇ ਸਭ ਤੋਂ ਵੱਡਾ ਸਾਡਾ ਦੁਸ਼ਮਣ ਸਾਰੀ ਉਮਰ ਕੀ ਬੁਢਾਪੇ ਤੱਕ ਨਹੀਂ ਛੱਡਦਾ ਸਾਨੂੰ, ਇਹ ਦੋਨੋਂ ਚੀਜ਼ਾਂ, ਕਾਮ ਤੇ ਕ੍ਰੋਧ। ਜੇ ਕਿਸੇ ਨੂੰ ਉਸ ਤਰ੍ਹਾਂ ਕਾਮ ਨਹੀਂ ਉਪਜਦਾ, ਬੜੇ ਬੜੇ ਅਖੀਰਲੀ ਉਮਰ ਤੱਕ ਬੜੇ ਬੜੇ ਜਿਹੜੇ ਸਾਧ ਵੀ ਬਣੀ ਫਿਰਦੇ ਹੈ, ਉਹਨਾਂ ਨੂੰ ਰੂਪ ਦੀ ਖਿੱਚ ਰਹਿੰਦੀ ਹੈ। क्योंकि महाराज ने कहा भी रूपे कामे दोस्ती, भुखे सादे गंढ। वो जिहड़े बड़े बड़े भी संत बने फिरदे है ना, वो रूप तो नहीं छुट सकते, उन्हां दे अंदर रूप की खिच है। महाराज कहंदा ये रूप ते काम दी ऐदां दोस्ती है जिद्दां भुख ते स्वाद दी हुंदी। किसी ना जे स्वाद भुख दा रोटी दा लैना होए ते भुखा हो जाए। बाबे नानक दी थ्योरी है, रूपे कामे दोस्ती, भुखे स्वादे गंढ। इस करके जिहड़ा काम है ते क्रोध है, महाराज बाबा नानक ही लिखदा, काम क्रोध काया को गल है, ज्यों सुहागा कंचन टल। जिहड़ा सोना ना पिघलदा होए, सुनियार ਉਹਦੇ ਚ थोड़ा जिहा सुहागा पा दिंदा, ਉਹ पिघल। कहंदा तू इन्हां दुश्मनां नूं समझ, ਇਹ ਜਿਹੜੇ ਪਹਿਲੇ ਵੱਡੇ ਦੁਸ਼ਮਣ ਆ ਤੇਰੀ, ਇਹਦੇ ਨਾਲ ਕਾਇਆ ਗਲਦੀ ਜਾ ਰਹੀ, ਤੂੰ ਨਾਮ ਕੀ ਜਪਣਾ। इसे करके कई कहते जी नाम जप नहीं हुंदा, किदां जपीए भाई। जिहड़े बाबा कह रहा भी मन नूं खड़ा करना, इहदे आले दुआले जिहड़े 5 दुश्मन लगे है, काम दे अगेंस्ट तू जत खड़ा कर, क्रोध दे अगेंस्ट जो बाबा कहंदा क्षमा कर दे, अपना क्रोध घटा, लोभ दे अगेंस्ट तू संतोख पैदा कर, मोह दे अगेंस्ट वैराग पैदा कर, हंकार दे अगेंस्ट गरीबी धार, तां ये पंजां ना मरना। क्योंकि 5 अस्थूल रूप च नहीं ने, वो अंदर सूक्ष्म रूप च है, ते सूक्ष्म चीज नाल ही मरने है। जिहड़ा मन साडा मैला है, इन्हें भी मन सूक्ष्म है, इन्हें भी किसी सूक्ष्म चीज ना साफ होना है। मन मैला इन्हां सूक्ष्म चीज़ां ना हुंदा। सब तो ज्यादा मन नूं साफ करने वाली चीज गुरु दा शब्द है। वो क्यों? महाराज कहते हर का नाम सदा निर्मलिया। नाम वर्गी निर्मल चीज कोई नहीं है, ये वर्गी मॉडर्न चीज कोई नहीं है। सच पुराना ना थिए, नाम ना मैला हो। कई कहते जी नाम ये पुरानी फिलोसफी है सारी, कोई हम तो मॉडर्न जमाना है,
ਮਹਾਰਾਜ ਬਾਬਾ ਨਾਨਕ ਕਹਿੰਦਾ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਜੇ ਸੱਚ ਪੁਰਾਣਾ ਹੋ ਜਾਏ ਤੇ ਉਹ ਸੱਚ ਨਹੀਂ ਹੈ। ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ, ਇਹ ਸਦਾ ਹੀ ਨਿਰਮਲ ਹੈ। ਇਸ ਕਰਕੇ ਜਿਹੜਾ ਐਡਾ ਨਿਰਮਲ ਨਾਮ ਹੈ ਉਹਨੇ ਤੁਹਾਡਾ ਮਨ ਅੰਦਰ ਸਾਫ਼ ਕਰਨਾ, ਤੇ ਉਸ ਨਾਮ ਨੇ ਜਪਣ ਨਾਲ ਹੀ ਸਾਰੀ ਚੀਜ਼ ਹੋਣੀ। ਜਿਉਂ ਜਿਉਂ ਉਹ ਨਿਰਮਲ ਨਾਮ ਜਪਾਂਗੇ, ਅੰਦਰ ਉਹਨੇ ਰੇਗਮਾਲ ਮਾਰ ਮਾਰ ਕੇ ਤੁਹਾਡਾ ਮਨ ਐਸਾ ਸਾਫ਼ ਕਰ ਦੇਣਾ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਜੇ ਕੋਈ ਮਨ ਨੂੰ ਧੋਣ ਦੀ ਚੀਜ਼ ਹੈ ਤੇ ਉਹ ਤਨ ਧੋਤੇ ਮਨ ਹੱਛਾ ਨਾ ਹੋਏ ਸੀ। ਮਨ ਸ਼ਬਦ ਲਾਗੋ, ਮਨ ਧੋਵੋ ਸ਼ਬਦੇ ਲਾਗੋ। ਜੇ ਤੁਸੀਂ ਮਨ ਨੂੰ ਧੋਣਾ ਤੇ ਸ਼ਬਦ ਦਾ ਜਪ ਕਰੋ। ਇਸੇ ਕਰਕੇ ਸਾਰੀ ਥੀਸਿਸ ਹੈ ਸ਼ਬਦ ਦੀ, ਸਾਰੀ ਜਿਹੜੀ ਖੇਡ ਆ ਉਹ ਦੋਹਾਂ ਲਾਈਨਾਂ ਦੇ ਦੁਆਲੇ ਤਾਂ ਭੌ ਰਹੀ ਹੈ ਵੀ ਤੇਰਾ ਨਾਮ ਜਪਣਾ ਤਾਂ ਜ਼ਰੂਰੀ ਹੈ। ਰੱਬ ਨੇ ਕਿਤੇ ਆਪ ਬਣਾਇਆ, ਇੱਥੋਂ ਵੀ ਵੱਧ ਇੱਕ ਚੀਜ਼ ਉਹਨੇ ਬਣਾਈ, ਰਚਨਾ ਕੀਤੀ ਹੈ, ਉਹ ਹੈ ਨਾਮ ਦੀ। ਬਾਕੀ ਦੁਨੀਆ ਬਾਅਦ ਚ ਬਣੀ ਹੈ, ਕੁਦਰਤ ਬਾਅਦ ਚ ਬਣੀ ਹੈ। ਆਪ ਹੀ ਨੇ ਆਪ ਸਾਜਿਓ। ਕਈ ਚੱਕਰ ਤੇ ਧੰਦੂ, ਕਈ ਤੇ ਮਹਾਰਾਜ ਉਹ ਕਈ ਯੁੱਗ ਤੇ ਮਹਾਰਾਜ ਕੀ 36 ਯੁੱਗ ਤੇ ਧੰਦੂ ਘਰ ਆਏ ਰਿਹਾ। ਅਕਾਲ ਪੁਰਖ ਨੂੰ ਪ੍ਰਗਟ ਹੋਣ ਦੀ ਲੋੜ ਹੀ ਨਹੀਂ ਪਈ। ਬਾਣੀ ਪੜੋ, ਕਹਿੰਦੇ ਜਦੋਂ ਉਹਦੀ ਮੌਜ ਆਈ ਬਾਬੇ ਨਾਨਕ ਦੀ ਖੀਰਲੀ ਬਾਣੀ ਚ ਮਹਾਰਾਜ ਭੇਦ ਖੋਲਦੇ ਨੇ ਗੁਰੂ ਨਾਨਕ। ਕਹਿੰਦਾ ਜਦੋਂ ਉਹਦੀ ਮੌਜ ਆਈ ਫਿਰ ਉਹਨੇ ਜਗਤ ਬਣਾਉਣਾ ਸ਼ੁਰੂ ਕੀਤਾ, ਪਰ ਪਹਿਲਾਂ ਉਹਨੇ ਆਪਣਾ ਆਪ ਹੀ ਸਾਹਿਬ ਹੰਗ ਹੈ, ਖੁਦ ਸੈਲਫ ਡਿਜ਼ਾਈਨ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਉਹ ਇੱਕ ਹੀ ਹੈ, ਇੱਕ ਤੇ ਅੱਗੋਂ ਬਾਅਦ ਉਹਨੇ ਧੁੰਨ ਚੱਕੀ ਤੇ ਸਾਰੀ ਚੀਜ਼ ਬਣ ਗਈ। ਧੁੰਨ ਸ਼ਬਦ ਨਾਲ, ਸ਼ਬਦ ਦਾ ਮਤਲਬ ਹੈ ਸ਼ਬਦ ਨਾਲ ਹੀ ਸਾਰੀ ਦੁਨੀਆ ਬਣ। ਕੀਤਾ ਪਸਾਓ ਇੱਕੋ ਕਵਾਓ। ਇਸ ਕਰਕੇ ਜਿਹੜਾ ਰੱਬ ਹੈ ਉਹਨੇ ਇੱਕ ਚੀਜ਼ ਆਪ ਹੈ ਤੇ ਇੱਕ ਉੱਥੋਂ ਬਹੁਤ ਹੀ ਸੁੰਦਰ ਚੀਜ਼ ਦੀ ਜਿਹੜੀ ਰਚਨਾ ਕੀਤੀ ਉਹ ਹੈ ਨਾਮ ਦੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਮ। ਫਿਰ ਦੋਈ ਕੁਦਰਤ ਸਾਜੀਏ, ਕਰਾ ਸੁੰਡਠੋ ਚਾਓ। ਬਹੁਤ ਸਾਰੀ ਫਿਰ ਦਵੈਤ ਬਣਾਈ ਹੈ, ਉਹ ਸਾਰੀ ਹੀ ਦੁਬਦਾ ਹੈ ਜਿਹਨੂੰ ਕੁਦਰਤ ਕਿਹਾ ਹੈ। ਇਸੇ ਕਰਕੇ ਜਿਹੜਾ ਰੱਬ ਹੈ ਉਹਦਾ ਇੱਕ ਰੱਬ ਹੈ, ਇੱਕ ਨਾਮ ਹੈ। ਦੁਨੀਆ 'ਚ ਹੋਰ ਕੋਈ ਚੀਜ਼ ਹੈ ਹੀ ਨਹੀਂ ਇਹਦੇ ਨਾਲ ਦੀ। ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ ਜਿਹੜੀ ਬਾਅਦ 'ਚ ਬਣੀ ਹੈ। ਇਹਦਾ ਦੁਨੀਆ ਇਹ ਨਹੀਂ ਹੈ ਸੱਤੇ 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 ਗੁਰਦੇਵ, ਝੂਠ 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 ਆਨ ਸਭ ਸੇਵ ਭਗਤ ਨਾਮਦੇਵ ਜੀ। ਇਸ ਕਰਕੇ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ ਇਹ ਤੇਰੋ ਨਾਮ ਰੂੜੋ, ਤੇਰਾ ਰੂਪ ਰੂੜੋ, ਮਤਲਬ ਤੂੰ ਬਹੁਤ ਸੁੰਦਰ ਹੈ। ਨਾਮ ਇੰਨੀ ਵੱਡੀ ਚੀਜ਼ ਹੈ ਲੇਕਿਨ ਇਹ ਪਹਿਲਾਂ ਨਹੀਂ ਪਤਾ ਲੱਗੇਗੀ। ਤਾਂ ਹੀ ਬਾਰ ਬਾਰ ਕਿਹਾ ਵੀ ਜਿਹੜੀ ਐਡੀ ਸੁੰਦਰ ਚੀਜ਼ ਹੈ ਉਹਨੂੰ ਤੂੰ ਜਪ। ਤੂੰ ਮੇਰੇ ਤੇ ਫੇਥ ਲਿਆ, ਈਮਾਨ ਲਿਆ। ਗੁਰੂ ਕਹਿੰਦਾ ਮੇਰੀ ਰਹਾਉ ਦੀ ਤੁਕ ਤੇ ਦੇਖ ਕੀ ਚੀਜ਼ ਹੋਣੀ ਹੈ। ਇਹਦੇ ਨਾਲ ਤੇਰਾ ਪਹਿਲਾਂ ਮਨ ਖੜਾਉਣਾ ਹੈ। ਹੁਣ ਅਸੀਂ ਇਹ ਸਮਝਣਾ ਹੈ ਵੀ ਮਨ ਕਿਉਂ ਕਿਸ ਤਰ੍ਹਾਂ ਖੜੋਤਾ। ਮਹਾਰਾਜ ਨੇ ਹੋਰ ਥਾਂ ਵੀ ਦਿੱਤਾ ਹੈ। ਹਾਂ, ਮਹਾਰਾਜ ਨਾ ਮਹੱਲੇ 5ਵੇਂ ਨੇ ਇਹਨੂੰ ਕਲੀਅਰ ਕੀਤਾ ਵੀ ਇਹ ਜਪਣ ਨਾਲ ਹੀ ਮਨ ਖੜਾਉਣਾ ਹੈ। ਜਿਉਂ ਜਿਉਂ ਜਪੇਗਾ ਤਿਉਂ ਤਿਉਂ ਮਨ ਖੜਾਉਣਾ ਸ਼ੁਰੂ ਹੋ ਜਾਊਗਾ। ਇਸ ਕਰਕੇ ਅਸੀਂ ਉਹਦੀ ਅੱਜ ਵੈਸੇ ਦੇ ਲਫ਼ਜ਼ ਲੈਂਦੇ ਹਾਂ ਵੀ ਮਨ ਨੂੰ ਆਪਣੇ ਜ਼ੋਰ ਨਾਲ ਨਹੀਂ ਤੂੰ ਬਿਠਾ ਸਕਦਾ। ਜਿੰਨਾ ਜਪ ਕਰੇਗਾ ਉਨਾ ਹੀ ਮਨ ਠਹਿਰਨਾ ਸ਼ੁਰੂ ਕਰ ਦੇਗਾ। ਇਸ ਕਰਕੇ ਉਹ ਅਸੀਂ ਤੁਕ ਲੈਂਦੇ ਹਾਂ ਜਿਹਦੇ 'ਚ ਮਹਾਰਾਜ ਸਰਟੀਫਾਈ ਕਰਦੇ ਨੇ ਵੀ ਜਪਣ ਤੋਂ ਬਗੈਰ ਇਹਦਾ ਧਾਵਨ ਬੰਦ ਨਹੀਂ ਹੋਣਾ। ਇਸ ਕਰਕੇ ਅਸੀਂ ਉਹ 4 ਤੁਕਾਂ 2 ਤੁਕਾਂ ਲੈਂਦੇ ਹਾਂ। ਇਹਦੇ ਕਲੈਰੀਫਿਕੇਸ਼ਨ ਨਹੀਂ ਵੀ ਮਨ ਬੈਠਣਾ ਕਿੱਦਾਂ ਹੈ। ਉਹ ਹੈ ਜਾਸ ਜਪਤ ਭਉ ਆਪਦਾ ਜਾਏ, ਧਾਵਤ ਮਨੁਆ ਆਵੈ ਠਾਏ। ਜਾਸ ਜਪਤ ਭਉ, ਇਹਦੇ ਜਿਹੜਾ ਮਨ ਭੌਂਦਾ ਹੈ ਨਾ, ਪਾਉਂਦਾ ਰਹਿੰਦਾ ਸਦਾ। ਇਹਨੂੰ ਪੁਹਾਟਣੀ ਚੜੀ ਹੈ ਮਾਇਆ ਦੀ। ਇਹ ਖੜਾ ਕਿੱਦਾਂ ਹੋਵੇ? ਇਹ ਜਪਣ ਨਹੀਂ ਖੜਾ ਹੋਣਾ। ਜਾਸ ਜਪਤ ਭਉ ਆਪਦਾ ਜਾਏ, ਧਾਵਤ ਮਨੁਆ ਆਵੈ ਠਾਏ। ਹਰ ਜਾਪੇ ਜਪੇ ਮਨ ਧੀਰੇ, ਹਰ ਜਾਪ ਜਪੇ ਮਨ ਧੀਰੇ। ਜਿਉਂ ਜਿਉਂ ਜਪੇਗਾ ਇਹ ਖੜਾ ਹੋਣਾ ਸ਼ੁਰੂ ਹੋ ਜਾਊਗਾ।
ਕਈ ਕਹਿੰਦੇ ਜੀ ਨਾਮ ਉੱਚੀ ਜਪਣ ਦਾ ਜਾਂ ਸਾਰਾ ਇੰਨਾ ਇਹਦਾ ਕੀ ਫਿਲਾਸਫੀ ਹੈ, ਕਿਉਂਕਿ ਮਨ ਨਹੀਂ ਅੰਦਰ ਟਿਕਣਾ। ਮਨ ਇਸ ਤਰ੍ਹਾਂ ਜਿੱਦਾਂ ਮੰਜੇ ਦੇ ਥੱਲੇ ਕੁੱਕੜ ਛੱਡਿਆ ਹੋਵੇ। ਇੱਕ ਮੁਰਗਾ ਹੈ, ਮੇਰੀਆਂ ਬੜੀਆਂ ਲੇਮੈਨ ਐਗਜ਼ਾਮਪਲ ਹੈ, ਕਿਉਂਕਿ ਜਿਨ੍ਹਾਂ ਨੇ ਕਰਕੇ ਦੇਖਿਆ ਉਹ ਵਾਕਿਆ ਹੀ ਮਨ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਇਹਨੂੰ ਜਪਣਾ ਸ਼ੁਰੂ ਕੀਤਾ ਇਹ ਤੇ ਹੋਰ ਅਡਵੈਂਗ ਹੋ ਗਿਆ। ਅੱਗੇ ਮੈਂ ਛੇਤੀ ਨਾਲ ਬੈਠ ਕੇ ਬੜਾ ਮਜ਼ਾ ਆਉਂਦਾ ਸੀ, ਜਦੋਂ ਮੈਂ ਇਹਨੂੰ ਕਿਹਾ ਵੀ ਗੁਰੂ ਕਹਿੰਦਾ ਇਹਨੂੰ ਵਸ ਕਰਨਾ ਹੈ, ਇਹਨੂੰ ਬਿਠਾਲ, ਤੇ ਮੇਰੇ ਭਾ ਦੀ ਤੇ ਜਾਨ ਨੂੰ ਪੁਆੜਾ ਬਣ ਗਈ। ਕਬੀਰ ਸਾਹਿਬ ਕਹਿੰਦੇ ਜਦ ਕੁਛ ਨਹੀਂ ਸੀ ਪਤਾ, ਬੜੇ ਸੁਖੀ ਸੌਂਦੇ ਸੀ, ਉਹ ਜਦੋਂ ਇਸ ਬ੍ਰਹਮ ਗਿਆਨ ਨਾਲ ਆਏ ਸਾਡੀ ਤੇ ਅਗਲੀ ਨੀਂਦ ਵੀ ਉੱਡ ਗਈ। ਕਿਉਂਕਿ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਇਹਨੂੰ ਮਨ ਨੂੰ ਮਾਰਨ ਲੱਗਾ ਇਹਨੇ ਤੇ ਖਰਦੂ ਚੱਕ ਛੱਡਿਆ। ਕਹਿੰਦਾ ਤੂੰ ਕੌਣ ਨਾ ਮੈਨੂੰ ਵਸ ਕਰਨ ਵਾਲਾ। ਕਬੀਰ ਸਾਹਿਬ ਦਾ ਮੈਂ ਸਲੋਕ ਸੁਣਾਉਣ ਲੱਗਾ ਹਾਂ। ਉਹ ਭਗਤ ਜੀ ਜਿਹਦੀ ਸਭ ਤੋਂ ਪਹਿਲਾਂ ਬਾਣੀ ਦਿੱਤੀ ਹੈ ਮਹਾਰਾਜ ਨੇ ਮਹੱਲਿਆਂ ਤੋਂ ਬਾਅਦ, ਐਡਾ ਉੱਚਾ, ਔਰ ਉਹਨੂੰ ਸਦਾ ਹੀ ਕਬੀਰ ਜੀਓ ਲਿਖਿਆ ਹੈ। ਅਸੀਂ ਵੀ ਮੂੰਹ ਚੋਂ ਕਦੀ ਭਗਤਾਂ ਦੇ ਨਾਂ ਨੂੰ ਕੱਲਾ ਨਾ ਕਿਹਾ ਕਰੀਏ, ਜਿੱਦਾਂ ਗੁਰੂਆਂ ਨੇ ਉਹਨਾਂ ਦਾ ਨਾਂ ਇੱਜ਼ਤ ਨਾ ਲਿਆ, ਉਹ ਉਸ ਤਰ੍ਹਾਂ ਨਾਂ ਲਿਆ ਕਰੀਏ। ਕਬੀਰ ਜੀ ਉਹਦਾ ਸਲੋਕ ਹੈ, ਕਬੀਰ ਮਾਰੇ ਬਹੁਤ ਪੁਕਾਰਿਆ। ਜਦੋਂ ਇਹਨੂੰ ਮੈਂ ਮਾਰਨ ਲੱਗਾ ਇਹ ਤੇ ਐ ਪੁਕਾਰਿਆ ਜਿੱਦਾਂ ਸੂਰ ਨੂੰ ਢਾਹ ਕੇ ਬਰਛਾ ਤੇ ਜਦੋਂ ਸੂਰ ਕਿਤੇ ਮਾਰੀਏ ਨਾ, ਆ ਜਿਹੜੇ ਸੂਰ ਦਾ ਮਾਸ ਵੇਚਦੇ ਜਦੋਂ ਉਹਨੂੰ ਮਾਰਦੇ ਆ ਨਾ ਉਹਦੀ ਗਰਦਨ ਬਹੁਤ ਮੋਟੀ ਹੁੰਦੀ ਹੈ, ਉਹਨੂੰ ਏਦਾਂ ਨਹੀਂ ਮਾਰਦੇ, ਇੱਕ ਬਰਛਾ ਤਾ ਕੇ ਨਾ ਅੱਗ ਦੇ ਵਿੱਚ ਉਹਦੀਆਂ ਰਗਾਂ 'ਚ ਖੋਭਣਾ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਉਹ ਦੱਸਦਾ ਵੀ ਜੀਆਂ ਕੋਹਤ ਨਾ ਸੰਗੇ ਪ੍ਰਾਣੀ, ਜਿਹੜੇ ਸਿੱਖ ਕਹਿੰਦੇ ਆ ਜੀ ਵੀ ਸਾਨੂੰ ਸ਼ਿਕਾਰ ਹੈ, ਮਾਸ ਹੈ, ਹਾਂ ਸੂਰ ਦੀ ਸਾਂਠ ਦਾ ਅਸੀਂ ਚਾਰ ਪਾਵਾਂਗੇ, ਮਾੜਾ ਹੀ ਸ਼ਿਕਾਰ ਹੈ, ਇਹਦਾ ਨਾਂ ਰੱਖ। ਦੇਖੋ ਉਸ ਜੀਵ ਨੂੰ ਕਿੰਨੀ, ਤਾਂ ਮੈਂ ਤੁਹਾਨੂੰ ਅੱਖੀਂ ਚੀਜ਼ ਦੇਖਦਾ, ਜਿਸ ਵੇਲੇ ਉਹ ਸੂਰ ਨੂੰ ਢਾਹ ਕੇ ਉਹਦੀਆਂ ਲੱਤਾਂ ਬੰਨ੍ਹ ਕੇ ਫੜਦੇ ਫਿਰ ਬਰਛਾ ਗਰਮ ਲਿਆ ਕੇ ਨਾ ਉਹਦੀ ਮੋਟੀ ਗਰਦਨ ਦੇ ਵਿੱਚ ਖੋਭੀ ਜਾਂਦੇ, ਉਹ ਫਿਰ ਇੰਨਾ ਰਾਟ ਪਾਉਂਦਾ ਹੈ ਨਾ, 4 ਮੀਲ ਤੱਕ ਉਹਦਾ ਰਾਟ ਸੁਣਦਾ ਉਹ ਜਾਨਵਰ ਦਾ। ਇੱਥੇ ਸੌਖਾ ਤਰੀਕਾ ਕੱਢਿਆ, ਮੈਂ ਤੁਹਾਨੂੰ ਡੈਟਰੋਇਡ ਦੇ ਹਵਾਲੇ ਦੱਸਦਾ ਵੀ ਇੱਕ ਭਰਿਆ ਟਰੱਕ ਜਿਹੜਾ ਪਸ਼ੂਆਂ ਦਾ ਹੁੰਦਾ ਨਾ, ਉਹਦੇ ਵਿੱਚ ਇੱਕ ਵਾਰੀ ਸੂਰ ਹੀ ਸੂਰ ਭਰੇ, ਤੇ ਮੈਨੂੰ ਮੇਰਾ ਦੋਸਤ ਲੈ ਗਿਆ, ਕਹਿੰਦਾ ਭਾਈ ਸਾਹਿਬ ਜੀ ਆਓ ਤੁਹਾਨੂੰ ਦੱਸਾਂ ਇਹ ਕਤਲ ਕਿੱਦਾਂ ਹੁੰਦੇ। ਮੈਂ ਕਿਹਾ ਕਿਸ ਤਰ੍ਹਾਂ ਹੁੰਦੇ ਆ? ਕਹਿੰਦੇ ਜੀ ਸੂਰ ਥੱਲੇ ਆਣ ਕੇ ਨਾ ਇੱਕ ਬਾਹਰ ਨਿਕਲਣ ਨੂੰ ਥਾਂ ਰੱਖੇ ਆ, ਉਹਦੇ ਅੱਗੇ ਇੱਕ ਜਾਲੀ ਜੀ ਲੱਗੀ ਹੈ, ਤੇ ਆਲੇ ਦੁਆਲੇ ਆਂਦਾ ਹੈ, ਤੇ ਉਹਦੇ ਥਾਣੀ ਉਹਨੂੰ ਸੂਰ ਨੂੰ ਲੰਘਣਾ ਪੈਂਦਾ ਵਿੱਚੋਂ ਟਰੱਕ ਦੇ ਉਤਰ ਕੇ, ਹਰ ਸੂਰ ਨੂੰ। ਉਹ ਜਿਹੜਾ ਇੱਕ ਉਤਰਦਾ ਨਾ, ਅੱਗੇ ਕਈ ਗਡਾਸੇ ਚੱਲ ਰਹੇ ਹੁੰਦੇ, ਉਹ ਜਿਹੜਾ ਸੂਰ ਨਿਕਲੀ, ਕਿਉਂਕਿ ਇੱਥੇ ਹਰ ਇੱਕ ਚੀਜ਼ ਮਕੈਨੀਕਲ ਹੈ, ਬੜੀ ਮਾਸ ਦੀ ਲੋੜ ਹੈ, ਉਹ ਇੱਕ ਸੂਰ ਨੂੰ ਅੰਦਰੋਂ ਧਾਕੇ ਕੱਢਦੇ, ਸੂਰ ਜਾਂਦਾ ਗਾਂ, ਅੱਗੇ ਉਹ ਗਡਾਸੇ ਚੱਲ ਰਹੇ ਹੁੰਦੇ, ਜਦੋਂ ਪੱਠੇ ਕੁਤਰੇ ਜਾਂਦੇ ਨਾ ਏਦਾਂ ਸਲਾਈਸਿਸ ਕੁਤਰ ਕੇ ਆਓ ਜਾਂਦੀਆਂ, ਔਰ ਖੂਨ ਹੀ ਖੂਨ ਬਾਹਰ ਹੁੰਦਾ। ਜੇ ਬੰਦਾ ਕਿਤੇ ਦੇਖ ਲਏ ਤੇ ਕੰਨਾਂ ਨੂੰ ਹੱਥ ਲਾਏ ਵੀ ਜਿਹੜਾ ਗੁਰੂ ਅਰਜਨ ਪਾਤਸ਼ਾਹ ਨੇ ਲਿਖਿਆ, ਜੀਆਂ ਕੋਹਤ ਨਾ ਸੰਗੇ ਪ੍ਰਾਣੀ, ਇਹਨੂੰ ਸ਼ਰਮ ਨਹੀਂ ਆਉਂਦੀ ਜੀਆਂ ਕੋਹਤ, ਤੇ ਤੋ ਕਿਉਂ ਮੁਰਗੀ ਮਾਰੇ। ਇਸ ਕਰਕੇ ਇਹ ਜਿਹੜਾ ਜਿਸ ਵੇਲੇ ਸੂਰ ਨੂੰ ਮਾਰਦੇ ਹੈ ਦੂਸਰੇ ਤਰੀਕੇ ਨਾਲ, ਵਰਛੇ ਨਾਲ, ਉਹਦਾ ਰਾੜ ਪਹਿਲਾਂ ਨਹੀਂ ਸੀ ਇਹ ਚੀਜ਼ਾਂ, ਪਹਿਲਾਂ ਸੂਰ, ਹਾਲੀ ਤੱਕ ਵੀ ਸੂਰ ਨੂੰ ਆਮ ਏਦਾਂ ਹੀ ਮਾਰਦੇ ਹਿੰਦੁਸਤਾਨ। ਇਸ ਕਰਕੇ ਜਿਹੜਾ ਸੂਰ ਦਾ ਮਰਨਾ ਉਹ ਬੜਾ ਪੁਕਾਰਦਾ, ਏਦਾਂ ਤੁਹਾਡਾ ਮਨ ਐਡਾ ਵਡਵੈਂਗ ਹੋ ਜੂ, ਐਡਾ ਪਕਾਰੂ ਦੁਖੀ ਹੋਊ ਵੀ ਇਹ ਕੌਣ ਹੈ ਮੈਨੂੰ ਫੜਨ ਵਾਲਾ। ਉਹਦੇ ਲਈ ਮਹਾਰਾਜ ਨੇ ਕਿਹਾ ਵੀ ਕਬੀਰ ਮਾਰੇ ਬਹੁਤ ਪੁਕਾਰਿਆ, ਕੀ ਕਰ? ਕਹਿੰਦਾ ਢਿੱਲਾ ਨਾ ਪਈ, ਪੀਰ ਪੁਕਾਰੇ। ਔਰ ਪੀਰ ਕਹਿੰਦੇ ਆਪਣੇ ਗੁਰੂ ਨੂੰ, ਕਹਿੰਦੇ ਆਪਣੇ ਮੁਰਸ਼ਦ ਦਾ ਨਾਮ ਨਾ ਹੋਰ ਉੱਚੀ ਉੱਚੀ ਪੁਕਾਰ, ਪੀਰ ਪੁਕਾਰੇ। ਔਰ ਕਹਿੰਦਾ ਫਿਕਰ ਨਾ ਕਰੀ, ਤੇਰਾ ਗੁਰੂ ਤੇਰੇ ਸਿਰ ਤੇ ਹੈ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ, ਤਦੇ ਕਹੀਦਾ ਗੁਰੂ ਧਾਰ ਲੈਣਾ ਚਾਹੀਦਾ। ਉਸ ਵੇਲੇ ਅੰਦਰ ਗੁਰੂ ਮਦਦ ਕਰਦਾ, ਫਿਰ ਉਹ ਉਹਦੀਆਂ ਤਾਰਾਂ ਜੋੜ ਦਿੰਦਾ ਆਪਣੇ ਗਿਆਨ ਦੀਆਂ, ਔਰ ਫਿਰ ਉਹਨੂੰ ਗਿਆਨ ਭੇਜਦਾ। ਜਿਹਦੇ ਕੋਲ ਦੀਖਿਆ, ਜਿਹਦੇ ਕੋਲ ਗੁਰਮੰਤਰ ਲਿਆ ਹੋਏ, ਜਿੱਡਾ ਵੱਡਾ ਗੁਰੂ ਹੋਊਗਾ ਓਡਾ ਵੱਡਾ ਉਹ ਬਚਾਅ ਕਰੇਗਾ ਇਹਨਾਂ। ਜੇ ਗੁਰੂ ਨਪੁੰਸਕ ਹੈ, ਗੁਰੂ ਹੀ ਮਿੱਟੀ ਦਾ ਮਾਧ ਹੋਇਆ ਜਾਂ ਉਹਦੇ ਤੂੰ ਕੋਈ ਚੀਜ਼ ਨਹੀਂ ਸਰਨਾ, ਉਹ ਸਭ ਇਹ ਚੀਜ਼ਾਂ ਬਾਹਰਲੀਆਂ ਕੱਖ ਨਹੀਂ ਕਰ ਸਕਦਾ। ਇਸੇ ਕਰਕੇ ਪੂਰੇ ਗੁਰ ਕੀ ਪੂਰੀ ਦੀਖਿਆ। ਇਸ ਕਰਕੇ ਜਿਹੜਾ ਦੀਖਿਆ ਹੈ ਉਹਦੇ ਪਿੱਛੇ ਜਿਹੜਾ ਗੁਰੂ ਹੈ ਉਹਦਾ ਉਸ ਵੇਲੇ ਕੰਮ ਸ਼ੁਰੂ ਹੁੰਦਾ ਹੈ। ਕਬੀਰ ਕਹਿੰਦਾ ਆਪਣੇ ਪੀਰ ਨੂੰ ਹੋਰ ਪੁਕਾਰ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨਹੂ ਲਿਆ ਉਬਾਰੀ।
ਕਹਿੰਦੇ ਮੈਂ ਜ਼ੋਰ ਜ਼ੋਰ ਦੀ ਨਾਮ ਜਪਿਆ, ਇਹ ਮਹਾਰਾਜ ਇਹ ਚੀਜ਼ਾਂ ਮੇਰੇ ਮਾਰਨ ਦੀਆਂ ਨੇ। ਭੁਜਾ ਬਾਹਾਂ ਬਾਹਾਂ ऊपर ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਜਿਨਹੂ ਲਿਆ ਉਬਾਰੀ। ਹਰ ਕੇ ਲੋਗਾ ਮੋਕੋ ਨੀਤ ਡਸੇ ਪਟਵਾਰੀ। ਪਟਵਾਰੀ ਜਿਹੜਾ ਮਾਨ ਹੈ ਮੈਨੂੰ ਬੜਾ ਤੰਗ ਕਰ ਰਿਹਾ, ਜਿੱਦਾਂ ਪਟਵਾਰੀ ਹਰ ਵੇਲੇ ਜ਼ਿਮੀਂਦਾਰ ਦੀ ਕਦੀ ਜ਼ਮੀਨ ਵਧਾ ਦਿੰਦਾ ਕਦੀ ਘਟਾ ਦਿੰਦਾ, ਤੇ ਜਿੰਨੀ ਚਿਰ ਉਹ ਬਿਸਟਾਲਾ ਉਹਨੂੰ ਉਹਦੀ ਮਾਲਿਸ਼ ਨਾ ਕਰਦੇ ਪਟਵਾਰੀ ਦੀ, ਉਹ ਜਰੀ ਵੀ ਐਸੀ ਸੁੱਟਦਾ ਵੀ ਉਹ ਜ਼ਿਮੀਂਦਾਰ, ਉਹ ਜਿਹੜਾ ਜ਼ਮੀਨ ਦਾ ਪਿਓ ਮਾਂ ਪਿਓ ਇਹਨੂੰ ਪਟਵਾਰੀ ਨੂੰ ਕਹਿੰਦੇ ਆ। ਉਹ ਕਹਿੰਦੇ ਮੋਕੋ ਨੀਤ ਡਸੇ ਪਟਵਾਰੀ। ਕਬੀਰ ਸਾਹਿਬ ਕਹਿੰਦੇ ਮੈਂ ਇਸ ਪਟਵਾਰੀ ਤੋਂ ਬੜਾ ਤੰਗ ਹੈ, ਇਹ ਮੈਨੂੰ ਬੜਾ ਤੰਗ ਕਰਦਾ, ਇਹ ਕਿੱਦਾਂ ਵਾਸ ਆਵੇ। ਉਹ ਕਹਿੰਦੇ ਇੱਕੋ ਹੀ ਤਰੀਕਾ, ਆਪਣੇ ਪੀਰ ਨੂੰ ਉੱਚੀ ਉੱਚੀ ਪੁਕਾਰੀ ਚੱਲ। ਕਿਉਂ? ਉੱਚੀ ਪੁਕਾਰਨਾ ਮਨ ਛੇਤੀ ਬਾਹਰ ਨਹੀਂ ਜਾਂਦਾ। ਤੇ ਜੇ ਕਿਤੇ ਸੰਗਤ ਚ ਸਾਰੀ ਬੈਠੀ ਹੋਵੇ, ਨਾਮ ਦਾ ਖੰਡਾ ਖੜਕ ਰਿਹਾ ਹੋ, ਅਭਿਆਸ ਹੋ ਰਿਹਾ ਹੋ, ਅਸੀਂ ਕਰਕੇ ਦੇਖਿਆ ਹੈ ਵੀ ਮਾਂ ਨੂੰ ਕਈ ਵਾਰ ਨਹੀਂ ਜਾਂਦਾ, ਉਸ ਧੁਨ ਚ ਐਸਾ ਲਪੇਟੇ ਜਾਂਦਾ ਤੁਮ ਆ ਰਿਹਾ ਉਸ ਥਾਂ ਵੀ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੀ ਚੋਟ ਪਿਰਮ ਕੀ ਰਹਾ ਕਬੀਰ ਅਠਾ। ਇਹਨਾਂ ਕਦੀ ਨਾ ਕਦੀ ਇਹਦੀ ਮਿਹਰ ਹੋ ਜਾਣੀ, ਇਹ ਐਂ ਹੀ ਬੈਠ ਜਾਣਾ। ਇਸ ਕਰਕੇ ਜਿਹੜਾ ਮਨ ਨੂੰ ਮਾਰਨ ਦਾ ਤਰੀਕਾ ਹੈ, ਪਹਿਲਾਂ ਪਹਿਲਾਂ ਬੰਦਾ ਬਹੁਤ ਦੁਖੀ ਹੁੰਦਾ ਹੈ, ਬਸ ਨਹੀਂ ਆਉਂਦਾ, ਪਰ ਜੇ ਹੌਸਲਾ ਨਾ ਛੱਡੇ, ਗੁਰੂ ਉੱਤੇ ਪੂਰਾ ਹੋਵੇ, ਇਹ ਬਸ ਆ ਸਕਦਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ। ਫੇਰ ਹੈ ਜਿੰਨ ਚਿਰ ਮਨ ਵਸ ਨਹੀਂ ਆਉਣਾ, ਤੂੰ ਮਾਇਆ ਤੂੰ ਤਰਕੇ ਨਹੀਂ ਲੰਘ ਸਕਦਾ। ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖੇ ਤਰੀ ਤਿਨ ਮਾਇਆ। ਮਾਇਆ ਨੂੰ ਛੱਡਣਾ ਨਹੀਂ, ਅਸੀਂ ਵਿੱਚੇ ਮੰਨਣੀ, ਪਰ ਇਹਦੇ ਉੱਤੋਂ ਵੀ ਤਰ ਕੇ ਲੰਘਣਾ। ਤਰੇਗਾ ਤਦੋਂ ਜਦੋਂ ਤੇਰਾ ਮਨ ਵਸ ਆ ਜਾਏ। ਇਸ ਕਰਕੇ ਜਿਹੜਾ ਮਨ ਹੈ, ਇਹਨੂੰ ਮਾਰਨ ਦਾ ਤਰੀਕਾ ਇੱਕੋ ਹੈ, ਗੁਰੂ ਦੇ ਸ਼ਬਦ ਦਾ ਅਭਿਆਸ ਜਪ। ਇਸੇ ਕਰਕੇ ਰਹਾਉ ਦੀ ਤੁਕ ਲਿਖੀ ਹੈ ਵੀ ਕੋਈ ਨਾਮ ਨੂੰ ਜਪੀ ਚੱਲੀ, ਇਹਦਾ ਇਹ 'ਚ ਬੜੇ ਫਾਇਦੇ ਹੈ। ਇਹਦੇ ਨਾਲ ਤੇਰਾ ਪਹਿਲਾਂ ਮਨ ਬੈਠਣਾ ਹੈ। ਉੱਚੀ ਜਪਣ ਦਾ ਇਹ ਫਾਇਦਾ ਹੁੰਦਾ ਵੀ ਕੁੱਕੜ ਮੰਜੇ ਥੱਲੇ ਛੱਡਿਆ ਹੋਵੇ, ਉੱਤੇ ਬੰਦਾ ਬੈਠਾ ਹੋਵੇ, ਕੁੱਕੜ ਚਾਰ ਬਾਹੀਆਂ ਖਾਲੀ ਹੁੰਦੀਆਂ ਮੰਜੇ ਦੀਆਂ, ਉਹ ਫਟ ਆਉਂ ਨਿਕਲ ਜਾਊ, ਆਉਂ ਨਿਕਲ ਜਾਊ, ਆਉਂ ਨਿਕਲ ਜਾਊ। ਉਹਦਾ ਇੱਕੋ ਹੀ ਤਰੀਕਾ ਹੈ ਵੀ ਹੱਥ 'ਚ ਸ਼ੂਸ਼ਕ ਜੀ ਹੋਏ ਨਾ, ਉਹਦੀ ਤੂਤ ਦੀ ਜਿਹੜੀ ਬੈਂਡ ਵੀ ਹੋ ਜਾਏ, ਉਹ ਐਡੀ ਜ਼ੋਰ ਦੀ ਆਲੇ ਦੁਆਲੇ ਚਾਰੇ ਬੰਨੇ ਮਾਰੀ ਜਾਏ, ਜਿੰਨੀ ਜ਼ੋਰ ਦੀ ਮਾਰੇ ਜਾਏਗੀ ਉਹ ਕੁੱਕੜ ਸਹਿ ਕੇ ਥੱਲੇ ਬੈਠਾ। ਅਸੀਂ ਕਰਕੇ ਦੇਖੀ ਜੀ, ਤੁਸੀਂ ਕਰਕੇ ਦੇਖ ਲੈਣ। ਮੰਜੇ ਤੇ ਬਹਿ ਕੁੱਕੜ ਛੱਡ ਲਓ, ਆਲੇ ਦੁਆਲੇ ਐ ਸ਼ੂਸ਼ਕਾ ਮਾਰੀ ਚੱਲੋ, ਕੁੱਕੜੇ ਪੈਰ ਕੇ ਬਹੂ। ਸਾਡਾ ਮਨ ਕਦੀ ਨਹੀਂ ਅੰਦਰ ਟਿਕਣਾ ਕਿ ਇਹਨੂੰ ਜਨਮ ਜਨਮ ਦੀ ਬਾਦੀ ਪਈ ਹੈ, ਇਹਨੂੰ ਬਾਹਰ ਸਵਾਦ ਯਾਦ ਆਉਂਦਾ, ਹਲੀ ਅੰਦਰ ਤੇ ਇਹਨੂੰ ਕੁਝ ਵੀ ਨਹੀਂ ਹਲੀ। ਇਸ ਕਰਕੇ ਬਾਹਰ ਹਰ ਵੇਲੇ ਰਹੂਗੇ ਮਨ। ਤੇ ਜਿਹੜਾ ਕੁੱਕੜ ਹੈ, ਅਗਰ ਇਹਨੂੰ ਅੰਦਰ ਰੱਖਣਾ ਤੇ ਜਰਾ ਪਹਿਲਾਂ ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ, ਲੱਖ 20 ਲੱਖ ਉਚਰੋ ਰਾਮ ਨਾਮ। ਉਹ ਜਿਹੜੇ ਉੱਚੀ ਉਸ ਵੇਲੇ ਗੁਰੂ ਕਾਲ ਵੇਲੇ ਲੋਕ ਸੀ, ਜਪਦੇ ਸੀ। ਅੱਜ ਕੱਲ੍ਹ ਤੇ ਕਿਸੇ ਨੂੰ ਪਤਾ ਹੀ ਨਹੀਂ ਨਾਮ ਬਾਣੀ ਕਹਿੰਦੀ ਕੀ ਹੈ। ਤੇ ਗੁਰੂ ਰਾਮਦਾਸ ਸਾਹਿਬ ਵੇਲੇ ਸਾਰਾ ਉੱਚੀ ਉੱਚੀ ਜਪਦੇ ਸੀ। तो महाराज ने एक तुक लिखी है, हर के भगत राम जननी के पर भागहीन ना सुखाए। इन्हां दे भाग नहीं ना, उन्हां नूं चंगे नहीं लगणगे। जूं जूं राम कहें जन ऊंचे, नर निंदक डांस लगाए। बाणी है बाणी क्यों आई? क्योंकि जेडे उच्ची जपदे है, कई उन्हां दी पुछदी जी इन्नी उच्ची जपण दा की फायदा? वो कहते भाई असी अपने साडी दैट इज आवर ओन प्रॉब्लम। की है तो जू जू राम कहे, वो कहती जी चुप करके नहीं जप सकते भाई, तुहानूं हली इस रास्ते का पता ही नहीं, तो तुक किदां झूठी कर दोगे। हर के भगत राम जननी के भागहीन ना सुखाए, जूं जूं राम कहें जन ऊंचे, नर निंदक डंस लगाए। उन्होंने डंग लगूगा क्योंकि उन्होंने इस थुरी का पता ही नहीं है। नर निंदक डंस लगाए, जदा डंग लगता उन्होंने नहीं पाएगा। अच्छा ये गल की है? गल ये भी जेडे ये जपन वाले है, ये सारा इहदा मन का इलाज होर कोई तरीका है ही नहीं। जिन्नी चिकर नाम नूं धुन दे के इकट्ठे बैठ के नहीं सको। गुरु नानक वेले ते संगत का सुभाव ही इहो सी, सिख सभा दीखिया का पाओ, गुरमुखे सुनना साचा नाओ। वो इन्ना जपते सी, महाराज कहते तुरदे फिरदे भी जपो। बाबा नानक कहता पैरी बाजा सदा निहाल। गुरु नानक का इन्ना शब्द चलता सी, उहदे पैरां 'च बाजे बजदे सी शब्द, पैरी बाजा सदा निहाल। ते तबला कहता सी सत संतोख वजे दोए ताल।
कहना मेरा जीवन संतोख वाला है, सत्य वाला है। ये मेरे दो तपले वज रहे, सत संतोख वजे तो ताल, पैरी वाजा सदा निहाल, सिख सभा दीखिया का पाओ, गुरमुख सुनना साचा नाओ। ये सी उस वेले गुरु काल वेले सिखां दी, क्योंकि जपदे सी वो सारे। तो इस करके मान जिन्नी चिकर तुसी बैठ के टका के इहदा अभ्यास नहीं करोगे इकट्ठे होके, संगत का गुण बहुत अधिकाई। गुरु पदवियां भी संगत तो बगैर नहीं रह सकियां, सारी गुरु पदवियां संग च रहिंदियां। कहंदे संगत का गुण बहुत अधिकाई, बेन संगती सब ऐसे रहें जैसे पस टोर। ते जिन कीती तिसे न जाननी, बिन नावे सब चोर। बाणी है संगत का इन्ना गुण है। संगत जेड़ी पर कैसी जे जिथे नाम जपो रिया होवे, सच्ची बह सकते ना संग जिन संग जपिए ना। इस करके संगत का करैक्टरिस्टिक है, उसकी डेफिनेशन है कि नाम जपण वाली संगत होवे, ਉਹਦੇ बगैर गुजारा नहीं। पशु जिहड़ा है ਉਹਨੂੰ किले तो खोल के भावें जंगल च जाके किसी किला गड्ढ दो ना, कला पशु वो उत्थे गाली करी चलूगा, उसे गाली शुरू कर दो, मतलब ये मौज है। पर मैं नहीं सोशल एनिमल, बंदा नहीं संगत तो बगैर रह सकता। घरों टब्बर जी गया होवे ते अगला को आ यार तू किद्दां बैठा, कहंदा यार घर दे सारे गए जी नहीं लगदा। ਇਹ ਸਾਨੂੰ ਸੰਗਤ ਮਿਲੀ ਹੈ ਘਰ ਦੀ, ਪਹਿਲੀ ਸੰਗਤ ਸਾਡੀ ਘਰ ਦੇ ਜੀ ਹੈ। ਉਸ ਤੋਂ ਬਾਅਦ ਅਸੀਂ ਜਿਹੜੇ ਲਾਗਲੇ ਲਾਗਲੇ ਇਕੱਠੇ ਹੁੰਦੇ, ਮੈਂ ਬੰਦਾ ਨਹੀਂ ਰਹਿ ਸਕਦਾ ਸੰਗਤ ਬਗੈਰ। ਇਹੋ ਬ੍ਰਹਮ ਗਿਆਨ ਦਾ ਹਿਸਾਬ ਹੈ। ਬ੍ਰਹਮ ਗਿਆਨ 'ਚ ਵੀ ਸੰਗਤ ਦੀ ਲੋੜ ਹੈ। ਸੰਗਤ ਬਗੈਰ ਅਸੀਂ ਇਕੱਠੇ ਹੋ ਕੇ ਜਪ ਨਹੀਂ ਸਕਦੇ, ਕਿਉਂਕਿ ਜਿਹੜੀ ਇੰਡੀਵਿਜੂਅਲ ਦੀ ਫੋਰਸ ਹੈ ਉਹ ਸਾਰਿਆਂ ਦੀ ਜਿਹੜੀ ਰਿਜ਼ਲਟੈਂਟ ਨਿਕਲੇਗੀ ਨਾ, ਉਹ ਆਕਾਸ਼ ਪਾੜ ਕੇ ਲੰਘ ਜਾਂਦੀ। संगत का गुण तां बहुत अधिकारी है। संगत जिन्नी भावें थोड़े ही होण, पर होण एक रास दे। जिहड़ा संगत ऐसा है उहदा ऐसा अभ्यास का असर पेगा। पर जिहड़ा नाम उच्ची उच्ची धुन दे के सारे इकट्ठे बैठ के पहला जपना है, वो है ये मन नूं खड़ा करन दा तरीका। और सीधा ना पुछया भी असी जंग छड्ड भी दिता है महाराज, साडा काम वस नहीं आउंदा, सिद्ध बारी जंगलों च है, बाबा कोई तरीका दस दूं। वो कहंदा बिंद ना रखिया शब्द ना भाखिया। कहंदे तुहाडा बिंद नहीं रह सकदा, तुसीं डिस्चार्ज होने नहीं रह सकदे। भावें तुसीं नहीं काम करदे, पर तुसीं इत्थे बैठे बैठे डिस्चार्ज होंदे, क्योंकि तुहाडे विचार गंदे हुंदे। काम है अंदर, काम खड़ोंदा नहीं तुहाडे, भावें तुसीं बाहरों, लेकिन तुसीं अंदरों काम ख्याला ना कर रहे। इस करके मत भुलो, इस शब्द की कमाई तो बगैर काम नहीं बस हो। इस करके महाराज कहते शब्द नूं भाखो। वो कहते जी साडा बिंद नहीं टिकदा। सिद्ध गोश की बाणी है बड़ी डूंगी, और वो सारे गृहस्थियों के काम आ सकती। बाबे ने ठेका लिया भी जे तू 1 घंटा जदों काम उठदा 1 घंटा बैठ के जा, अद्धा घंटा बैठ के नाम जप, जे ना ठंडा हो जाए मैनूं फड़ ले। लेकिन ये तरीका कोई किसी नूं पता नहीं। महाराज कहते बिंद ना रखिया शब्द ना भाखिया। भाखिया उच्ची उच्ची भाखना कहते होंगे ना पिंडी थाई, यार मूँहों चंगी जी भाखिया कड्डी, एवें मुर्दा ना बोले तो कफन ही ना पाड़ सके किते। मैं मूँहों चंगी जी भाखिया, वो सब तो चंगी भाखिया इहो ही है प्रभ बाणी, शब्द सुभाखिया, गावो सुनो पढ़ो नित भाई, गुर पूरे तू रखे। ये जी भाखिया है इहो ही शब्द है, इनू ही जपना है। इनू उच्ची उच्ची हर पहला पहला जीभ नाल जपना। और जिन्ना जपांगे ज्यों ज्यों जपे तिवें सुख पावे, ज्यों ज्यों जपांगे पंजे काबू आउणगे। इस करके जिहड़ी रहाओ दी तुक है बड़ी महत्वपूर्ण है। अज असीं उस गूढ़ ज्ञान नाल आउणे हैं भी ਜਿਹੜੀਆਂ रहाओ तू पहलियां तुकां होणगीਆਂ बहुत उच्च चोटी ਦੀਆਂ ਹੋਣਗੀਆਂ। ਉਹਨਾਂ ਨਾਲ ਜਾ ਕੇ रहाओ च समा जाना है। जिद्दां सारा पानी बाहरों लिया के घड़े च पा दो। इस करके ਜਿਹੜੀਆਂ उतलियां दोहां तुकां दा भाव है, इन्हां नाल जा के ते रहाओ दी तुक च समा जाना है। इस करके वैसे मन किदां भांडा किदां धोता जाए, वो महाराज कहंदे इक्को काम ही करी। रहाओ च समाउण लगियां हुण पहला आया भांडा धोए, वैसे धूप देवो तो दूधे को जावो, दूध करम खुने सुरत समायन होए, निराश जमावो। ये सारा तरीका असीं काहदे नाल करिए? अपने आप अंदरों आवाज़ उठी, जप हो तां एको नामा, आवरे निराफल काम,
ਧੋਣਾ ਕਿੱਦਾਂ ਹੈ? ਸ਼ਬਦ ਮਨ ਧੋਵੋ, ਸ਼ਬਦੇ ਲੱਗੋ। ਸ਼ਬਦ ਕੀ ਹੈ? ਜਪੋ ਤਾਂ ਇੱਕ। ਹਰ ਤੁਕ ਰਹਾਉ ਦੇ ਵਿੱਚ ਜਾ ਕੇ ਸਮਾਏਗੀ, ਔਰ ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਏਗਾ। ਇਹ ਹਰ ਸ਼ਬਦ ਦੀ ਬਰਤਨ ਹੈ। ਉਤਲੀਆਂ ਤੁਕਾਂ ਰਹਾਉ ਤੋਂ ਪਹਿਲਾਂ ਚੋਟੀ ਦੀਆਂ ਤੁਕਾਂ ਹੋਣਗੀਆਂ ਰੱਬ ਤੱਕ ਮਿਲਣ ਦੀਆਂ, ਉਹ ਆਣ ਕੇ ਰਹਾਉ 'ਚ ਸਮਾ ਜਾਣਗੀਆਂ। ਰਹਾਉ ਤੋਂ ਬਾਅਦ ਜਿਹੜਾ ਸਟੈਂਡ ਦਾ ਪਹਿਲਾ ਹੋਏਗਾ, ਉਹ ਰਹਾਉ ਤੋਂ ਬਾਅਦ ਦੀਆਂ ਤੁਕਾਂ ਪਹਿਲੀ ਸਟੇਜ ਤੋਂ ਸ਼ੁਰੂ ਹੋਣਗੀਆਂ ਵੀ ਮਨ ਨੂੰ ਭਾਈ ਤੂੰ ਈਟੀ ਵਾਂਗੂ ਫੜ ਫੜ ਰੱਖੀ, ਇਹ ਮਨ ਈਟੀ ਯਾਦ ਕਰੋ, ਤੈਨੂੰ ਨੀਂਦ ਨਾ ਆਵੇ, ਫਿਰ ਇਹੋ ਜਿਹੇ ਰਸਨਾ ਨਾਲ ਨਾਮ ਜਪਦਾ ਰਹੀ। ਇਹ ਅਸੀਂ ਅਗਲੀ ਬੈਠਕ 'ਚ ਕਲੀਅਰ ਕਰਾਂਗੇ, ਪਰ ਉਹ ਪਹਿਲੀ ਸਟੇਜ ਆ ਸਾਡੀ। ਪਰ ਜਿਹੜੀ ਉੱਚੀ ਸਟੇਜ ਸੀ, ਤੇਰਾ ਭਾਂਡਾ ਧੋਤਾ ਗਿਆ, ਤੇਰਾ ਮਨ ਬੈਠ ਗਿਆ, ਤੇਰਾ ਦੂਧ ਨੂੰ ਜਾਗ ਲੱਗ ਗਿਆ ਸੁਰਤ ਦਾ ਸਾਰਾ, ਉਹ ਕਾਹਦੇ ਨਾਲ ਲੱਗਣਾ? ਉਹ ਇੱਕੋ ਰਹਾਉ ਵਾਲੀ ਤੁਕ ਨਹੀਂ ਲੱਗਣਾ। ਜਪ ਹੋ ਤਾਂ ਏਕੋ ਨਾਮਾ, ਆਵਰੇ ਮੇਰਾ ਫਲ ਕਾਮਾ। ਪੰਚ ਬਖਾਦੀ ਏਕ ਗਰੀਬਾ, ਛੋਡੇ ਕਤਹੂ ਨਾਹੀ, ਕਰ ਕਰ ਹਾਰਿਓ ਅਨਕ ਬਹੁ ਭਾਂਤੀ। ਇਹ ਤਾਂ ਮੈਨੂੰ ਛੱਡਦੇ ਨਹੀਂ ਆ ਪੰਜੇ। ਮਹਾਰਾਜ ਕਹਿੰਦੇ ਇੱਕੋ ਹੀ ਚੀਜ਼ ਨਹੀਂ, ਇਹ ਬਸ ਆਣੇ ਹੈ। ਇਸ ਕਰਕੇ ਅੱਜ ਅਸੀਂ ਪਹਿਲੀਆਂ ਤੁਕਾਂ ਮਨ ਨੂੰ ਵਸ ਕਰਨ ਦਾ ਤਰੀਕਾ ਸਾਰਾ ਇੱਕੋ ਹੀ ਇਲਾਜ ਹੈ, ਉਹ ਹੈ ਰਹਾਉ ਦੀ ਤੁਕ। ਇਸ ਕਰਕੇ ਨਾਮ ਜਪੀ ਚੱਲ, ਇਹਦੇ ਨਾਲ ਹੀ ਸਭ ਕੁਛ ਹੋਣਾ। ਤੋ ਪਹਿਲੀਆਂ ਤੁਕਾਂ ਨੂੰ ਅਸੀਂ ਭਾਵ ਅਰਥਾਂ 'ਚ ਰੱਖ ਕੇ ਕਿੱਦਾਂ ਇਹ ਰਹਾਉ 'ਚ ਸਮਾਉਣੀਆਂ, ਅੱਜ ਅਸੀਂ ਇੱਥੇ ਤੱਕ ਲੈ ਕੇ ਬਾਕੀ ਗਿਆਨ ਅਗਲੀ ਬੈਠਕ ਚਲਾਂਗੇ। ਭਾਂਡਾ ਧੋਏ ਬੈਸੇ ਧੂਪ ਦੇਵੋ, ਕੋ ਦੂਧੈ ਕੋ ਜਾਵੋ। दूध करम फुने सोर ते समायण होए निराश जमाव हो। जप हो ता एको नामा आवरे निरा फल कामा। रहाओ असी एक्सप्लेन कर रहे सी रहाओ की है। महाराज कहंदा मन तराजी, मन नू बना तकड़ी, तराजी कहंदे तराजू नू, बैलेंस नू। मन दा भी बना तकड़ी, मन तराजी, ਉਹਦੇ ਜਿਹੜੇ ਪਲੜਿਆਂ 'ਚ ਲੋਡ ਪਾਉਣਾ ਤੂੰ ਭਾਰ ਪਾਉਣਾ, ਉਹਨੂੰ ਤੁਲਾ ਕਿਹਾ ਹੈ। ਮਨ ਤਰਾਜੀ ਚਿੱਤ ਤੁਲਾ। ਮਨ ਬਹੁਤ ਵੱਡੀ ਚੀਜ਼ ਹੈ। ਜਿਹੜੀ ਮਨ ਦੇ ਵਿੱਚ ਵਿਚਾਰ ਉੱਠਦੇ ਨਾ, ਉਹਨੂੰ ਲਹਿਰਾਂ ਕਹਿੰਦੇ, ਉਹਨੂੰ ਚਿੱਤ ਕਹਿੰਦੇ। ਅਸੀਂ ਸਦਾ ਹੀ ਡਿਫਰੈਂਸ਼ੀਏਟ ਕਰਨਾ ਹੈ ਬਾਣੀ 'ਚ। ਮਨ ਆਏਗਾ ਤੇ ਚਿੱਤ ਆਏਗਾ, ਦੋ ਚੀਜ਼ਾਂ ਲਹਿਦਾ ਨੇ। ਲੇਕਿਨ ਇਹਨੂੰ ਕੋਈ ਬੱਲਾ ਵਿਵੇਕੀ ਸਮਝੇਗਾ, ਗਿਆਨ ਇਸ ਨੂੰ ਵੀ ਮਨ ਨਾਲ ਦੋ, ਮਨ ਲਹਿਦਾ ਚੀਜ਼ ਹੈ। ਮਨ 'ਚ ਜਿਹੜੀਆਂ ਲਹਿਰਾਂ ਵਿਚਾਰਾਂ ਦੀਆਂ ਉੱਠਦੀਆਂ, ਉਹਨੂੰ ਚਿੱਤ ਕਿਹਾ ਹੈ। ਇਸ ਕਰਕੇ ਮਨ ਤਰਾਜੀ, ਮਨ ਨੂੰ ਤਕੜੀ ਬਣਾ। ਇਹਦੀਆਂ ਜਿਹੜੀਆਂ ਲਹਿਰਾਂ ਉੱਠਦੀਆਂ, ਇਹਦੇ ਪਲੜਿਆਂ 'ਚ ਪਾ ਭਾਰ। ਮਨ ਤਰਾਜੀ ਚਿੱਤ ਤੁਲਾ। ਤੇ ਜਿਹੜੀ ਤੂੰ ਨਾਮ ਜਪਣ ਦੀ ਸੇਵਾ ਹੈ ਨਾ, ਇਹ ਬਣਾ ਸੁਨਿਆਰ ਜਿਹਨੇ ਤਕੜੀ ਫੜੀ ਹੈ। ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ। ਉਹ ਜਿਹੜੀ ਸੇਵ ਕਮਾਵਾਂ ਵਿੱਚ ਸਰਾਫ ਹੈ, ਜਿਹੜਾ ਸੁਨਿਆਰਾ ਤੋਲਣ ਵਾਲਾ ਹੈ, ਉਹ ਤੂੰ ਬਣਾ ਆਪਣਾ ਸੇਵ ਹੈ ਤੇਰੀ ਨਾਮ ਜਪਣਾ। ਮਨ ਹੈ ਤੇਰੀਆਂ ਦੋਨੋਂ ਤਾਂ ਸਾਰੀ ਤਕੜੀ। ਉਹਦੇ ਤਰਾਜੂਆਂ 'ਤੇ ਜਿਹੜਾ ਭਾਰ ਪਾਉਣਾ ਉਹ ਤੁਲਾ ਹੈ, ਤੇ ਜਿਹੜੇ ਭਾਰ ਪਾਉਣਾ ਉਹ ਤੂੰ ਚਿੱਤ ਪਾਉਣਾ ਹੈ। ਕਹਿੰਦੇ ਜੇ ਤੂੰ ਚਿੱਤ ਖੜਾ ਕਰਨਾ ਹੈ ਨਾ, ਮਨ ਦੇ ਵਿੱਚ ਲਹਿਰ ਉੱਠੇ ਹੀ ਨਾ। ਕਹਿੰਦਾ ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ। ਘੱਟ ਹੀ ਭੀਤਰੇ, ਇਸ ਜਿਸਮ ਦੇ ਅੰਦਰ ਹੀ ਘੱਟ ਹੀ ਭੀਤਰੇ 100 ਤੋਲਾ ਇਨ ਬਿਦ ਚਿੱਤ ਰਹਾਵਾਂ। ਚਿੱਤਰ ਖੜਾ ਕਰ ਲੈ ਤੂੰ ਇਸ ਤਰੀਕੇ ਦੇ ਨਾਲ, ਕਿਉਂਕਿ ਕਵਨ ਤਰਾਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾਂ। ਕਵਨ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾਂ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈ ਅਲ ਭਰਪੁਰ ਲੀਣਾ, ਆਪੇ ਸਰਬ ਸਮਾਣਾ। ਰਹਾਓ ਉਹ ਕਹਿੰਦੇ ਲੈ ਤੈਨੂੰ ਤਰੀਕਾ ਵੀ ਦੱਸ ਦਿੰਦਾ। ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ। ਘੱਟ ਹੀ ਭੀਤਰੇ 100 ਤੋਲੀ ਇਨ ਵਿੱਚ ਚਿੱਤ ਰਹਾਵਾਂ।
चित्त नूं खड़ा कर लै। इस करके जे सारे शब्द का रहाओ है ते महाराज ने बड़ी वार्निंग दी है, ये खंड पाठ करने वाले, दवा दब करने वाले, इत्थे अपना चित्त खड़ा कर लै। रहाओ मैं तां लिख रहा, आ जी मैं लाइन लिख रहा इत्थे, बार बार चित्त खड़ा कर, ये बड़ी मतलब की टोक है। ये पिवट ऑफ दी गेम है, ये जिस्ट है सारे शब्द दी, तत्त वस्तु है। ये जिहड़ा ज्ञान है रहाओ तू पहलियां तुकां, इत्थे अपना चित्त खड़ा कर लै। ये इस तरह जिद्दां सड़क च स्पीड ब्रेकर लगे हुंदे गलियां च, स्पीड ब्रेकर कार तेज आ रही होवे उत्थे उहनूं जरूर रोकनी पैंदी है। इदां मन ਜਿਹੜੇ ਪਾਠ ਕਰਨ ਦੀ ਵਾਦੀ ਪਈ ਨਾ ਦਵਾ ਦਬ ਸਾਰੀ, ਉਹ ਕਹਿੰਦੇ ਇਦਾਂ ਨਾ ਕਰ ਪਾਠ, ਜਿਹੜੇ ਰਹਾਉ ਦੀ ਤੁਕ ਹੈਗੀ ਇਹਨੂੰ 2 ਵਾਰੀ ਪੜ੍ਹ, ਕਿਉਂਕਿ ਰਹਾਉ 2 ਵਾਰੀ ਪੜ੍ਹੀ ਦੀ। ਜੋ ਵੀ ਗਾਈਏ ਉਹਦਾ ਰਹਾਉ ਅਸਥਾਈ ਹੁੰਦੀ ਹੈ। ਇਸ ਕਰਕੇ ਸਾਰਾ ਸ਼ਬਦ ਜੇ ਗਾਉਣ ਲੱਗਾ ਤੇ ਹਰ ਸਟੈਂਜੇ ਬਾਅਦ ਜਿੱਥੇ ਅੰਕ ਲਿਖੇ ਆ ਫਿਰ ਰਹਾਉਗਾ। इस करके उत्थे चित्त खड़ा करना है। जेड़ा चित्त रहाउना है उथों रहाओ शब्द, वो भी महले पहले का शब्द है रहाओ। तो इत्थों भी इस करके कभी भी भुलिए ना भी ये सारे शब्दों के पिछे बड़ी टैक्नीकल डेफिनेशन है, वो भी असी इन्हां दे शब्दों तो लैनियां है। गुरु नानक का ही असी शब्द लै रहे हैं, वो रहाओ पहला सब तो बाबे नानक ना अपने वो शब्द क्लीयर कर दिता है, कवन तराजी कवन तुला तेरे कवन शराब, भी इन विदे चित्त रहावा, सारा काम ही खड़ा चित्त नूं खड़ा। चित्त जे लहरां अंदरों उठनियां बंद हो गई, मन बैस गया। इस करके महाराज ने कहा भी दिन तक लहरां खत्म नहीं होंदियां, उन तक भांडा तेरा धोता नहीं जाना। ਜਿਹੜਾ अशांत मन हुंदा वो सदा ही अंदरों दुखी हुंदा है। इस करके जपन जपन ना ही खड़ोना है। इसी करके महत्वपूर्ण तुक लिखी भी नाम ही जपी चली, होर ਜਿਹੜਾ भी तू काम करेगा इन्हां पंजां नूं वस करन दा, जिद्दां मर्जी किताबां पढ़ लै, सैल्फ कंट्रोल ते जो मर्जी कर लै, इन्हां नाल नहीं वापस आउणा। ये नाम ही ऐसी एक दारू है जिहदे नाल कि सारी चीज़ वापस आ जानी। इस करके रहाओ दी तुक च बाबे नानक दी ये चीज़ लिखी, महान उत्तम है भी जपो तां एको नामा, आवरे मेरा फल कामा। रहाओ ते जपिए किदां? गुरु महाराज ने कहा इनहेल एक्सहेल, साह अंदर नूं जावे बाहर नूं जावे, ਇਹਦੇ ਨਾਲ ਗੁਰਮੰਤਰ ਦੀ ਤਾਲ ਜੋੜ ਲੈ ਤੇ खूब जोर ला के अपना जप। इके आख आख है शबद भाख है, आरद उरद दिन राते। गुरु सत्य गुरु का जो सिख आखाए, तो भल के उठे हरे नाम पे आवे। गुर उठे हरे नाम पे आवे, उद्यम करे परल के पर बापी स्नान करे। अमृत सरे नावे, गुर सत्य गुर का जो सिख आखाए। सिख कहना लफ्ज, सिख नहीं कहना। सिख कखे नूं औंकड़ है, उदां ही बुलाउणा, लम्मा नहीं करना। सिख नूं जिद्दां मैं कहना उदां बोलो। गुर सत्य गुर का जो सिख आखाए, तो भर के
उठे हरे नाम ते आवे। ਜਿਹੜਾ ਲਫ਼ਜ਼ ਹਾਰ ਕਿਤੇ ਲਫ਼ਜ਼ ਨਹੀਂ ਹੈ, ਰਾਰੇ ਨੂੰ ਸਿਹਾਰੀ ਹੈ। ਉਹਨੂੰ ਹਰੇ ਥੋੜਾ ਜਿਹਾ ਲਮਕਾਉਣਾ ਹੈ। ਜਿੱਦਾਂ ਅੱਖਰ ਲਿਖੇ ਸਹੀ ਗਾਵਾਂ, ਆਵਰ ਨਾ ਜਾਣਾ ਬਾਣੀ। ਇਹ ਅੱਖਰ ਬੜੇ ਅਜੀਬ ਨੇ। ਇਹ ਅਕਾਲ ਪੁਰਖ ਨੇ ਆਪ ਗੁਰੂ ਨਾਨਕ ਨੂੰ ਕਹਿਣੇ ਸ਼ੁਰੂ ਕੀਤੇ। ਇਹ ਅੱਖਰ ਉੱਤੋਂ ਆਏ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਬੜੀ ਅਜੀਬ ਚੀਜ਼ ਹੈ। ਜਿੰਨੇ ਅੱਖਰ ਹੈ ਇਹਨਾਂ 'ਚ ਗਿਆਨ ਹੈ ਸਾਰਾ। ਅੱਖਰੀ ਨਾਮ, ਅੱਖਰ ਜਿਹੜੇ ਨਾਮ ਜਪਣ ਵਾਲੇ ਆ, 4 ਅੱਖਰ ਉਹ ਵੀ ਅੱਖਰ ਨੇ, ਸਾਰੇ ਸ਼ਬਦਾਂ ਦੇ ਅੱਖਰ ਨੇ। ਇਹ ਅੱਖਰ ਅਖੈਓ ਆਪ। ਗੁਰੂ ਨਾਨਕ ਕਹਿੰਦਾ, ਗੁਰੂ ਬਾਬਾ ਨਾਨਕ ਵੀ ਇਹ ਜਿਹੜੇ ਮੈਨੂੰ ਅੱਖਰ ਸਾਰੇ ਆਏ ਹੈ ਬਾਣੀ ਦੇ ਤੇ ਗੁਰਮੰਤਰ ਦੇ, ਇਹ ਅਕਾਲ ਪੁਰਖ ਨੇ ਮੈਨੂੰ ਆਪ ਆਖੇ। ਅੱਖਰ ਅਖੈਓ ਆਪ। ਇਹ ਤੇ ਐਸੀ ਸਾਰੀਆਂ ਮਿਲਦੀਆਂ ਹੈ ਇਸ ਬਾਣੀ ਚੋਂ। ਜੇ ਖੋਜ ਕਰੀਏ ਤੇ ਬੜੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਜਿੱਦਾਂ ਕੋਈ ਇੱਕ ਬਹੁਤ ਵੱਡਾ ਰਤਨ ਹੁੰਦਾ ਕੀਮਤੀ, ਉਹਦੇ ਆਲੇ ਦੁਆਲੇ ਹੀਰੇ ਲੱਗੇ ਹੈ। ਇਹ ਜਿਹੜੇ ਹੀਰੇ ਲੱਗੇ ਹੈ ਨਾ, ਜੜਾਓ ਹੋਏ ਆ। ਐਸਾ ਵੱਡਾ ਰਤਨ, ਜਿਹੜਾ ਪੱਥਰ ਵੱਡਾ ਰਤਨ ਕਹਿੰਦੇ ਆ, ਉਹਦੇ ਆਲੇ ਦੁਆਲੇ ਫਿਰ ਹੀਰੇ ਜੜੇ ਹੁੰਦੇ ਆ। ਉਹ ਐਡਾ ਕੀਮਤੀ ਹੁੰਦਾ। ਇਹ ਜਿਹੜਾ ਇੱਕ ਗੁਰੂ ਕਾ ਸ਼ਬਦ ਹੈ, ਬਾਣੀ ਦਾ ਗਾਉਣ ਵਾਲਾ, ਪੜ੍ਹਨ ਵਾਲਾ, ਸਮਝਣ ਵਾਲਾ, ਇਹ ਵੀ ਸ਼ਬਦ ਨੇ ਸਾਰੇ। ਇਹ ਸਾਰਾ ਸ਼ਬਦ ਜਿੰਨੇ ਗੁਰਬਾਣੀ ਦੇ ਨੇ, ਉਹ ਗਾਂ ਫਿਰ ਇੱਕ ਸ਼ਬਦ ਦੇ ਜਪਣ ਨਾਲ ਲਾਉਂਦੇ ਨੇ। ਉਹ ਜਿਹੜਾ ਸਾਰੇ ਗੁਰਬਾਣੀ ਦੇ ਸ਼ਬਦ ਹੈ, ਇਹ ਹੀਰੇ ਤੇ ਜਿੱਤ ਜੜਾਓ। ਇਹਦੀਆਂ ਸਿਹਾਰੀਆਂ ਤੇ ਔਂਕੜ ਲੱਗੇ ਆ ਇਹਨਾਂ ਨੂੰ, ਹੋਰ ਇਹ ਹੀਰੇ ਜੜੇ ਪਏ ਇਹਨਾਂ 'ਚ। ਇਸ ਕਰਕੇ ਹਾਰ ਦੇ ਨਾਲ ਰਾਰੇ ਨਾਲ ਹਮੇਸ਼ਾ ਸਿਹਾਰੀ ਆਏਗੀ। ਇਹਨੂੰ ਹਰੇ ਬੁਲਾਉਣਾ, ਥੋੜਾ ਜਿਹਾ ਲੰਮਾ ਕਰਨਾ। ਇਸ ਕਰਕੇ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਰਲ ਕੇ ਉਠੇ ਹਰੇ ਨਾਮ ਤੇ ਆਵੈ। ਜਿਹੜਾ ਵੀ ਹੁਣ ਇੱਥੇ ਗੁਰ ਤੇ ਸੱਤੇ ਗੁਰ, ਅਸੀਂ ਸਤਿਗੁਰ ਨੂੰ ਇਕੱਠਾ ਲਫ਼ਜ਼ ਬਣਾਤਾ ਹੈ। ਇਹੋ ਹੀ ਸਭ ਤੋਂ ਵੱਡੀ ਭੁੱਲ ਹੋਈ ਹੈ। ਜਿਹੜਾ ਲੜੀ ਦਾ ਸਰੂਪ ਟੁੱਟਾ ਹੈ ਬਾਣੀ ਦਾ। ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ। ਇਹ ਐਸਾ ਸਤ ਦਾ ਸਰੂਪ ਸੀ ਕਿ ਇਹ ਜੁੜਵੇਂ ਅੱਖਰਾਂ 'ਚ ਸੀ, ਗੁਰੂਆਂ ਨੇ ਲਿਖਿਆ। ਇਹਨਾਂ ਨਾਲ ਪਾਠ ਕਰਨ ਦੀ, ਇਹਨੂੰ ਸੌਖਾ ਪਾਠ ਕਰਨ ਲਈ ਇਹਨਾਂ ਨਾਲ ਹੁਣੇ ਜਿਹੇ ਹੀ ਬੀੜ ਤੋੜੀ ਔਰ ਇਹ ਸਾਰਾ ਸਰੂਪ ਤੋੜ ਸਿੱਟਿਆ, ਇਹਦੇ ਅੰਗ ਅੰਗ ਤੋੜ ਸਿੱਟੇ। ਇੱਕ ਲੜੀ 'ਚ ਲਿਖਿਆ ਜਾਂਦਾ ਸੀ, ਸਾਰੀ ਲੀਕ ਮਾਰ ਕੇ, ਇੱਕ ਜਿਹੜੀ ਤੁਕ ਹੁੰਦੀ ਸੀ ਉਹ ਪੂਰੀ ਇੱਕ ਲੀਕ ਮਾਰ ਕੇ ਸਾਰੇ ਲਫ਼ਜ਼ ਜੁੜਵੇਂ ਸੀ। ਇਹਨਾਂ ਨਾਲ ਪਾਠ ਕਰਨ ਲਈ, ਆਪਣੇ ਅਖੰਡ ਪਾਠ ਦੀਆਂ ਸਪੀਡਾਂ ਵਧਾਉਣ ਲਈ ਇਹਨਾਂ ਨਾਲ ਮਹਾਰਾਜ ਦੇ ਅੰਗ ਤੋੜੇ ਇਸ ਬਾਣੀ ਦੇ ਅਕਾਲ ਪੁਰਖ ਦੇ। ਔਰ ਇਹ ਬਾਣੀ ਗੁਰੂਆਂ ਨਾਲ ਲੜੀਦਾਰ ਸਰੂਪ 'ਚ ਲਿਖੀ ਸੀ। ਹੁਣ ਤੱਕ ਵੀ ਲੜੀਦਾਰ ਪੋਥੀਆਂ, 5 ਗ੍ਰੰਥੀਆਂ ਪਿੱਛੇ ਸਾਡੇ ਦਾਦੇ ਪੜਦਾਦੇ ਲੜੀਦਾਰ ਸਰੂਪ 'ਚ ਲਿਖਦੇ ਰਹੇ ਨੇ। ਲੇਕਿਨ ਐਸੀ ਅਵੱਗਿਆ ਹੋਈ ਆ, ਉਹਦੇ ਟੁੱਟਣ ਨਾਲ ਇਹਦੇ ਜਿਹੜੇ ਅਸਲ ਭਾਵ ਅਰਥ ਉਹ ਹੋਰ ਦੇ ਹੋਰ ਹੀ ਕਰਤੇ। ਕਿਉਂਕਿ ਕੋਈ ਅੱਖਰ ਸੱਜੇ ਖੱਬੇ ਜੋੜਦੇ ਹੀ ਤੁਰੇ ਗਏ, ਜਿਹਦਾ ਕਿ ਅਰਥਾਂ ਦੇ ਅਨਰਥ ਹੋ ਰਹੇ ਨੇ। ਔਰ ਹਜ਼ਾਰਾਂ ਹੀ ਸਿਹਾਰੀਆਂ ਤੇ ਔਂਕੜ ਗਾਇਬ ਕਰ ਦਿੱਤੇ ਇਹਨਾਂ ਨੇ। ਔਰ ਕਦੀ ਵੇਲਾ ਆਏਗਾ ਵੀ ਇਹ ਸਿੱਖੀ ਸਮਝੇਗੀ ਵੀ ਇਹ ਜਿਹੜੇ ਛਪ ਰਹੇ ਨੇ ਸਰੂਪ ਸਾਰੇ ਹੀ ਗੁਰਬਾਣੀ ਦੇ, ਸਾਰੇ ਹੀ ਗਲਤੀ ਪੂਜੀ ਜਾਂਦੇ ਹੈ। ਹਜ਼ਾਰਾਂ ਦੀ ਗਿਣਤੀਆਂ 'ਚ ਜਿਹੜੇ ਸਿਹਾਰੀ ਤੇ ਔਂਕੜ ਲਾਏ ਸੀ, ਇਹਦੇ ਨੇ ਗਾਇਬ ਕਰ ਦਿੱਤੇ ਹੈ। ਜਿਨ੍ਹਾਂ ਨੇ ਸਾਰੀ ਉਮਰ ਇਸ ਬਾਣੀ ਖੋਜਣ ਨੂੰ, ਸਿਹਾਰੀਆਂ ਔਂਕੜ ਤੇ ਸਪੈਲਿੰਗ ਖੋਜਣ ਨੂੰ ਲਾਤੀ, ਉਹਨੇ ਦਾਸ ਦੇ ਸਾਥੀ ਵੀਰ ਜੋਗਿੰਦਰ ਸਿੰਘ ਜੀ ਤਲਵਾੜਾ, ਉਹਨਾਂ ਨੇ ਸਾਰੀ ਉਮਰ ਆਪਣੀ ਲਾਤੀ ਬਜ਼ਾਰਿਆਂ ਨਾ ਪੀਏ। ਇਹ ਸਰੂਪ ਸਮਝੀਏ, ਜਦੋਂ ਦਾ ਇਹ ਸਰੂਪ ਟੁੱਟਾ ਹੈ, ਇਹ ਅੱਖਰਾਂ ਦਾ,
ਉਧਰ ਅਧਰ ਲਾਉਣਾ। ਐਸਾ ਇਹਨਾਂ ਨਾਲ ਜਿਹੜੇ ਪ੍ਰਿੰਟਰ ਹੈ, ਛਾਪਣ ਵਾਲੇ ਹੈ, ਵੀ ਸਾਡੇ ਗ੍ਰੰਥ ਛਪ ਜਾਣ, ਖੰਡ ਪਾਠ ਕਰਨ ਵਾਲੇ, ਪਾਠੀ ਵਧਾਉਣ ਲਈ, ਇਹਨਾਂ ਨਾਲ ਸਪੀਡਾਂ ਵਧਾਉਣ ਲਈ, ਵੀ ਸੌਖਾ ਪੜ੍ਹਿਆ ਜਾਏ, ਆਮ ਬੰਦਾ ਵੀ ਖੰਡ ਪਾਠੀ ਬਣ ਸਕੇ। ਇਹ ਸਰੂਪ ਟੁੱਟਾ, ਇਹ ਐਡੀ ਵੱਡੀ ਵਗਿਆ ਹੋਈ ਆ। ਉਹਨਾਂ ਨੇ ਕਦੋਂ ਦਾ ਰੌਲਾ ਪਾਇਆ, ਭਾਈ ਇਹ ਸਾਂਭੋ ਆਪਣੇ ਸਤਿਗੁਰੂ ਨੂੰ। ਇਹ ਗੁਰੂ ਗਿਆਨ ਹੈ, ਸਾਡਾ ਗਿਆਨ ਗੁਰੂ ਆਤਮ ਉਪਦੇਸੋ। ਗੁਰੂ ਦਸਮ ਪਾਤਸ਼ਾਹ ਨਾ ਤੁਹਾਨੂੰ ਗ੍ਰੰਥ ਨੂੰ ਗੁਰਿਆਈ ਨਹੀਂ ਸੀ ਦਿੱਤੀ, ਉਹਨਾਂ ਨੇ ਗੁਰੂ ਗਿਆਨ ਨੂੰ ਗੁਰਿਆਈ ਦਿੱਤੀ ਸੀ। ਰੇ ਮਨੇ ਐਸੋ ਕਰ ਸੰਨਿਆਸਾ, ਬਾਂਸੇ ਸਦਨ ਕ ਸਭੇ ਕਰ ਸਮਝੋ, ਮਨ ਮਾਇਆ ਉਦਾਸਾ। ਜਪ ਕੀ ਜਟਾ ਜੋ ਕੇ ਮਜਨ, ਨੇਮ ਕੇ ਨਖਨ बढ़ाओ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਭਪੂਤ ਲਗਾਓ। ਤੁਹਾਡਾ ਗਿਆਨ ਹੀ ਸਾਰਾ ਗਲਤ ਕਰ ਦਿੱਤਾ, ਔਰ ਗਲਤ ਗਿਆਨ ਨੂੰ ਹੀ ਪੂਜੀ ਜਾਂਦੇ ਹੈ। ਗਲਤ ਗਿਆਨ ਨੂੰ ਕਹੀ ਜਾਂਦੇ ਹੈ ਜਾਗਦੀ ਜੋਤ ਦਸਾਂ ਪਾਤਸ਼ਾਹਾਂ ਦੀ। ਕਿੱਦਾਂ ਉਹ ਜੋਤ ਜਿਹੜਾ ਕਰੈਕਟ ਹੀ ਨਹੀਂ ਤੁਹਾਡਾ ਗ੍ਰੰਥ, ਉਹਨੂੰ ਤੁਸੀਂ ਕਿੱਦਾਂ ਪੂਜ ਸਕਦੇ ਹੋ? ਕਿੱਦਾਂ ਦੁਨੀਆ ਦੇ ਬ੍ਰੇਨ ਵਾਸ਼ ਆਊਟ ਕਰੀ ਜਾ ਰਹੇ। ਉਹਨੇ ਰੌਲਾ ਪਾਇਆ ਪਰ ਕੋਈ ਨਹੀਂ ਸੁਣਦਾ। ਉਹ ਕਹਿੰਦਾ ਹਜ਼ਾਰਾਂ ਦੀ ਗਿਣਤੀ 'ਚ ਸਿਹਾਰੀਆਂ ਤੇ ਔਂਕੜ ਇਹਨਾਂ ਨੇ ਗਾਇਬ ਕਰ ਦਿੱਤੇ ਹੈ, ਜਿਹੜੇ ਅਸੀਂ ਲੱਭੀ ਆ ਰਹੇ ਹਾਂ ਔਰ ਦੱਸੀ ਆ ਰਹੇ ਹਾਂ ਸਿੱਖੀ ਨੂੰ। ਇਸ ਕਰਕੇ ਸੰਭਲਣਾ ਚਾਹੀਦਾ, ਜਿੱਦਾਂ ਬਾਣੀ ਲਿਖੀ ਉੱਦਾਂ ਹੀ ਇਹਨੂੰ ਬੋਲਣਾ, ਔਰ ਭਾਵ ਅਰਥਾਂ ਇਹਦੇ ਖੁੱਲ੍ਹਣੇ ਤਦੇ ਹੈ ਜਦ ਕਿ ਲੜੀਦਾਰ ਸਰੂਪ ਤੋਂ ਅਸੀਂ ਆਪਣੀ ਗੁਰੂ ਮਹਾਰਾਜ ਦੀ ਦਿੱਤੀ ਬੁੱਧੀ ਨਾਲ ਉਹਨੂੰ ਅਲੱਗਾ ਅਲੱਗਾ ਕਰਾਂਗੇ। ਆਪਣੇ ਭਾਵ ਜਿੰਨੀ ਕਿਸੇ ਦੀ ਅੰਦਰ ਦੀ ਚੜ੍ਹਾਈ ਹੋਏਗੀ, ਮਹਾਰਾਜ ਉਹਨੂੰ ਸੋਝੀ ਦੇਗਾ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਫਿਰ ਉਹ ਸਹਿਜੇ ਹੀ ਸੱਚੇ ਸਮਾਇਆ। ਜਿਸ ਨੂੰ ਮਹਾਰਾਜ ਅੰਦਰ ਮਦਦ ਦੇਗਾ ਸਮਝਣ ਦੀ, ਉਹ ਜਿਹੜੇ ਇਹ ਅੱਖਰ ਹੈ ਉਹਨਾਂ ਦੀਆਂ ਸਿਹਾਰੀਆਂ, ਔਂਕੜ, ਉਧਰ ਅਧਰ ਇਹਨਾਂ ਦਾ ਤੋੜਨਾ, ਸਾਰਾ ਕੁਝ ਬੋਲਣ ਵੇਲੇ ਅਲੱਗ ਅੱਖਰ ਕਰਨੇ, ਉਹ ਆਪਣੇ ਆਪ ਹੀ ਭਾਵ ਅਰਥਾਂ 'ਚ ਉਹਦੇ ਹੋਣਗੇ, ਲੇਕਿਨ ਬਾਹਰ ਉਹ ਜੁੜੇ ਹੀ ਰਹਿਣਗੇ ਸਦਾ। ਜਿੰਨੀ ਕਿਸੇ ਦੀ ਚੜ੍ਹਾਈ ਹੋਊਗੀ ਉਨਾ ਹੀ ਉਹ ਇਸ ਬਾਣੀ ਨੂੰ ਸਮਝੇਗਾ, ਔਰ ਬਗੈਰ ਨਾਮ ਜਪਣ ਤੋਂ ਇਹਦੀ ਸਮਝ ਹੀ ਨਹੀਂ ਆ ਸਕਦੀ, ਕਿਉਂਕਿ ਸਾਰਾ ਬ੍ਰਹਮ ਗਿਆਨ ਹੀ ਨਾਮ ਜਪਣ ਵਾਲਿਆਂ ਲਈ ਲਿਖਿਆ ਹੈ। ਇਹ ਪੜ੍ਹਨ ਵਾਲਿਆਂ ਨਹੀਂ, ਪੂਜਣ ਵਾਲਿਆਂ ਨਹੀਂ, ਖੰਡ ਪਾਠ ਕਰਨ ਵਾਲਿਆਂ ਨਹੀਂ ਨਹੀਂ ਹੈ ਸਾਰੀ ਬਾਣੀ ਆਈ। ਇਹ ਬਾਣੀ ਐਸੀ ਹੈ ਕਿ ਇੱਕ ਇੱਕ ਸ਼ਬਦ ਅੰਦਰ ਦੀ ਜਿਹੜੀ ਅੜਕਣ ਹੱਲ ਤੁਹਾਨੂੰ ਆਉਣੀ ਹੈ, ਤਕਲੀਫ ਨਾਮ ਜਪਣ 'ਚ ਉਹਦਾ ਹੱਲ ਹੈ। ਇਸ ਕਰਕੇ ਜਿੰਨੀ ਬਾਣੀ ਪੜ੍ਹਨੀ ਹੈ ਸਾਰੀ ਇਹ ਨਾਮ ਜਪਣ ਵਾਲਿਆਂ ਦੀ, ਔਰ ਸਮਝ ਵੀ ਉਹਨਾਂ ਨੂੰ ਆਉਣੀ ਹੈ, ਕਿਉਂਕਿ ਮਹਾਰਾਜ ਦਾ ਹੁਕਮ ਹੈ। ਇਹਨੂੰ ਖੋਜਣਾ ਕਿੱਦਾਂ ਹੈ? ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡ ਭਾਗੀ। ਇਹਦੀ ਖੋਜ ਹੋ ਹੀ ਨਹੀਂ ਸਕਦੀ ਜਿੰਨ ਚਿਰ ਤੁਸੀਂ ਜਪ ਨਹੀਂ ਕਰੋਗੇ, ਅਭਿਆਸ ਨਹੀਂ ਕਰੋਗੇ ਸ਼ਬਦ ਦਾ। ਇਸ ਕਰਕੇ ਅੱਖਰ ਬੜੇ ਅਜੀਬ ਹੈ। ਫਤਿਹਗੁਰ ਲਫ਼ਜ਼ ਕੋਈ ਇਕੱਠਾ ਨਹੀਂ ਹੈ, ਕਿਉਂਕਿ ਜਿਹੜੇ ਹੁਕਮਨਾਮੇ ਆਉਂਦੇ ਹੈ ਗੁਰੂਆਂ ਦੇ ਸੰਗਤ ਤਾਈਂ ਜਾਂਦੇ ਹੈ, ਉੱਥੇ ਇੱਕ ਉਹ ਫਤਿਹ ਗੁਰ ਪ੍ਰਸਾਦ ਵੀ ਲਿਖਿਆ, ਇਹ ਵੀ ਲਿਖਿਆ ਇੱਕ ਉਹ ਗੁਰ ਸੱਤੇ, ਪਰ ਇਹਨਾਂ ਉਲਟਾ ਪਾ ਲਫ਼ਜ਼, ਇੱਕ ਉਹ ਗੁਰ ਸੱਤੇ। ਫਤਿਹ ਗੁਰ ਲਫ਼ਜ਼ ਇਕੱਠਾ ਨਹੀਂ ਹੈ, ਇਹਨਾਂ ਨੇ ਜੋੜ ਕੇ ਜਿੱਥੇ ਸੱਤੇ ਆਇਆ ਉੱਥੇ ਗੁਰ ਨਾਲ ਆਇਆ, ਇਹਨਾਂ ਨੂੰ ਸਤਿਗੁਰ ਲਫ਼ਜ਼ ਬਣਾਤਾ ਤੇ ਸਾਰੀ ਸਿੱਖੀ ਦੇ ਮੂੰਹ ਤੇ ਸਤਿਗੁਰ ਚੜ੍ਹ ਗਿਆ, ਜਦ ਕਿ ਸਤਿਗੁਰ ਲਫ਼ਜ਼ ਹੀ ਕੋਈ ਨਹੀਂ ਹੈ। ਲਫ਼ਜ਼ ਹੈ ਸੱਤੇ ਮੈਨੇ ਜਿਹਦੀ ਹੋਂਦ ਹੈ, ਸੱਤੇ ਨੂੰ ਸਿਹਾਰੀ ਬੁਲਾਉਣੀ ਹੈ। ਅਸੀਂ ਸਤਨਾਮ ਕਹਿ ਦਿੰਦੇ ਹਾਂ, ਜਿਹੜਾ ਬਿਲਕੁਲ ਗਲਤ ਹੈ। ਇਹਨੂੰ ਸੱਤੇ ਨਾਮ ਬੁਲਾਉਣਾ ਹੈ। ਸਾਡੀਆਂ ਸਿਹਾਰੀ ਗੂੰਗੀ ਨਹੀਂ ਹੈ। ਇਹ ਸਿਹਾਰੀ ਨਾਮ ਬੁਲਾਉਣਾ ਗੁਰੂ ਮਹਾਰਾਜ ਦੇ ਅੰਗ ਤੋੜਨੇ ਹੈ, ਗਲਤ ਪੜ੍ਹਨਾ ਹੈ। ਕਦੀ ਸਤਨਾਮ ਨਾ ਕਹੀਏ, ਸੱਤੇ ਨਾਮ। ਸੱਤੇ ਨੂੰ ਸਿਹਾਰੀ ਹੈ। ਜਿੱਥੇ ਸੱਤ ਲਿਖਣਾ ਸੀ ਉੱਥੇ ਲਹਿਦਾ ਲਿਖ ਦਿੱਤਾ ਹੈ। ਥਾਲ ਵਿੱਚ ਤਿੰਨੇ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸਤ ਉੱਥੇ ਸੱਸਾ ਪੱਪਾ ਹੈ। ਇਸ ਕਰਕੇ ਜਿੱਥੇ ਜਿੱਥੇ ਸੱਤੇ ਹੈ ਉਹਨੂੰ ਸੱਤੇ ਹੀ ਬੁਲਾਉਣਾ ਹੈ। ਇਹ ਸੱਤੇ ਮੈਨੇ ਜਿਹਦੀ ਸਦਾ ਹੀ ਹੋਂਦ ਹੈ। ਸਾਡਾ ਗੁਰ ਕੋਈ ਕਿਤਾਬ ਨਹੀਂ ਹੈ, ਸਾਡਾ ਗੁਰ ਕੋਈ ਬੰਦਾ ਨਹੀਂ ਹੈ ਜਿਹੜਾ ਮਰ ਜਾਣਾ ਹੈ। ਸਾਡਾ ਗੁਰ ਹੈ ਸਦਾ ਹੀ ਹੋਂਦ ਚ ਰਹਿਣ ਵਾਲਾ। ਇਸੇ ਕਰਕੇ ਸਾਡੇ ਗੁਰ ਨੂੰ ਸੱਤੇ ਗੁਰ ਕਿਹਾ ਹੈ, ਜਿਹਦਾ ਸਦਾ ਹੋਂਦ ਹੈ। ਇਸੇ ਕਰਕੇ ਜਿਹੜਾ ਗੁਰ ਸ਼ਬਦ ਹੈ ਉਹਦੇ ਵੀ ਰਾਰੇ ਨੂੰ ਔਂਕੜ ਆਏਗਾ।
ਜਿੱਥੇ ਜਿੱਥੇ ਕਈ ਵਾਰੀ ਨਹੀਂ ਆਏਗਾ ਉਹਦੇ 'ਚ ਵੀ ਭੇਦ ਹੈ, ਪਰ ਅੱਜ ਅਸੀਂ ਪਹਿਲੀ ਤੁਕ ਲੈ ਰਹੇ ਹਾਂ ਉਸ ਸ਼ਬਦ ਦੀ ਵੀ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ। ਅਸੀਂ ਸਿੱਖ ਕਿਹਦੇ ਹਾਂ? ਅਸੀਂ ਕਿਸੇ ਬੰਦੇ ਦੇ, ਕਿਸੇ ਗੁਰੂ ਨਾਨਕ ਦੇ, ਕਿਸੇ ਗੁਰੂ ਦੇ ਸਿੱਖ ਨਹੀਂ ਆ, ਅਸੀਂ ਸ਼ਬਦ ਦੇ ਸਿੱਖ ਹਾਂ। ਉਹ ਕਿਸ ਤਰ੍ਹਾਂ? ਜਿੱਥੇ ਇੱਥੇ ਹੈ ਗੁਰ, ਰਾਰੇ ਨੂੰ ਔਂਕੜ ਹੈ, ਫਿਰ ਕਿਹੜਾ ਗੁਰ? ਸੱਤੇ ਗੁਰ, ਸਦਾ ਰਹਿਣ ਵਾਲਾ ਗੁਰ। ਜਿਹੜਾ ਗੁਰ ਸ਼ਬਦ ਹੈ ਪਹਿਲੀ ਵਾਰੀ ਬਾਬੇ ਨਾਨਕ ਨੂੰ ਉੱਤੋਂ ਆਇਆ, ਔਰ ਉਹਦਾ ਗੁਰੂ ਵੀ ਇਹੋ ਹੀ ਹੈ ਗੁਰ, ਰਾਰੇ ਨੂੰ ਔਂਕੜ ਵਾਲਾ। ਉਹ ਆਪ ਲਿਖਦੇ ਨੇ, ਤਤ ਨਿਰੰਜਨ ਜੋਤੇ ਸਬਾਈ ਸੋ ਹੰਗ ਭੇਦ ਨ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਆਪ ਮਹੱਲਾ ਪਹਿਲਾ ਕਹਿੰਦਾ ਮੇਰਾ ਗੁਰ ਜਿਹੜਾ ਹੈ, ਲਫ਼ਜ਼ ਜਿੱਥੇ ਮੈਂ ਲਿਖਾਂ ਉਹ ਗੁਰ ਉਹੀ ਪਰਮੇਸ਼ਰ ਹੈ, ਉਹੀ ਤੱਤ ਹੈ, ਉਹੀ ਸਾਰੇ ਬੰਨੇ ਜੋਤ ਹੈ, ਉਹੀ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ, ਉਹੀ ਜਿਹੜਾ ਵੱਡਾ ਭਾਰਾ ਪੁਰਾਣਾ ਸ਼ਬਦ ਚੱਲਿਆ ਆ ਰਿਹਾ ਸੀ ਵੇਦਾਂ 'ਚ, ਸੋ ਹੰਗ ਮੇਰਾ ਗੁਰ ਹੈ ਸ਼ਬਦ। ਤਤ ਨਿਰੰਜਨ, ਤਤ ਨਿਰੰਜਨ ਜੋਤੇ ਸਬਾਈ, ਜਿਹਦੀ ਸਾਰੀ ਆਰੇ ਬੰਨੇ ਦਸਮ ਪਾਤਸ਼ਾਹ ਨਿਕਲਿਆ, ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਜੋ ਦਸਮ ਪਾਤਸ਼ਾਹ ਜੋ ਦੇਖ ਰਿਹਾ ਹੈ ਉਹ ਗੁਰ ਹੀ ਹੈ, ਸ਼ਬਦ ਹੀ ਹੈ। ਤਤ ਨਿਰੰਜਨ ਜੋਤੇ ਸਬਾਈ ਸੋ ਹੰਗ ਭੇਦ ਨਾ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਪਰਮੇਸ਼ਰ ਵੀ ਸ਼ਬਦ ਰੂਪ ਹੀ ਹੈ। ਸੱਤੇ ਸਾਚੋ ਹਰੀ ਨਿਵਾਸੋ ਆਦਿ ਪੁਰਖੋ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ। ਇਹੋ ਪੱਟਾ ਨਾ ਦੇਖਿਆ, ਇਸ ਕਰਕੇ ਸਾਡੇ ਲਈ ਸਭ ਕੁਛ ਪਰਮੇਸ਼ਰ ਗੁਰੂ, ਸਾਡੀ ਜਿੰਦ ਜਾਨ ਨਾਨਕ ਕਾ ਜੀਓ ਪਿੰਡ ਗੁਰੂ ਹੈ, ਸਾਡਾ ਸਭ ਕੁਛ ਸ਼ਬਦ ਹੈ, ਸ਼ਬਦ ਹੀ ਸ਼ਬਦ ਰਹਿ ਜਾਣਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹਿੰਦੇ ਮੇਰੇ ਅੰਦਰ ਕੱਖ ਨਹੀਂ ਰਿਹਾ ਹੋਰ। ਮਹੱਲਾ ਨੌਵਾਂ ਕਹਿੰਦਾ ਮੇਰੇ ਅੰਦਰ ਕੀ ਹੈ? ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਪਰ ਇਹ ਸਾਰੇ ਆਏ ਕਿੱਥੋਂ? ਜਦੋਂ ਮੈਂ ਗੁਰਮੰਤਰ ਦਾ ਜਪ ਕੀਤਾ। ਸਾਡੇ ਕੋਲ ਇੱਕੋ ਹੀ ਗੁਰਮੰਤਰ ਹੈ, ਉਹਨੂੰ ਹੀ ਜਪਣਾ, ਉਹਦੇ 'ਚ ਹੀ ਸਮਾਉਣਾ, ਉਹੀ ਸਾਡੇ ਲਈ ਰੱਬ, ਉਹੀ ਸਾਡੇ ਕੋਲ ਸਭ ਕੁਛ, ਮਾਤ ਪਿਤਾ ਭੈਣ ਭਰਾ ਸਕਾ, ਇਹ ਸ਼ਬਦ ਨਾਲ ਹੀ ਅਸੀਂ ਪਿਆਰ ਕਰਨਾ। ਸ਼ਬਦ ਧਰੋ ਪਿਆਰੋ, ਇਹ ਐਡਾ ਵੱਡੀ ਚੀਜ਼ ਹੈ ਜਿਹੜਾ ਕੋਈ ਵਿਰਲਾ ਸਮਝੇਗਾ, ਤੇ ਨਾ ਸਮਝ ਕੇ ਹੀ ਦੁਨੀਆ ਨਾਮ ਨਹੀਂ ਜਪ ਰਹੀ ਤੇ ਬਾਣੀ ਨੂੰ ਪੜ੍ਹੀ ਜਾ ਰਹੀ ਹੈ। ਇਸ ਕਰਕੇ ਅਸੀਂ ਸਿੱਖ ਕਿਹਦੇ ਹੈ? ਅਸੀਂ ਸ਼ਬਦ ਦੇ ਸਿੱਖ ਹਾਂ, ਅਸੀਂ ਅਕਾਲ ਪੁਰਖ ਦੇ ਸਿੱਖ ਹਾਂ, ਅਸੀਂ ਉਸ ਜੋਤ ਦੇ ਸਿੱਖ ਹਾਂ ਜਿਹੜੀ ਵਰਤ ਰਹੀ। ਇਸ ਕਰਕੇ ਮਹਾਰਾਜ ਨਾ ਸਤਿਗੁਰ ਕਾ ਸਿੱਖ ਨਹੀਂ ਲਿਖਿਆ, ਇੱਥੇ ਲਿਖਿਆ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ। ਅਸੀਂ ਸਾਨੂੰ ਦੇਖਿਆ ਹੀ ਇਹ ਸ਼ਬਦ ਮਿਲਦੀ ਹੈ ਤੇ ਸਾਡਾ ਗੁਰ ਪਰਮੇਸ਼ਰ ਹੈ। ਬਾਬਾ ਨਾਨਕ ਵਿੱਚ ਮਿਲਾਉਣ ਵਾਲਾ ਗਿਆਨ ਰੂਪ ਗੁਰੂ ਹੈ, ਉਹ ਦੀਖਿਆ ਦੇਣ ਵਾਲਾ ਗੁਰੂ ਹੈ। ਗੁਰੂ ਦੇ ਦੋ ਫੰਕਸ਼ਨ ਵੀ ਹੁੰਦੇ ਹੈ, ਦੀਖਿਆ ਦੇਣੀ, ਗੁਰਮੰਤਰ ਦੇਣਾ, ਉਹ ਦੇਹ 'ਚ ਦੇ ਸਕਦਾ ਹੈ। ਗਿਆਨ ਦੇਣਾ ਆਪਣੇ ਸਿੱਖ ਨੂੰ, ਗਿਆਨ ਉਹਦਾ ਨਹੀਂ ਹੁੰਦਾ, ਗਿਆਨ ਅਕਾਲ ਪੁਰਖ ਦਾ ਹੁੰਦਾ ਹੈ, ਉਹਦੇ ਵੱਲੋਂ ਆਇਆ ਹੁੰਦਾ। ਉਹ ਗਿਆਨ ਗਾਂ ਟਰਾਂਸਫਰ ਕਰਨਾ ਆਪਣੇ ਸਿੱਖ ਦੇ ਹਿਰਦੇ 'ਚ ਹੌਲੀ ਹੌਲੀ। ਗੁਰੂ ਦੇ ਦੋ ਫੰਕਸ਼ਨ ਹੈ ਸਦਾ ਹੀ, ਦੇ ਅਦੇ ਨੌ ਦੇਹਾਈਆਂ ਆਈਆਂ, ਉਹਨਾਂ ਨਾਲ ਗਾਂ ਗੁਰਮੰਤਰ ਦੇਣਾ ਸੀ ਕੰਨ 'ਚ। ਇਸ ਕਰਕੇ ਦੇਹੀ ਤੋਂ ਬਗੈਰ ਗਾਂ ਦੀਖਿਆ ਨਹੀਂ ਹੋ ਸਕਦੀ। ਤੇ ਇਸੇ ਕਰਕੇ 9ਵੇਂ ਮਹੱਲੇ ਤੋਂ ਬਾਅਦ ਜਦੋਂ ਦੇਹ ਰਹੀ ਨਹੀਂ, ਦੀਖਿਆ ਪੰਜਾਂ ਦੇ ਹਵਾਲੇ ਕਰ ਦਿੱਤੀ ਗਈ, ਉਹਨਾਂ ਪੰਜਾਂ ਜਿਸਮਾਂ ਦੇ ਵਿੱਚ ਆ ਗਿਆ ਸਤਿਗੁਰ। ਇਸ ਕਰਕੇ ਜਿਹੜੀ ਦੀਖਿਆ ਦੇਣ ਦਾ ਕੰਮ ਸੀ ਉਹ ਦੇਹੀਆਂ ਦਿੰਦੀਆਂ ਸੀ, ਤਾਂ ਦੇਹੀ 'ਚ ਸੀ ਗੁਰੂ ਨਾਨਕ ਨੇ, ਤੇ ਅਸਲ 'ਚ ਉਹ ਸ਼ਬਦ ਰੂਪ ਸੀ। ਉਹਨੂੰ ਦੇਹੀ ਕਾਇਮ ਰੱਖਣੀ ਸੀ ਆਲੇ ਦੁਆਲੇ, ਉਹ ਦੇਹੀਆਂ ਦੇ ਹੁੰਦੇ ਹੋਏ ਵਧੇ ਸੀ। ਜਿਹੜਾ ਇਹ ਚੀਜ਼ ਨਹੀਂ ਸਮਝੇਗਾ ਉਹ ਸਾਰੀ ਬਾਣੀ 'ਚੋਂ ਗੁਰੂ ਨਾਨਕ ਦਾ ਜੋ ਧੁਰਾ ਹੈ,
ਜੋ ਉਹਨੇ ਦੁਨੀਆ 'ਚ ਸਿਸਟਮ ਲਿਆਂਦਾ ਤੇ ਗੁਰੂਡਮ ਦੇਹ ਦੀ ਖਤਮ ਕੀਤੀ, ਉਹ ਨਹੀਂ ਸਮਝ ਸਕੇਗਾ। ਉਹਨਾਂ ਦਾ ਸ਼ਬਦ ਗੁਰੂ ਸੁਰਤੇ ਧੁੰਨੇ ਚੇਲਾ ਸੀ। ਉਹਨਾਂ ਦੀ ਦੇਹ ਦੇਖਣ ਨੂੰ ਲੱਗਦੀ ਸੀ ਸਾਰਿਆਂ ਗੁਰੂਆਂ ਦੀ, ਪਰ ਉਹ ਸਦਾ ਹੀ ਵਿਦੇਹ ਸੀ, ਅੰਦਰੋਂ ਜੁੜੇ ਪਏ ਸੀ ਸ਼ਬਦ ਨਾਲ। ਬਾਹਰ ਪੰਜਾਂ ਤੱਤਾਂ ਦੀ ਦੇਹ ਸਾਨੂੰ ਦਿਖਦੀ ਸੀ, ਪਰ ਉਹ ਇੰਨੇ ਸੂਖਸ਼ਮ ਸੀ ਅੰਦਰੋਂ। ਉਹ ਸਿਰਫ ਬਾਹਰਲੀ ਦੇਹ ਉਹਨਾਂ ਦੀ ਦੀਖਿਆ ਦੇਣ ਲਈ ਤੇ ਮੁਬਾਰਕ ਇਸ ਮੂੰਹ ਦੇ ਵਿੱਚੋਂ ਬਾਣੀ ਗਾਂ ਅਕਾਲ ਪੁਰਖ ਦੀ ਟਰਾਂਸਫਰ ਕਰਨੀ, ਸਾਡੇ ਤੱਕ ਇਹ ਗਿਆਨ ਪਹੁੰਚਾਉਣ ਲਈ ਦੇਹਾਂ ਸੀ। ਹੁਣ ਦੇਹ ਰਹੀ ਨਹੀਂ, ਉਹਦੇ ਲਈ ਪੰਜ ਖੜੇ ਕਰ ਦਿੱਤੇ ਆ। ਪੰਜਾਂ ਤੋਂ ਬਗੈਰ ਨਹੀਂ ਮਿਲ ਸਕਦਾ ਇਹ ਗੁਰਮੰਤਰ, ਉਹ ਦੀਖਿਆ ਦੇ ਦਿੰਦੇ ਨੇ। ਗਿਆਨ ਸਾਡੇ ਕੋਲ ਪਹੁੰਚ ਚੁੱਕਾ, ਇਹ ਪੂਰਨ ਬ੍ਰਹਮ ਗਿਆਨ, ਹੋਰ ਇਹਦੀ ਲੋੜ ਹੀ ਨਹੀਂ ਕਈ ਯੁੱਗਾਂ ਤੱਕ। ਹੁਣ ਇਸੇ ਕਰਕੇ ਪ੍ਰਗਟ ਭਈ ਸਗੜੇ ਜੋਗ ਅੰਤਰ, ਗੁਰ ਨਾਨਕ ਕੀ ਵਡਿਆਈ ਕੀ ਸੀ ਵੀ ਦੀਖਿਆ ਲਈ। ਉਹ ਗੋਬਿੰਦ ਰਾਏ ਅਰਗੇ ਨੂੰ ਗੋਬਿੰਦ ਸਿੰਘ ਬਣਾ ਗਏ ਪੰਜੇ। ਉਹ ਦੀਖਿਆ ਹੁਣ ਵੀ ਗੁਰਸਿੱਖਾਂ ਅੰਦਰ ਸਤੇ ਗੁਰ ਵਰਤੇ, ਉਹ ਹੁਣ ਵੀ ਵਰਤੂਗਾ, ਪਰ ਖੰਡੇ ਬਾਟੇ ਦੀ ਪੌਲ ਠਾਣੀ। ਔਰ ਉਹ ਪੌਲ ਜੋ ਦੀਖਿਆ, ਪੌਲ ਬੈਪਟਿਜ਼ਮ ਜੋ ਸੀ, ਉਹਦੇ ਲਈ ਦੇਹ ਹੱਲੀ ਵੀ ਹੈ, ਪੰਜਾਂ ਤੋਂ ਬਗੈਰ ਨਹੀਂ ਕੋਈ ਦੇ ਸਕਦਾ। ਇਸ ਕਰਕੇ ਜਿਹੜਾ ਗਿਆਨ ਹੈ ਉਹ ਸਾਡੇ ਕੋਲ ਪੋਥੀ ਹੈ। ਪੋਥੀ ਪਰਮੇਸ਼ਰ ਕਾ ਫਾਨ, ਸਾਧ ਸੰਗੇ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਸ ਕਰਕੇ ਪੋਥੀ ਤੇ ਪੰਜ ਪਿਆਰੇ ਹੁਣ ਨਹੀਂ ਕਹਿਣੇ ਚਾਹੀਦੇ। ਪੰਜ ਪਿਆਰੇ ਉਹੀ ਸੀ, ਹੁਣ ਪੰਜ ਸਿੰਘ ਵੀ ਨਹੀਂ, ਹੁਣ ਪੰਜ ਸਿੱਖ ਕਹਿਣੇ ਚਾਹੀਦੇ, ਕਿਉਂਕਿ ਸਿੰਘ ਲਫ਼ਜ਼ ਦੇ ਨਾਲ ਸਿੰਘਣੀ ਲਫ਼ਜ਼ ਲਾਉਣਾ ਪੈਣਾ। ਲੇਕਿਨ ਮਹਾਰਾਜ ਨੇ ਸਿੱਖ ਲਫ਼ਜ਼ ਲਾਇਆ, ਗੁਰਸਿੱਖਾਂ ਅੰਦਰ ਸਤੇ ਗੁਰ ਵਰਤੇ। ਸਿੱਖ ਪੰਜ ਜਿਹੜੇ ਹੈ ਉਹਨਾਂ 'ਚ ਬੀਬੀ ਵੀ ਹੋ ਸਕਦੀ ਹੈ, ਕਿਉਂਕਿ ਸਿੱਖਣੀ ਲਫ਼ਜ਼ ਕੋਈ ਨਹੀਂ ਹੈ, ਸਿੱਖ ਕਾਮਨ ਜੈਂਡਰ ਹੈ। ਜਿੱਥੇ ਲਫ਼ਜ਼ ਸਿੱਖ ਆ ਜਾਏ, ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਉਹਦੇ 'ਚ ਬੀਬੀਆਂ ਵੀ ਸ਼ਾਮਲ ਹੈ। ਦੋਨੋਂ ਸੈਕਸ ਨੇ, ਮੇਲ ਫੀਮੇਲ ਦੀ ਸਾਡੇ ਬਾਣੀ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਸਾਡਾ ਬਾਣੀ ਸਿਰਫ ਠੋਡੀ ਤੱਕ ਹੀ ਹੈ ਗਿਆਨ, ਸਾਡਾ ਮੂੰਹ ਦੇ ਵਿੱਚ ਹੀ ਸਾਡਾ ਗਿਆਨ ਹੈ। ਮੂੰਹ ਨਾਲ ਨਾਮ ਜਪਣਾ, ਭਾਵੇਂ ਬੀਬੀ ਦਾ ਮੂੰਹ ਹੋਵੇ, ਭਾਵੇਂ ਸਿੱਖ ਦਾ ਬੰਦੇ ਦਾ ਮੂੰਹ ਹੋਵੇ, ਸਾਡਾ ਗਿਆਨ ਠੋਡੀ ਤੋਂ ਠਾਂ ਗਿਆ ਹੀ ਨਹੀਂ ਸੈਕਸ ਤੱਕ। ਉਹ ਸਾਡਾ ਗਿਆਨ ਮੂੰਹ 'ਚ ਹੀ ਹੈ ਸਾਰਾ। ਵੀ ਜੀਭ ਨਾਲ ਨਾਮ ਜਪਣਾ, ਬੰਦਾ ਦਾ ਮੂੰਹ ਜੀਭ ਜਪ ਗਿਆ ਉਹ ਪਾਰ ਹੋ ਗਿਆ, ਬੀਬੀ ਦਾ ਮੂੰਹ ਜਪ ਗਿਆ ਉਹ ਪਾਰ ਹੋ ਗਿਆ। ਜੇ ਬੀਬੀ ਦੇ ਘਰ ਵਾਲਾ ਨਹੀਂ ਜਪਦਾ, ਉਹ ਇਸ ਮੂੰਹ 'ਚ ਸ਼ਰਾਬ ਤੇ ਮਾਸ ਪਾਉਂਦਾ ਹੈ, ਉਹ ਗਰਕ ਹੋ ਗਿਆ, ਉਹਦਾ ਬੇੜਾ ਨਸ਼ਟ ਹੋ ਗਿਆ। ਬੀਬੀ ਉਹਦੇ ਕੋਲੋਂ ਬਚੇ, ਆਪ ਪੰਜਾਂ ਕੋਲੋਂ ਸਿੱਧੀ ਜਾ ਕੇ ਲੈ ਕੇ ਪੌਲ ਤੇ ਨਾਮ ਜਪੇ। ਜੇ ਬੰਦਾ ਜਪਦਾ ਹੈ, ਬੀਬੀ ਨਹੀਂ ਜਪਦੀ, ਫੈਸ਼ਨ ਕਰਦੀ ਆ, ਉਹਨੂੰ ਮੌਜ ਲੈਣ ਦੇ, ਆਪ ਪੰਜਾਂ ਦੇ ਹਵਾਲੇ ਜਾ ਕੇ ਨਾਮ ਜਪ ਕੇ ਆਪਣਾ ਜਨਮ ਸਫਲਾ ਕਰੇ। ਕਿਉਂਕਿ ਮਰਨ ਵੇਲੇ ਜਿਹੜਾ ਨਾਮ ਜਪਣਾ ਉਹਨੇ ਨਾਲ ਜਾਣਾ, ਕੋਈ ਨਾ ਬੱਚਾ ਨਾ ਘਰ ਵਾਲੀ, ਕਿਸੇ ਨੇ ਨਹੀਂ ਜਾਣਾ। ਇਸ ਕਰਕੇ ਜਿਹੜਾ ਮੂੰਹ ਵੀ ਨਾਮ ਜਿਤ ਮੁਖ ਸਦਾ ਸਲਾਈ ਹੈ, ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ, ਤੇ ਸੱਚੇ ਦਰਬਾਰ ਤੇ ਆਇਆ ਵੀ ਇਹ ਬਾਬੇ ਨਾਨਕ ਦਾ ਗਿਆਨ ਭੰਡ ਦੀ ਪੌੜੀ ਤੋਂ ਬਾਅਦ ਹੈ। ਉਹ ਠੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ। ਬਹੁਤ ਸਾਰੇ ਅਸੂਲ ਕਹਿ ਰਹੇ ਨੇ ਜੀ, ਜਿਸ ਵੇਲੇ ਤੁਸੀਂ ਪੌਲ ਦਿੰਦੇ ਹੋ ਆਪਣੀ ਬੀਬੀ ਨਾਲ ਲਿਆਓ, ਇਹ ਗਲਤ ਅਸੂਲ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਨਹੀਂ ਕਹਿੰਦੇ ਵੀ ਤੂੰ ਆਪਣੀ ਮਾਤਾ ਸੁੰਦਰੀ, ਸਾਡੀ ਮਾਤਾ ਸੁੰਦਰੀ ਤੇਰੇ ਨਾਲ ਹੈ ਨਹੀਂ, ਤੈਨੂੰ ਕੱਲੇ ਪੰਜ ਪਿਆਰੇ ਕਿਉਂ ਦੇ ਰਹੇ ਨੇ? ਇਹ ਰੀਤਾਂ ਹੁਣ ਤੁਰੀਆਂ ਹੈ। ਮਹਾਰਾਜ ਨੇ ਰਿਸਟ੍ਰਿਕਸ਼ਨਾਂ ਹਾਰਡ ਐਂਡ ਫਾਸਟ ਲਾਈਨ ਨਹੀਂ ਰੱਖੀਆਂ। ਕੋਈ ਵੀ ਆ ਜਾਏ, ਪੰਜਾਂ ਸਿੱਖਾਂ ਦਾ ਹੱਕ ਹੈ ਉਹਨੂੰ ਪੌਲ ਦੇ ਦੇਣਾ, ਬੀਬੀ ਆਵੇ ਭਾਵੇਂ ਸਿੱਖ ਆਵੇ। ਇਸ ਕਰਕੇ ਜਿਹੜੀ ਪੌਲ ਦੀ ਰਸਮ ਹੈ ਉਹਦੇ 'ਚ ਕੋਈ ਜਾ ਕੇ ਲੈ ਸਕਦਾ ਹੈ, ਕਿਸੇ ਜਾਤ ਦਾ ਲੈ ਸਕਦਾ ਹੈ, ਕਿਸੇ ਉਮਰ ਦਾ ਲੈ ਸਕਦਾ ਹੈ, ਪਰ ਬੱਚਾ ਉਹ ਲੈ ਸਕਦਾ ਜਿਹੜਾ ਮੂੰਹ ਆਹ ਲਫ਼ਜ਼ ਬੋਲ ਸਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਗੁਰਮੰਤਰ ਦਾ ਜਪ ਕਰ ਸਕੇ। ਉਹ ਬੱਚਾ ਵੀ ਲੈ ਸਕਦਾ ਹੈ ਪੌਲ, ਔਰ ਬੀਬੀ ਲੈ ਸਕਦੀ ਹੈ ਪੌਲ। ਕਿਸੇ ਜਾਤ ਦਾ ਪੌਲ ਲੈ ਸਕਦਾ, ਸਿਰ ਮੁੰਨਿਆ ਹੋਵੇ ਉਹ ਪੌਲ ਲੈ ਸਕਦਾ, ਪਰ ਗਾਂ ਨੂੰ ਬਚਨ ਕਰੇ ਵੀ ਮੈਂ ਸਾਬਤ ਸੂਰਤ ਰਹਿਣਾ ਹੈ। ਇਸ ਕਰਕੇ ਜਿਹੜੀ ਪੌਲ ਦੇਣ ਦੀ ਰਸਮ ਸੀ, ਇਹ ਗੁਰੂ ਨਾਨਕ ਨਾਲ ਦੇਹ ਦੀ ਲੋੜ ਹੈ। ਹੁਣ ਵੀ ਇੱਕ ਦੇਹ ਦੀ ਲੋੜ ਹੈ। ਗਿਆਨ ਆਇਆ ਸਾਡੇ ਕੋਲ, ਪਰ ਹੁਣ ਗਿਆਨ ਲਈ ਦੇਹ ਦੀ ਲੋੜ ਨਹੀਂ ਹੈ। ਗਿਆਨ ਅੱਖਰਾਂ 'ਚ ਹੈ, ਉਹ ਅੱਖਰ ਸਾਡੇ ਕੋਲ ਹੈ। ਇਸ ਕਰਕੇ ਜਿਹੜੇ ਅੱਖਰ ਹੈ ਬੜੇ ਅਜੀਬ ਹੈ।
ਗਿਆਨ ਤੇ ਦੀਖਿਆ, ਇਹ ਦੋਨੋਂ ਚੀਜ਼ਾਂ ਸਾਡੇ ਕੋਲ ਹੈਗੀਆਂ। ਹੋਰ ਗੁਰੂਆਂ ਦੀ ਲੋੜ ਨਹੀਂ। ਉਹ ਸ਼ਬਦ ਰੂਪ ਸੀ, ਉਹ ਸ਼ਬਦ 'ਚ ਹੀ ਸਮਾ ਗਏ ਤੇ ਨਾ ਹੀ ਉਹਨਾਂ ਨਾਲ ਵਾਪਸ ਆਉਣਾ ਹੈ। ਇਹ ਐਸੀ ਅਗਿਆਨਤਾ ਹੈ ਜਿਹੜੀਆਂ ਬਾਜਾਂ ਮਾਰਦੇ ਰਹਿੰਦੇ ਨੇ। ਗੁਰੂ ਨਾਨਕ ਆਇਆ ਬਾਜਾਂ ਵਾਲਿਆ, ਮਹਾਰਾਜ ਤੇ ਆਪ ਹੀ ਕਹਿੰਦੇ ਨੇ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰ ਸੇ ਨਾਵਾਂ, ਏਕ ਸ਼ਬਦ ਮੇਰੇ ਪੁਰਾਣੇ ਬਸਤ ਹੈ। ਅੱਗੇ ਕੀ ਹੈ ਜੀ? ਬਾਹਰ ਜਨਮੇ ਨਾ, ਉਹਨੇ ਤੇ ਆਉਣਾ ਹੀ ਨਹੀਂ ਕਦੇ, ਨਾ ਆਇਆ ਹੀ ਅੱਜ ਦਾ ਕੋਈ। ਕਬੀਰ ਸਾਹਿਬ ਕਹਿੰਦੇ ਬਾਹਰ ਹਮ ਕਾਹੇ ਆਵੇਂਗੇ। ਸਾਰੇ ਗੁਰੂ ਕਿਸੇ ਨਾਲ ਵਾਪਸ ਨਹੀਂ ਆਉਣਾ, ਕਿਉਂਕਿ ਉਹਨਾਂ ਦੀਆਂ ਦਿਆਂ ਹੈ ਨਹੀਂ ਸੀ। ਦਿਆਂ ਸਿਰਫ ਦੋ ਕੰਮ ਨਹੀਂ ਸੀ। ਇਸ ਕਰਕੇ ਅੱਖਰ ਦੀ ਬਣਤਰ ਸਮਝੀਏ। ਸਾਡਾ ਗੁਰੂ ਨਾਨਕ ਨਹੀਂ ਆ ਉਹਦੀਆਂ ਫੋਟੋ ਬਣਾ ਬਣਾ ਕੇ, ਉਹਦੇ ਪੈਰਾਂ 'ਚ ਪਦਮ ਰੇਖਾ ਕੱਢ ਕੇ, ਦੁਨੀਆ ਦੇ ਬ੍ਰੇਨ ਵਾਸ਼ ਆਊਟ ਕਰਕੇ ਗੁਰੂ ਨਾਨਕ ਦੀ ਫੋਟੋ ਪੁਜਾਈ ਜਾਣੀ ਔਰ ਉਹਦਾ ਧਿਆਨ ਕਰਨਾ ਐਸੀ ਮੂਰਖਤਾ ਹੈ ਜਿਹੜਾ ਕਿ ਗੁਰੂ ਨਾਨਕ ਨੂੰ ਪਿੱਠ ਦੇ ਕੇ ਅਸੀਂ ਕੰਮ ਕਰ ਰਹੇ ਹਾਂ। ਇਸ ਕਰਕੇ ਸਿੱਖੀ ਨੂੰ ਸੰਭਲਣਾ ਪੈਣਾ ਹੈ। ਅਸੀਂ ਧਿਆਨ ਸ਼ਬਦ 'ਚ ਹੀ ਰੱਖਣਾ ਹੈ। ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬੂ ਨਾ ਛੋਡੂ ਹਰ ਕਾ ਨਾਮ। ਸ਼ਬਦ ਹੀ ਸਾਡਾ ਪਰਮੇਸ਼ਰ ਹੈ, ਸ਼ਬਦ ਹੀ ਗੁਰੂ ਹੈ। ਸ਼ਬਦ ਦਾ ਹੀ ਧਿਆਨ ਕਰਨਾ ਹੈ, ਸ਼ਬਦ 'ਚ ਹੀ ਜਾ ਕੇ ਅਸੀਂ ਮਿਲ ਜਾਣਾ ਹੈ। ਜਿੰਨੇ ਸੇਵਿਆ ਮੇਰਾ ਹਰ ਜੀ, ਤੇ ਹਰੇ ਹਰੇ ਰੂਪੇ ਸਮਾਸੀ। ਇਸੇ ਸ਼ਬਦ ਨਾਲ ਹੀ ਰੋਮ ਰੋਮ 'ਚੋਂ ਤੁਹਾਡੇ 'ਚੋਂ ਨਿਕਲਣਾ ਹੈ। ਸ਼ਬਦ ਰੂਪ ਹੀ ਹੈ ਅਸੀਂ ਸਾਰੇ। ਅਸਲ ਤੌਰ ਤੇ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ ਕੱਖ ਨਹੀਂ ਰਹਿਣਾ ਬਗੈਰ ਸ਼ਬਦ ਤੋਂ। ਪਰ ਇਹ ਸ਼ਬਦ ਨੂੰ ਜਪਣਾ ਪੈਣਾ ਹੈ। ਤਾਂ ਕੀ ਰਹਿ ਜਾਣਾ ਤੁਹਾਡੇ ਅੰਦਰ? ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਪਾਓ ਨਾਨਕੇ ਜਗ ਤੁਮੇ ਕਿਨ ਜਪਿਓ ਗੁਰਮੰਤ। ਇਸ ਕਰਕੇ ਗੁਰਮੰਤਰ ਦੇਣ ਲਈ ਤੇ ਨਾਲ ਗਿਆਨ ਸਾਡੇ ਕੋਲ ਪੋਥੀ 'ਚ ਹੈਗਾ। ਦੋਨੋਂ ਚੀਜ਼ਾਂ ਸਾਡੇ 'ਚ ਮੌਜੂਦ ਨੇ। ਇਸ ਕਰਕੇ ਹੋਰ ਗਾਂ ਦੇਹਾਂ ਦੀ ਲੋੜ ਨਹੀਂ ਹੈ। ਇਸ ਕਰਕੇ ਜਿਹੜਾ ਸ਼ਬਦ ਹੈ ਉਹ ਅਸੀਂ ਇੱਥੋਂ ਸ਼ੁਰੂ ਹੁੰਦਾ ਹੈ ਵੀ ਜਿਹੜਾ ਸ਼ਬਦ ਦਾ ਸਿੱਖ ਹੈ, ਅਗਰ ਉਹਨੂੰ ਜ਼ਰੂਰ ਹੀ ਸਵੇਰ ਵੇਲੇ ਉੱਠਣਾ ਪੈਣਾ ਹੈ। ਪਿਛੜ ਰਾਤ ਨਾ ਜਾਗਿਓ, ਜੀਵੰਦਿਓ ਹੀ ਮੋਇਓ। ਹੁਣ ਪਹਿਲੀ ਲਾਈਨ ਦਾ ਅਸੀਂ ਪਿਛੜ ਰਾਤ ਦਾ ਜਿਹੜਾ ਜਾਗਣਾ ਹੈ ਉਹ ਅਸੀਂ ਦੱਸਦੇ ਹਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਗਿਆਨ ਕਹਿੰਦਾ ਤੇਰੀ ਲੋਥ ਪਈ ਹੈ, ਉਸ ਵੇਲੇ ਤੂੰ ਜੀਂਦਾ ਹੀ ਮਰ ਗਿਆ। ਇਹਦੇ ਨਾਲੋਂ ਵੱਡੀ ਗੱਲ ਹੋਰ ਸਿੱਖ ਨੂੰ ਕੀ ਕਹਿ ਦੇਣ। ਇਸ ਕਰਕੇ ਇਹਦਾ ਉੱਠਣ ਦਾ ਇੱਕ ਬਹੁਤ ਵੱਡਾ ਫਾਇਦਾ ਹੈ। ਉਹ ਬੜਾ ਫਾਇਦਾ ਹੈ ਵੀ ਉੱਠ ਕੇ ਜਦੋਂ ਨਾਮ ਜਪੇਗਾ ਤੈਨੂੰ ਭੈੜੇ ਸੁਪਨੇ ਨਹੀਂ ਕਦੇ ਆਉਣਗੇ। ਤੇਰੇ ਸਾਰੇ ਦਿਨ ਦੇ ਜਿਹੜੇ ਕਲੇਸ਼ ਹੈ ਨਾ ਉਹ ਮੁੱਕ ਜਾਣਗੇ। ਆ ਦੇਖੋ, ਝਾਲ ਆਂਗੇ ਉਠੇ ਨਾਮ ਜਪ, ਫਿਰ ਦਿਨ ਰਾਤ ਵੀ ਜਪੀ ਜੜ, ਪਰ ਝਾਲ ਆਂਗੇ ਉਠ ਨਾਮ ਜਪ ਨਿਸਵਾਸਰ। ਕਹਿੰਦੇ ਦਿਨ ਰਾਤ ਨੂੰ ਝਾਲ ਆਂਗੇ ਉਠ ਨਾਮ ਜਪ ਨਿਸਵਾਸਰ ਆਰਾਧ, ਕਾਰਾ ਤੁਝੇ ਨਾ ਵਿਆਪੇ ਨਾਨਕ ਮਿਟੇ ਉਪਾਦ। ਤੇਰੀਆਂ ਉਪਾਧੀਆਂ ਮਿਟ ਜਾਣਗੀਆਂ ਆਉਂਦੀਆਂ। ਜਿਹੜੇ ਉਸ ਵੇਲੇ ਜੇ ਲੰਮਾ ਪਿਆ ਰਿਹਾ ਐਸੇ ਭੈੜੇ ਸੁਪਨੇ ਤੈਨੂੰ ਆਉਣਗੇ, ਤੇਰਾ ਬੇੜਾ ਗਰਕ ਕਰ ਦੇਣਗੇ। ਸਿੱਖ ਦਾ ਕੰਮ ਨਹੀਂ ਹੈ ਉਸ ਵੇਲੇ ਸਵੇਰ ਵੇਲੇ ਮੰਜੀ ਤੇ ਪਏ ਰਹਿਣੇ ਜਾਂ ਸੁਪਨੇ ਲਈ ਜਾਣੇ ਜਾਂ ਉਥੜ ਵੱਟੇ ਲਈ ਜਾਣੇ। ਮਹਾਰਾਜ ਦਾ ਹੁਕਮ ਹੈ ਉਦਮ ਕਰੇ ਉਸ ਵੇਲੇ ਔਰ ਨਾਮ ਜਪਣਾ ਸ਼ੁਰੂ ਕਰ ਦੇ, ਭਾਵੇਂ ਲੰਮਾ ਪਿਆ ਹੀ ਜਪਣਾ ਸ਼ੁਰੂ ਕਰ ਦੇ। ਇਸ ਕਰਕੇ ਉਸ ਵੇਲੇ ਤੈਨੂੰ ਸਾਰੀਆਂ ਚੀਜ਼ਾਂ ਤੋਂ ਤੇਰੀ ਰੁਕਾਵਟ ਹੋ ਜੂ ਅਗਰ ਤੂੰ ਉਸ ਵੇਲੇ ਸਵੇਰ ਵੇਲੇ ਦਾ ਸਾਂਭ ਗਿਆ। ਸਵੇਰ ਵੇਲਾ ਇਹ ਨਹੀਂ ਵੀ ਤੜਕੇ 2 ਵਜੇ ਉੱਠਣਾ। ਪਿਛੜ ਰਾਤ ਜਦੋਂ ਵੀ ਨੀਂਦ ਪੂਰੀ ਹੋ ਜਾਏ ਉਸ ਬਾਅਦ ਛੇਤੀ ਨਾਲ ਨਾਮ ਜਪਣਾ ਸ਼ੁਰੂ ਕਰ ਦੇ। ਇਸ ਕਰਕੇ ਗੁਰ ਸਤੇ ਗੁਰ ਕਾ ਜੋ ਸਿੱਖ ਖਾਏ ਉਹ ਹੈ ਝਾਲ ਆਂਗੇ ਉਠੇ ਨਾਮ ਜਪ ਨਿਸਵਾਸਰ ਆਰਾਧ, ਕਾਰਾ ਤੁਝੇ ਨਾ ਵਿਆਪੇ। ਤੇਰਾ ਕੜ ਨਾ ਮੁੱਕ ਜਾਊ। ਕਾਰਾ ਕਹਿੰਦੇ ਆ ਕੜਨ ਨੂੰ। ਬੰਦਾ ਸਾਰਾ ਦਿਨ ਸੜਦਾ ਰਹਿੰਦਾ, ਕੱਢਦਾ ਰਹਿੰਦਾ। ਕਾਰਾ ਤੁਝੇ ਨਾ ਵਿਆਪੇ, ਤੇਰੀਆਂ ਉਪਾਧੀਆਂ ਖਤਮ ਹੋ ਜਾਣੀਆਂ। ਉਪਾਦ ਉਹ ਰੋਗ ਹੁੰਦੇ ਆ ਜਿਹੜੇ ਜਨਮ ਜਨਮ ਦੇ ਬੰਦੇ ਨੂੰ ਲੱਗੇ। ਉਪਾਦ ਐਸੀ ਭੈੜੀ ਚੀਜ਼ ਹੈ। ਉਪਾਧੀਆਂ ਅੰਦਰ ਜਿਹੜੇ ਰੋਗ ਤੇਰੇ ਜਨਮ ਜਨਮ ਦੇ ਲੱਗੇ ਆ, ਮਨ ਦੇ ਵੀ ਤੇ ਤਨ ਦੇ, ਐਸੀ ਕਹਿੰਦੇ ਨਾ ਫਾਲਾ ਬਹਲਾਨਾ ਬੰਦਾ ਬੜਾ ਉਪਾਧੀ ਹੈ। ਇਸ ਕਰਕੇ ਤੇਰੇ ਉਪਾਦ ਖਤਮ ਹੋ ਜਾਣਗੇ। ਇਹ ਐਡੀਆਂ ਵੱਡੀਆਂ ਸਪਿਰਿਚੁਅਲ ਚੀਜ਼ਾਂ ਔਰ ਉਹਨਾਂ ਦਾ ਇਲਾਜ ਹੈ। ਪਰ ਇਹ ਸਾਰਾ ਹੀ ਸਵੇਰ ਵੇਲੇ ਦਾ ਨਾਮ ਦਾ ਝੁੱਟ ਲਾਇਆ। ਇਹ ਐਸਾ ਕਾਰਾਮਦ ਹੁੰਦਾ ਹੈ, ਸਾਰਾ ਦਿਨ ਹੀ ਇਹਦਾ ਅਸਰ ਰਹਿੰਦਾ ਹੈ। ਇਸ ਕਰਕੇ ਪ੍ਰਭਾਪੇ ਉਠ ਝਾਲਾਂਗੇ ਉਠੇ ਨਾਮ ਜਪ ਨਿਸਵਾਸਰ ਆਰਾਧ, ਕਾਰਾ ਤੁਝੇ ਨਾ ਵਿਆਪੇ ਨਾਨਕ ਮਿਟੇ ਉਪਾਦ। ਜਿਹਦਾ ਮਹਾਰਾਜ ਕਹਿੰਦੇ ਹੈ ਵੀ ਜਿਹੜਾ ਨਾਮ ਪ੍ਰਭਾਪੇ ਸਭ ਦੇ ਧਿਆਈਏ। ਹੁਣ ਇੱਥੇ ਲਹਿਦਾ ਕਰ ਗਿਆ ਗੁਰੂ ਨਾਨਕ, ਗੁਰੂ ਬਾਬਾ ਨਾਨਕ ਆਪਣੇ ਗਿਆਨ 'ਚ
ਵੀ ਇੱਕ ਸ਼ਬਦ ਹੈ ਸਾਰੇ ਬਾਣੀ ਦੇ, ਇੱਕ ਸ਼ਬਦ ਜਪਣ ਵਾਲਾ ਹੈ। ਉਹ ਸਾਰੇ ਸ਼ਬਦ ਉਸ ਜਪਣ ਵਾਲੇ ਸ਼ਬਦ ਦੇ ਨਾਲ ਲਾਉਣਗੇ। ਇੱਥੇ ਜਿਹੜੇ ਸਵੇਰ ਵੇਲੇ ਉੱਠ ਕੇ ਸ਼ਬਦ ਦੇ ਨਾਲ ਗੁਰੂ ਅਕਾਲ ਪੁਰਖ ਦਾ ਨਾਮ ਦਾ ਧਿਆਉਣਾ ਕਰ। ਪ੍ਰਭਾਤੇ ਨਾਉ ਪ੍ਰਭਾਤੇ ਸ਼ਬਦੇ ਤੇ ਆਈਏ। ਸ਼ਬਦ ਦੇ ਨਾਲ, ਉਹ ਸ਼ਬਦ ਸਾਰੇ ਸ਼ਬਦਾਂ ਨਹੀਂ ਹੈ। ਜਿਹੜਾ ਵਿਵੇਕੀ ਜਾਣਾ ਖੋਜੀ ਉਹ ਆਪਣੀ ਅਕਲ ਨਾਲ ਹੀ ਦੇਖ ਲਏਗਾ, ਸਮਝ ਲਏਗਾ ਵੀ ਇੱਥੇ ਮਹਾਰਾਜ ਸਾਰੀ ਬਾਣੀ ਵੱਲ ਨਹੀਂ ਲਾ ਰਹੇ ਸ਼ਬਦਾਂ। ਇੱਕ ਸ਼ਬਦ ਹੈ ਜਿਹੜਾ ਏਕ ਸ਼ਬਦ ਮੇਰੇ ਪ੍ਰਾਨੇ ਬਸਤ ਹੈ ਬਹੁੜ ਜਨਮ ਨਾਮਾ। ਉਹ ਸ਼ਬਦ ਦੀ ਕਮਾਈ ਕਰਨੀ ਹੈ ਸਵੇਰੇ ਸਵੇਰੇ ਜਪ ਜਪ ਕੇ। ਤੇ ਉਹਨੂੰ ਕਹਿੰਦਾ ਨਾਉ ਪ੍ਰਭਾਤੇ ਸ਼ਬਦੇ ਤੇ ਆਈਏ ਛੋਡੋ ਦੁਨੀ ਪਰੀਤਾ, ਗੁਰੂ ਬਾਬਾ ਨਾਨਕ। ਔਰ ਹੈਰਾਨਗੀ ਦੀ ਗੱਲ ਹੈ, ਇੱਥੋਂ ਦਾ ਰਹਾਉ ਦੀ ਤੁਕ ਹੈ। ਉਸ ਸ਼ਬਦ ਨੂੰ ਬੋਲਣ ਦਾ ਹੁਕਮ ਹੈ। ਉਹ ਹੈ ਬੋਲੋ ਸੱਚ ਨਾਮ ਕਰਤਾਰ। ਗੁਰੂ ਨਾਨਕ ਉਹ ਕਹਿੰਦਾ ਨਾਉ ਪ੍ਰਭਾਤੇ ਸ਼ਬਦੇ ਤੇ ਆਈਏ ਛੋਡੋ ਦੁਨੀ ਪੁਰੀਤਾ। ਉਹਨੂੰ ਧਿਆਉਣਾ ਕਿੱਦਾਂ? ਪਹਿਲਾਂ ਬੋਲਣਾ ਪੈਣਾ। ਧਿਆਉਣਾ ਬਹੁਤ ਉੱਚੀ ਅਵਸਥਾ ਹੈ। ਅੱਗੇ ਬੋਲਣਾ ਲਫ਼ਜ਼ ਹੈ ਬੋਲੋ ਸੱਚ ਨਾਮ ਕਰਤਾਰ। ਅਕਾਲ ਪੁਰਖ ਦਾ ਜੋ ਹੈ ਨਾਮ, ਉਹਨੂੰ ਬੋਲ ਬੋਲ ਕੇ ਹੀ ਧਿਆਉਣਾ ਹੋਣਾ ਹੈ, ਅੰਦਰ ਧਿਆਨ ਲੱਗਣਾ ਹੈ। ਬੋਲੋ ਸੱਚ ਨਾਮ ਕਰਤਾਰ। ਪਰ ਅਸੀਂ ਦੇਖੀਏ ਰਹਾਉ ਦੀ ਛੋਟੀ ਜਿਹੀ ਤੁਕ ਹੈ ਤੇ ਇੱਕ ਤੁਕ ਨਾਲ ਹੋਰ ਹੈ, ਉਹੀ ਬੜੀ ਮਹੱਤਵਪੂਰਨ ਹੈ ਤੇ ਗਾਂ ਰਹਾਉ ਹੈ। ਇਸ ਕਰਕੇ ਉਹ ਤੁਕ ਹੈ ਬੋਲੋ ਸੱਚ ਨਾਮ ਕਰਤਾਰ, ਹੁਣੇ ਬਾਹਰ ਨਾ ਆਵਨ ਵਾਰ। ਕਹਿੰਦਾ ਜੇ ਤੂੰ ਨਾਮ ਵੀ ਬੋਲੀ ਗਿਆ ਨਾ ਸਵੇਰੇ ਸਵੇਰੇ, ਤੇਰਾ ਮਨ ਬਾਰ ਬਾਰ ਜਿਹੜਾ ਪਲਟ ਪਲਟ ਬਾਹਰ ਜਾਂਦਾ ਹੈ, ਉਹ ਅੰਦਰ ਆਉਣਾ ਤੇ ਟਿਕਣਾ ਸ਼ੁਰੂ। ਹੁਣੇ ਬਾਹਰ ਨਾ ਆਵਨ ਵਾਰ, ਜਿਹੜਾ ਅੰਦਰ ਬਾਹਰ ਹੀ ਜਾਂਦਾ ਹੈ ਤੇਰਾ ਮਨ, ਇਹ ਫੁਨੇ ਕਹਿੰਦੇ ਪਲਟ ਕੇ ਅੰਦਰ ਆ ਜਾਏਗਾ ਔਰ ਟਿਕ ਜਾਏਗਾ। ਇਹ ਹੈ ਗੁਰੂ ਬਾਬੇ ਨਾਨਕ ਦੇ ਉੱਚ ਹੱਦੀ ਵੈਣ। ਇੱਕ ਰਾਹੋਂ ਦੀ ਤੁਕ ਚ ਪੂਰਾ ਗਿਆਨ ਦੇ ਗਏ। ਬੋਲਣ ਨਾਲ ਕੀ ਫਾਇਦਾ ਹੋਏਗਾ? ਤੇਰਾ ਮਨ ਟਿਕਣਾ ਸ਼ੁਰੂ ਹੋ ਜਾਊਗਾ। ਜਿੰਨਾ ਬੋਲੇਗਾ ਨਾਮ ਨੂੰ, ਜਿੰਨਾ ਭੌਂਕ ਭੌਂਕ ਕੇ ਭਗਤੀ ਕਰੇਗਾ, ਉਨਾ ਤੇਰਾ ਮਨ ਖੜਾ ਹੋ ਜਾਊ। ਜਿੰਨਾ ਦੁਹਾਈ ਪਾਏਗਾ ਉਨਾ ਤੂੰ ਵਿਗੜੇਗਾ। ਕਬੀਰਾ ਵਿਗੜਿਓ ਰਾਮ ਦੁਹਾਈ, ਸਾਚ ਭਇਓ ਅਨਕਤ ਹੋ ਨਾ ਜਾਈ। ਇੱਥੋਂ ਜ਼ਾਹਰ ਹੁੰਦਾ ਕਿ ਕਬੀਰ ਸਾਹਿਬ ਨਾ ਗੁਰੂ ਨਾਨਕ ਕੋਲੋਂ ਗਿਆਨ ਲਿਆ, ਦੀਖਿਆ ਲਈ, ਤੇ ਤਾਂ ਉਹਨੇ ਵੀ ਰਹਾਉ ਦੀ ਤੁਕ ਲਾਈ ਵੀ ਮੇਰਾ ਵੀ ਮਨ ਸੱਚ ਬਣ ਗਿਆ, ਅਨਕਤ ਹੋ ਨਾ ਜਾਈ, ਬਾਹਰ ਨਾ ਜਾਈ। ਉਧਰ ਬਾਬੇ ਨਾਨਕ ਦੀ ਰਹਾਉ ਦੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ, ਫੁਨੇ ਬਾਹਰ ਨਾ ਆਵਨ ਬਾਰ। ਮੇਰਾ ਮਨ ਖੜਾ ਹੋ ਗਿਆ। ਉਧਰ ਕਬੀਰ ਜੀ ਲਿਖ ਰਹੇ ਨੇ ਵਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਹੋ ਨਾ ਜਾਏ। ਦੋਨਾਂ ਦੀਆਂ ਰਹਾ ਦੀਆਂ। ਇਸ ਕਰਕੇ ਇਹ ਗਿਆਨ ਸੀ ਜਿਹੜਾ ਕਬੀਰ ਜੀ ਨੂੰ ਗੁਰੂ ਨਾਨਕ ਨੇ ਦਿੱਤਾ। ਔਰ ਉੱਥੋਂ ਬਾਅਦ ਜਿਹੜੇ ਉਹ ਸ਼ਬਦ ਆਏ ਉਹ ਸਾਡੀ ਪੋਥੀ 'ਚ ਹੈ, ਮੁਕੰਮਲ ਹੈ, ਉਹ ਪੂਰਨ ਸ਼ਬਦ ਨੇ। ਕਬੀਰ ਜੀ ਦੇ ਬੜੇ ਸ਼ਬਦ ਹੈ ਹੋਰ, ਬਨਾਰਸ 'ਚ ਸਾਰੇ ਲਈ ਫਿਰਦੀ ਦੁਨੀਆ, ਉਹ ਸਾਰੀ ਹੀ ਗੁਰੂ ਨਾਨਕ ਤੋਂ ਪਹਿਲਾਂ ਉਹਨਾਂ ਨੂੰ ਉਹ ਗਿਆਨ ਆਇਆ, ਪਰ ਉਹ ਅਧੂਰਾ ਗਿਆਨ ਹੈ। ਜਿਹੜੇ ਪੂਰਾ ਗਿਆਨ ਦੇ ਸ਼ਬਦ ਹੈ ਉਹ ਸਾਡੇ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਕਬੀਰ ਜੀ ਉਹਦੇ ਆਉਂਦੇ। ਦੋਨਾਂ ਦੀ ਰਹਾਉ ਦੀ ਤੁਕ ਜੇ ਅਸੀਂ ਦੇਖੀਏ ਤੇ ਇੱਥੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਵੀ ਕਬੀਰ ਜੀ ਉਹ ਪਹਿਲੇ ਵੱਡੇ ਸਿੱਖ ਸੀ, ਮਹੱਲਿਆਂ ਤੋਂ ਬਾਅਦ ਗੁਰੂ ਨਾਨਕ ਦੇ ਬਣੇ। ਹੁਣ ਗੁਰੂ ਨਾਨਕ ਦੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ, ਹੁਣੇ ਬਾਹਰ ਨਾ ਆਵਨ ਵਾਰ। ਮੇਰਾ ਮਨ ਟਿਕ ਗਿਆ। ਫੁਨੇ ਕਹਿੰਦੇ ਪਲਟ ਪਲਟ ਕੇ ਵਾਪਸ ਆ ਗਿਆ ਔਰ ਜਾਂਦਾ ਹੀ ਨਹੀਂ ਬਾਹਰ, ਮਨ ਟਿਕ ਗਿਆ। ਬੋਲਣ ਦਾ ਇਹ ਪਾਰਸ ਕਲਾ ਹੈ, ਨਾਮ ਦੇ ਬੋਲਣ ਦੀ। ਤੁਹਾਡਾ ਮਨ ਤੇ ਅਸਰ ਹੋਏਗਾ, ਉਹ ਟਿਕਣਾ ਸ਼ੁਰੂ ਹੋ ਜੂ। ਉਧਰ ਕਬੀਰ ਜੀ ਉਹ ਕਹਿ ਰਹੇ ਹੋ, ਕਹਿੰਦੇ ਬਾਬਾ ਗੁਰੂ ਨਾਨਕ ਤੂੰ ਤੇ ਬੋਲਣਾ, ਕਹਿੰਦਾ ਮੈਂ ਤੇ ਦੁਹਾਈ ਪਾਉਣੀ, ਮੈਂ ਤੇ ਲੋਕੀ ਕਹਿੰਦੇ ਵਿਗੜ ਗਿਆ ਜੀ, ਐਡੀ ਉੱਚੀ ਨਾਮ ਜਪਦਾ। ਉਹ ਕਹਿੰਦੇ ਮੈਂ ਤੇ ਵਿਗੜਨਾ। ਵਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਤ ਹੋ ਨਾ ਜਾਏ। ਕਹਿੰਦਾ ਮੈਂ ਜਾਂਦਾ ਹੀ ਨਹੀਂ, ਮੇਰਾ ਬਨ ਅੰਨ ਚ ਕਿਤੇ ਬਾਹਰ। ਹੁਣ ਆਰ ਥਾਂ ਮਸਲੇਨੀਅਸ ਥਾਂ ਜਾਂਦਾ ਨਹੀਂ। ਅੰਨ ਕਹਿੰਦੇ ਮਸਲੇਨੀਅਸ ਨੂੰ, ਅਨਕਤ ਹੋ ਨਾ ਜਾਈ। ਮਨ ਟਿਕ ਗਿਆ। ਵਿਗੜਿਓ ਕਬੀਰਾ, ਵਿਗੜਿਓ ਕਬੀਰਾ ਰਾਮ ਦੁਹਾਈ, ਪਰ ਉੱਚੀ ਉੱਚੀ ਬੋਲ ਕੇ ਮੈਂ ਨਾਮ ਜਪਿਆ ਤਾਂ ਹੀ ਕਲਾ ਵਰਤੀ। ਵਿਗੜਿਓ ਕਿੱਦਾਂ? ਗੁਰੂ ਨਾਨਕ ਕਹਿੰਦਾ ਭੌਂਕਾਂ ਇਸ ਤਨ ਤਾਈ।
फिर महाराज ना कबीर जी ना दूसरा रहाओ दी टुकड़ाई, बोलो भैया राम की दुहाई। आह ऐसी जुगती मिली नाम जपन दी बाबे नानक कोलों। उन्हां दी पोथी च उन्हां ने पढ़िया भी बाबे इन्हां दे भौंक भौंक के भगती कीती, इत्ते कूकर हों बेगाना, भौंका इस तन ताई भगतिहीन नानक जो होएगा। ऐसी गरीबी च भगती कीती गुरु नानक ने, फिर गां सारिया ना ओनू ही फॉलो किया। ते रहाओ दी तुकम दो देतियां कबीर जी ने, बिगड़ियो कबीरा राम दुहाई, ते साच भयो आन कत होना जाए। मेरा मन टिक गया। सब तो बड़ा फायदा उच्ची दुहाई पाउण दा, मन टिक जाएगा। इस करके जिहड़ी दुहाई पा के उच्ची नाम जपना है, ये प्रवान है। इस करके इहो ही पहला पौड़ा है, बोल बोल के नाम जपना, उच्ची उच्ची नाम जपना। इहदे नाल सेहत ठीक होऊ, इहदे नाल तुहाडे सारे रोग दूर होने, इहदे नाल मन टिकना शुरू होना, और इहदे नाल धुन वज जानी है। इस करके जिहड़ी बोल बोल के दुहाई पा के नाम जपना है, पहली स्टेज है। बंदा पहली जमात च दाखल हुंदा है। जिद्दां गुरु नानक कही जांदा है, ਉਹਦੀ ਉਂਗਲੀ ਫੜ ਕੇ ਅਸੀਂ ਉਸੇ ਤਰ੍ਹਾਂ ਹੀ ਕਾਂ ਨੂੰ ਅੰਦਰੇ ਮਨ ਨੂੰ ਚੜਾਉਣਾ ਹੈ। ਇਸ ਕਰਕੇ ਏਤ ਰਾਹੇ ਪੱਤੇ ਪਾਵੜੀਆਂ ਚੜੀਏ ਹੋਏ ਅਕੀਸ਼, ਲੱਖ ਲੱਖ ਗੇੜਾ ਆਖੀਏ। ਇਸ ਕਰਕੇ ਪਹਿਲਾ ਪੌੜਾ ਹੈ ਨਾਮ ਜਪਣ ਦਾ। ਤੇ ਜਿਹੜਾ ਵੀ ਇਹੋ ਜਿਹੇ ਪਰਮੇਸ਼ਰ ਰੂਪ ਦਾ ਸਿੱਖ ਖਾਏਗਾ, ਉਹ ਸਵੇਰ ਵੇਲੇ ਜ਼ਰੂਰ ਨਾਮ ਜਪੇਗਾ। ਅੱਗੇ ਜਪਣ ਦਾ ਜ਼ਿਕਰ ਆਏਗਾ, पर पहला ध्याना सवेर वेले ऐसी लिव लग जाऊ, तेरा ध्याना भी हो जाना। इसे करके महाराज ने कहा कई शब्द दे सिख बनो। किसी दे असी सिख नहीं है, असी शब्द दे सिख हैं। ज्ञान देने लई साडे कोल पोथी है, ते दीक्षा लैण लई साडे कोल 5 सिख ने। इस करके दीक्षा लैके जिहड़े शब्द जपदा है, उहनूं कहंदे आ गुर सते। गुर का जो सिख अखाए सो भलके उठे। बोलो भलके सदे सवेर वेले उठ के जरूर नाम नू जपे ते आवे। हुण कबीर जी उन्हें 3 शब्द दिते है इसे उठन दे उत्ते। कबीर सूता क्या करे, उठ के ना जपे मुरार। कहंदा तू सौ लै, एक दिन ऐसा तेनू सौना मिलूगा, तू रज के सौ ले। एक दिन सोए बिन होएगो लांबे गोड़ पसार। ਉਹ ਕਹਿੰਦੇ ਹੁੰਦੇ ਨਾ ਪਿੰਡੀ ਸਾਈਂ ਪੜ੍ਹਦੇ ਹੁੰਦੇ, ਤੈਨੂੰ ਕਿਸੇ ਨਹੀਂ ਬੁਲਾਉਣਾ, ਰੱਜ ਕੇ ਸੌਂ ਲਈ, ਰੱਜ ਕੇ ਸੌਂ ਲਈ, ਤੈਨੂੰ ਕਿਸੇ ਨੇ ਨਹੀਂ ਬੁਲਾਉਣਾ। ਫਿਰ ਕਬੀਰ ਜੀ ਕਹਿੰਦੇ ਇੱਕ ਦਿਨ ਤੇਰਾ ਐਸਾ ਸੋਹਣਾ ਹੋਣਾ, ਤੂੰ ਐ ਲੱਤਾਂ ਪਸਾਰ ਕੇ ਜਿੰਨਾ ਮਰਜੀ ਗੋਡੇ ਪਸਾਰ ਕੇ ਸੌਂ, ਬਲਕਿ ਤੇਰੇ ਨਾਲ ਨਾ ਉਹਨਾਂ ਦੇ ਤੇਰੇ ਗੋਡੇ ਸਿੱਧੇ ਵੀ ਨਹੀਂ ਨਾ, ਤੇਰੇ ਗੋਡੇ ਸਿੱਧੇ ਕਰਕੇ ਤੇਰੇ ਹੱਥ ਨਾਲ ਕਰਕੇ ਨਾ ਤੇਰੀ ਲਾਸ਼ ਲੰਮੀ ਕਰਕੇ ਤੇਰੇ ਨਾਲ ਕਾਨਾ ਵੀ ਰੱਖ ਦੇਣਾ। मैं वो चीज दस रहा जी हो रही है, पर बंदा ज्ञान नहीं लेंदा। कबीर सूता क्या करे, उठ के ना जपे मुरार। एक दिन होएगन सोएगो लांबे गोड़ पसार। वो काना नाल रख देंदे आ, किते लाश वध ना जाए, ते वो काने ना नाप के जाके कवर बनाउंदे आ उन्नी लम्मी, ताकि ਉਹਦੇ ਵਿੱਚ ਫਿੱਟ बैठ जाए, पर गोडे सीधे रहने दे। जी कहदा जिन्ने मर्जी तू हुण। इस करके कबीर जी का पहला अगला श्लोक होर डूंगा है। वो कबीर जी कहते कबीर सूता क्या करे, जाग रोए पै दुख। इत्थे मन दा जागना है, शरीर दा जागना नहीं है, इत्थे मन दा जागना है। कबीर सूता क्या करे, जाग रोए, अपने मन नूं जगा ते ओहदे भै च रो। रो दा मतलब है ओहदा भै कर मौत दा, रब दा, ते नाम जप। कबीर सूता क्या करे, जाग रोए पै दुख, जांका वासा गोर में सो क्यों सोवे सुख। तेनू पता तेरा वासा असल तेनू गोर कहंदे कबर नूं, तेनू मिट्टी च पा देना, ते तू डर